मेरा मुर्शद प्यारा आया। ਅੱਜ ਅਸੀਂ ਕੁਝ ਪ੍ਰਸ਼ਨ ਆਪਣੇ ਆਪ ਤੋਂ ਪੁੱਛਣੇ ਆ। ਪੁੱਛੋ ਆਪਣੇ ਆਪ ਨੂੰ, ਇਹ 4 ਪ੍ਰਸ਼ਨ ਕਰਨੇ ਆ। ਮੈਂ ਕੌਣ ਆ? ਮੈਂ ਕੌਣ ਆ? ਜਿਹਦਾ ਕਹਿੰਦਾ ਮੈਂ ਕੌਣ ਹੂੰ, ਮੈਂ ਕੌਣ ਆ। ਔਰ ਦੂਸਰਾ ਪ੍ਰਸ਼ਨ ਮੈਂ ਕੀ ਆ? ਮੈਂ ਕੌਣ ਆ, ਮੈਂ ਕੀ ਆ। ਤੀਸਰਾ ਪ੍ਰਸ਼ਨ ਮੈਂ ਆਇਆ ਕਿੱਥੋਂ ਆ। ਤਾਂ ਚੌਥਾ ਪ੍ਰਸ਼ਨ ਮੈਂ ਜਾਣਾ ਕਿੱਥੇ ਹੈ। ਸਾਰਾ ਪੁੱਛ ਕੇ ਦੇਖੋ, ਹੈ ਕੋਈ ਜਵਾਬ ਇਹਨਾਂ ਦੇ ਅੰਦਰ? ਹੈ ਕੋਈ ਜਵਾਬ? ਮੈਂ ਕੌਣ ਆ, ਹੈ ਕੋਈ ਜਵਾਬ? ਅੱਜ ਬੰਦਾ ਜਵਾਬ ਦੇਗਾ ਜਦੋਂ ਪੁੱਛੋ ਮੈਂ ਕੌਣ ਆ। ਮੈਂ ਫਲਾਨਾ ਸਿੰਘ ਆ, ਜਾਂ ਮੈਂ ਫਲਾਨਾ ਖਾਨ ਆ, ਜਾਂ ਮੈਂ ਫਲਾਨਾ ਸ਼ਰਮਾ ਆ। ਯਾਨੀ ਆਪਣੇ ਸਰੀਰ ਦਾ ਜੋ ਨਾਮ ਮਾਂ ਬਾਪ ਨੇ ਰੱਖ ਦਿੱਤਾ, ਬੰਦਾ ਉਹੀ ਦੱਸ ਕੇ ਕਹਿ ਦਿੰਦਾ ਮੈਂ ਆ। ਬੋਲੋ ਸਮਝਦੇ ਹੋ ਆਪਣੇ? ਤਾਂ ਅਸੀਂ ਇੱਕ ਗੱਲ ਕਵਾਂਗੇ ਕਿ ਜਿਹਨੂੰ ਤੁਸੀਂ ਮੰਨ ਕੇ ਬੈਠੇ ਹੋ ਨਾ, ਮੈਂ ਸਰੀਰ ਆ, ਮੈਂ ਆ, ਤਾਂ ਇਹ ਸਰੀਰ, ਇਹਦੀਆਂ ਵੀ ਪਹਿਚਾਣਾ, ਇਹਦੇ ਵੀ ਨਾਮ ਬਹੁਤ ਬਦਲਦੇ ਆ ਦੁਨੀਆ ਤੇ। ਹੁਣ ਤੁਸੀਂ ਕਹਿਣਾ ਜੀ ਕਿੱਦਾਂ ਨਾਮ ਬਦਲਦੇ ਆ? ਹੁਣ ਜ਼ਰਾ ਸੋਚੋ ਕਿ ਅੱਜ ਤੁਸੀਂ ਕਹਿੰਦੇ ਹੋ ਆਪਣਾ ਨਾਮ, ਫਰਜ਼ ਕਰੋ ਕਿਸੇ ਦਾ ਨਾਮ ਪਰਮਿੰਦਰ ਸਿੰਘ ਹੈ, ਮੇਰਾ ਨਾਮ ਪਰਮਿੰਦਰ ਸਿੰਘ। ਹੁਣ ਇੱਥੇ ਪਰਮਿੰਦਰ ਸਿੰਘ ਹੈ, ਤਾਂ ਇਹੀ ਪਰਮਿੰਦਰ ਸਿੰਘ ਜਦੋਂ ਡਾਕਟਰ ਕੋਲ ਚਲਾ ਜਾਏਗਾ ਤਾਂ ਉੱਥੇ ਪਰਮਿੰਦਰ ਨਹੀਂ ਰਹਿ ਜਾਣਾ, ਉੱਥੇ ਬਣ ਜਾਣਾ ਮਰੀਜ਼, ਪੇਸ਼ੈਂਟ ਨੰਬਰ ਆ ਜਾਵੇ, ਆ ਫਲਾਨਾ ਪੇਸ਼ੈਂਟ ਅੰਦਰ ਆ ਜਾਵੇ। ਉੱਥੇ ਕੀ ਕਿਹਾ ਜਾਣਾ ਹੈ? ਪੇਸ਼ੈਂਟ। ਨਾਮ ਬਦਲ ਗਿਆ ਕਿ ਨਹੀਂ? ਫਿਰ ਉਹੀ ਬੱਸ 'ਚ ਬਹਿ ਜਾਵੇ, ਉੱਥੇ ਕੀ ਕਹਿਣਾ? ਆ ਸਵਾਰੀ ਅੱਗੇ ਨੂੰ ਹੋਵੇ। ਉੱਥੇ ਨਾਮ ਪਰਮਿੰਦਰ ਨਹੀਂ, ਉੱਥੇ ਹੁੰਦੀ ਹੈ ਸਵਾਰੀ। ਉੱਥੇ ਨਾਮ ਬਦਲ ਗਿਆ, ਉੱਥੇ ਸਵਾਰੀ ਹੋ ਗਿਆ, ਦੁਕਾਨ ਤੇ ਚਲੇ ਗਏ ਕਸਟਮਰ ਹੋ ਗਿਆ, ਗਾਹਕ ਹੋ ਗਿਆ। ਇੱਦਾਂ ਹੀ ਬੰਦਾ ਸੋਚ ਕੇ ਦੇਖੇ, ਕਾਲਜ ਵਿੱਚ ਜਾਂਦੇ ਆ ਤਾਂ ਉੱਥੇ ਨਾਮ ਘੱਟਦਾ, ਇਹ ਕਿਹਾ ਵਿਦਿਆਰਥੀ, ਸਟੂਡੈਂਟ। ਆ ਫਲਾਨਾ ਸਟੂਡੈਂਟ ਆਵੇ, ਫਲਾਨਾ ਸਟੂਡੈਂਟ ਖੜਾ ਹੋਵੇ, ਫਲਾਨਾ ਸਟੂਡੈਂਟ ਬੈਠੇ। ਬੋਲੋ ਇਦਾਂ ਹੀ ਹੁੰਦੀ ਹੈ ਕਿ ਨਹੀਂ? ਹੁਣ ਜੇ ਤੁਸੀਂ ਦੇਖੋ ਤਾਂ ਹੁਣ ਕਿਸੇ ਦਾ ਮਾਮਾ ਹੈ, ਕਿਸੇ ਦਾ ਚਾਚਾ ਹੈ, ਕਿਸੇ ਦਾ ਤਾਇਆ ਹੈ, ਕਿਸੇ ਦਾ ਭਰਾ ਹੈ, ਇਦਾਂ ਦਾ ਸਰੀਰ ਦੇ ਨਾਮ ਬਹੁਤ ਹੈ। ਹੁਣ ਜਦੋਂ ਕੋਈ ਪੁੱਛੇ ਤੁਹਾਡਾ ਨਾਮ ਕੀ ਹੈ, ਕੌਣ ਆ ਤੁਸੀਂ, ਤਾਂ ਜੇ ਸਰੀਰ ਨੂੰ ਦੇਖੋਗੇ ਤਾਂ ਸਰੀਰ ਦੇ ਨਾਲ ਤਾਂ ਕਈ ਚੀਜ਼ਾਂ ਜੁੜੀਆਂ ਹੋਈਆਂ ਹੈ, ਪਰ ਅਸਲੀਅਤ ਉਹ ਨਹੀਂ ਹੈ। ਜਦੋਂ ਬੰਦਾ ਕਹਿੰਦਾ ਮੈਂ ਸਰੀਰ, ਤਾਂ ਇਹ ਅਸਲੀਅਤ ਨਹੀਂ ਹੈ। ਅਸਲੀਅਤ ਕੀ ਹੈ? ਮੈਂ ਕੌਣ ਆ? ਜਰਾ ਸੋਚ ਕੇ ਦੇਖੋ ਆਪਣੇ ਅੰਦਰ। ਉਹ ਕੌਣ ਹੈ ਜੋ ਸਾਡੇ ਸਰੀਰ ਨੂੰ ਚਲਾ ਰਿਹਾ ਹੈ? ਉਹ ਕੌਣ ਹੈ ਜੋ ਸਾਡੇ ਸਰੀਰ ਦੇ ਅੰਦਰ ਹਰਕਤ ਕਰ ਰਿਹਾ ਹੈ? ਉਹ ਕੌਣ ਹੈ ਜੋ ਸਰੀਰ ਚੋਂ ਨਿਕਲਦਿਆਂ ਹੀ ਇਹ ਸਰੀਰ ਮਿੱਟੀ ਹੋ ਜਾਂਦਾ ਹੈ? ਬਸ ਜਦੋਂ ਉੱਧਰ ਧਿਆਨ ਤੁਹਾਡਾ ਜਾਏਗਾ, ਫਿਰ ਤੁਹਾਨੂੰ ਅਹਿਸਾਸ ਹੋਏਗਾ ਕਿ ਮੈਂ ਸਰੀਰ ਨਹੀਂ ਆ, ਮੈਂ ਤਾਂ ਆਹ ਵਿਚਲੀ ਤਾਕਤ ਆ ਜਿਹੜੀ ਸਰੀਰ ਨੂੰ ਚਲਾ ਰਹੀ ਸੀ, ਜਿਹਦੇ ਨਿਕਲਦੇ ਹੀ ਮੈਂ ਵੀ ਨਿਕਲ ਗਿਆ। ਹੁਣ ਸਰੀਰ ਪਿਆ ਹੈ। ਅੱਜ ਤੁਸੀਂ ਦੇਖਦੇ ਹੋ ਕਿ ਜਦ ਤੱਕ ਉਹ ਤਾਕਤ, ਉਹ ਸ਼ਕਤੀ ਸਾਡੀ ਬਾਡੀ 'ਚ ਹੈ, ਸਰੀਰ 'ਚ ਹੈ, ਅਸੀਂ ਖਾਂਦੇ ਹਾਂ, ਪੀਂਦੇ ਹਾਂ, ਸਵਾਦ ਲੈਂਦੇ ਹਾਂ। ਹੁਣ ਜਦੋਂ ਬਾਡੀ 'ਚੋਂ ਤਾਕਤ ਨਿਕਲ ਗਈ, ਫਿਰ ਪਾਓ ਮੁਰਦੇ ਦੇ ਮੂੰਹ 'ਚ ਕੋਈ ਵੀ, ਉਹਨੂੰ ਕਹੇ ਸਵਾਦ ਦੱਸੇਗਾ ਸਵਾਦ ਉਹ? ਚਾਹੇ ਉਹਦੇ ਵਿੱਚ ਘੇ ਪਾ ਦਿਓ, ਚਾਹੇ ਉਹਦੇ ਵਿੱਚ ਦਹੀਂ ਪਾ ਦਿਓ, ਚਾਹੇ ਉਹਦੇ ਵਿੱਚ ਕੋਈ ਸਬਜ਼ੀ ਦਾਲ ਪਾ ਦਿਓ, ਬੋਲੇਗਾ ਆਹ ਸਵਾਦ ਹੈ। ਕਿਉਂਕਿ ਸਵਾਦ ਲੈਣ ਵਾਲੀ ਤਾਕਤ, ਜੋ ਬੋਲਣ ਵਾਲੀ ਤਾਕਤ ਉਹ ਮੈਂ ਸਰੀਰ ਨਹੀਂ ਹੈ। ਜੇ ਸਰੀਰ ਹੁੰਦਾ ਤਾਂ ਹੁਣ ਵੀ ਬੋਲਦਾ, ਕਿਉਂਕਿ ਸਰੀਰ ਤਾਂ ਪਿਆ ਹੋਇਆ ਹੈ, ਬਾਡੀ ਤਾਂ ਹੁਣ ਵੀ ਪਈ ਹੋਈ ਹੈ। ਫਿਰ ਜ਼ਰਾ ਸੋਚੋ, ਇੱਥੇ ਸਮਝੋ। ਪਹਿਲਾ ਪ੍ਰਸ਼ਨ, ਜਦੋਂ ਕਿਸੇ ਨੂੰ ਮਰਦਿਆਂ ਦੇਖੋ ਤਾਂ ਆਪਣੇ ਆਪ ਤੋਂ ਪੁੱਛਿਆ ਕਰੋ, ਉਹ ਕਿਹੜੀ ਚੀਜ਼ ਸੀ ਜਿਹੜੀ ਇਹਦੇ ਅੰਦਰ ਸੀਗੀ ਔਰ ਨਿਕਲ ਗਈ ਤਾਂ ਹੁਣੇ ਮੁਰਦਾ ਹੋ ਗਿਆ। ਇਦਾਂ ਹੀ ਇੱਕ ਦਿਨ ਜਦੋਂ ਮੇਰੇ ਅੰਦਰੋਂ ਵੀ ਉਹ ਚੀਜ਼ ਨਿਕਲ ਜਾਣੀ ਹੈ ਤਾਂ ਮੈਂ ਵੀ ਮੁਰਦਾ ਹੋ ਜਾਣਾ ਹੈ। ਔਰ ਇਸ ਤੋਂ ਪਹਿਲਾਂ ਕਿ ਉਹ ਚੀਜ਼ ਨਿਕਲ ਕੇ ਮੈਨੂੰ ਮੁਰਦਾ ਕਰ ਜਾਵੇ, ਕਿਉਂ ਨਾ ਮੈਂ ਉਹਨੂੰ ਹੀ ਸਮਝ ਲਵਾਂ ਪਹਿਲਾਂ। ਕਿਉਂ ਨਾ ਮੈਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰਾਂ ਜੋ ਮੈਨੂੰ ਚਲਾਉਣ ਵਾਲੀ ਹੈ, ਜੋ ਬੋਲਣ ਵਾਲੀ ਹੈ, ਜੋ ਅੰਦਰ ਸਵਾਦ ਲੈਣ ਵਾਲੀ ਹੈ, ਜੋ ਇਹ ਰੰਗ ਤਮਾਸ਼ੇ ਦੇਖਣ ਵਾਲੀ ਹੈ, ਜੋ ਇਹ ਸੰਸਾਰ ਦੀ ਹਰ ਚੀਜ਼ ਦਾ ਆਨੰਦ ਲੈਣ ਵਾਲੀ ਉਹ ਚੀਜ਼ ਹੈ। ਪਹਿਲਾਂ ਉਹਨੂੰ ਮੈਂ ਜਾਣਨ ਦੀ ਕੋਸ਼ਿਸ਼ ਕਰਾਂ। ਇਹ ਦੁਨੀਆ ਨੂੰ, ਜਿੱਦਾਂ ਕਬੀਰ ਸਾਹਿਬ ਨੇ ਕਿਹਾ, ਜੋ ਵੋ ਏਕ ਨਾ ਜਾਣਿਆ ਤੋ ਬਹੁ ਜਾਣੇ ਕਿਆ ਹੋਏ। ਜੇ ਤੂੰ ਆਪਣੇ ਅੰਦਰ ਉਹਨੂੰ ਹੀ ਨਾ ਸਮਝਿਆ ਜੋ ਤੈਨੂੰ ਚਲਾ ਰਿਹਾ ਹੈ, ਤਾਂ ਤੂੰ ਦੁਨੀਆ ਦਾ ਸਭ ਕੁਝ ਜਾਣ ਲੈ। ਤੂੰ ਦੁਨੀਆ ਦੇ ਜਿੰਨੇ ਮਰਜ਼ੀ ਗ੍ਰੰਥ ਪੜ੍ਹ ਲੈ, ਤੂੰ ਪੜ੍ਹ ਲੈ ਧਾਰਮਿਕ ਗ੍ਰੰਥਾਂ ਨੂੰ, ਯਾਦ ਕਰ ਲੈ, ਜ਼ੁਬਾਨੀ ਯਾਦ ਕਰ ਲੈ, ਸਾਰੀਆਂ ਗੱਲਾਂ ਯਾਦ ਕਰ ਲੈ, ਚੰਦ ਸੂਰਜ ਸਿਤਾਰਿਆਂ ਬਾਰੇ, ਇਹ ਦੁਨੀਆ ਦੀ ਹਰ ਸ਼ੈ ਬਾਰੇ। ਪਰ ਜੇ ਤੂੰ ਆਪਣੇ ਅੰਦਰ ਉਹਨੂੰ ਨਾ ਸਮਝਿਆ ਜਿਹੜਾ ਤੈਨੂੰ ਚਲਾਉਣ ਵਾਲਾ, ਤਾਂ ਤੇਰਾ ਬਾਹਰਲਾ ਕੀਤਾ ਹੋਇਆ ਇਕੱਠਾ ਗਿਆਨ ਸਾਰਾ ਹੀ ਬੇਅਰਥ ਹੈ। ਔਰ ਜਿਹਨੇ ਆਪਣੇ ਅੰਦਰ ਉਸ ਸ਼ਕਤੀ ਨੂੰ ਜਾਣ ਲਿਆ ਜੋ ਚਲਾਉਣ ਵਾਲੀ ਹੈ, ਉਹਨੂੰ ਫਿਰ ਬਾਹਰਲਾ ਗਿਆਨ ਪੜ੍ਹਨ ਦੀ ਜ਼ਰੂਰਤ ਨਹੀਂ, ਕਿਉਂਕਿ ਉਹਨੂੰ ਅੰਦਰੋਂ ਉਹ ਸਾਰੇ ਜਵਾਬ ਮਿਲ ਜਾਂਦੇ ਹੈ।
ਇਸ ਲਈ ਅਸੀਂ ਕਈ ਵਾਰ ਇਹਦਾ ਜ਼ਿਕਰ ਕਰਦੇ ਹਾਂ ਕਿ ਜੇ ਆਪਾਂ ਗੁਰੂਆਂ ਰਹਿਬਰਾਂ ਪੀਰਾਂ ਫਕੀਰਾਂ ਦੀ ਬਾਣੀ ਪੜ੍ਹਦੇ ਹਾਂ ਤਾਂ ਉਹਨਾਂ ਨੇ ਕਿਤੇ ਉਹ ਕਿਤਾਬਾਂ ਦੇਖ ਕੇ ਨਹੀਂ ਪੜ੍ਹੀ ਹੋਈ, ਉਹ ਬਾਣੀ ਉਹਨਾਂ ਦੇ ਅੰਦਰੋਂ ਪ੍ਰਗਟ ਹੋਈ ਹੈ, ਕਿਉਂਕਿ ਉਹਨਾਂ ਨੇ ਅੰਦਰ ਉਹ ਤਾਕਤ ਨੂੰ ਜਾਣਿਆ ਜਿਹੜੀ ਉਹਨਾਂ ਨੂੰ ਚਲਾ ਰਹੀ ਹੈ। ਔਰ ਅੱਜ ਇਨਸਾਨ ਆਪਣੇ ਅੰਦਰਲੀ ਸ਼ਕਤੀ ਨੂੰ ਜਾਣਨ ਦੀ ਬਜਾਏ ਇਨਸਾਨ ਬਾਹਰ ਹੀ ਉਲਝਿਆ ਪਿਆ ਹੈ। ਬਾਹਰੀ ਇਨਸਾਨ ਦੌੜਾਂ ਦੌੜ ਰਿਹਾ ਹੈ, ਬਾਹਰੀ ਇਨਸਾਨ ਦੁਨੀਆ ਦੀਆਂ ਜਾਣਕਾਰੀਆਂ ਇਕੱਠੀਆਂ ਕਰਨ 'ਚ ਲੱਗਾ ਹੋਇਆ ਹੈ। ਤਾਂ ਯਾਦ ਰੱਖੋ, ਦੁਨੀਆ ਦੀਆਂ ਜਾਣਕਾਰੀਆਂ ਜਿੰਨੀਆਂ ਮਰਜ਼ੀ ਇਕੱਠੀਆਂ ਕਰ ਲਓ। ਹੁਣ ਫਰਜ਼ ਕਰੋ ਤੁਸੀਂ ਅੱਧਾ ਘੰਟਾ ਲਾ ਕੇ ਟੀਵੀ ਦੇ ਉੱਪਰ ਨਿਊਜ਼ ਦੇਖੀ, ਟੀਵੀ ਦੇ ਉੱਪਰ ਅੱਧਾ ਘੰਟਾ ਲਾ ਕੇ ਨਿਊਜ਼ ਦੇਖੀ ਕਿ ਫਲਾਣੇ ਮੰਤਰੀ ਨੇ ਆਹ ਕੀਤਾ ਜਾਂ ਫਲਾਣੇ ਐਕਟਰ ਨੇ ਉਹ ਕੀਤਾ, ਉਹ ਅੱਧਾ ਹੀ ਘੰਟੇ ਨਾਲ ਤੁਹਾਨੂੰ ਕੀ ਮਿਲਿਆ? ਜਾਣਕਾਰੀ ਹੋ ਗਈ ਮੰਤਰੀ ਬਾਰੇ, ਜਾਣਕਾਰੀ ਹੋ ਗਈ ਕਿਸੇ ਹੀਰੋ ਬਾਰੇ, ਜਾਣਕਾਰੀ ਹੋ ਗਈ ਕਿਸੇ ਦੇਸ਼ ਬਾਰੇ। ਉਹੀ ਅੱਧਾ ਘੰਟਾ ਅੱਖਾਂ ਬੰਦ ਕਰਕੇ ਆਪਣੇ ਅੰਦਰ ਧਿਆਨ ਕਰਦੇ ਤਾਂ ਆਪਣੇ ਆਪ ਨੂੰ ਜਾਣਨ ਦਾ ਮੌਕਾ ਮਿਲਦਾ। ਤਾਂ ਜੇ ਆਪਣੇ ਆਪ ਨੂੰ ਜਾਣ ਲੈਂਦੇ ਤਾਂ ਫਿਰ ਸਭ ਕੁਝ ਜਾਣਿਆ ਜਾਣਾ ਸੀ। ਇਨਸਾਨ ਆਪਣੀ ਸਾਰੀ ਜ਼ਿੰਦਗੀ ਵਿਅਰਥ ਨੂੰ ਜਾਣਨ ਵਿੱਚ ਹੀ ਗਵਾ ਦਿੰਦਾ ਹੈ। ਨਿਊਜ਼ ਪੇਪਰਾਂ 'ਚ ਲੱਗਾ ਰਹੇਗਾ, ਨਿਊਜ਼ ਖਬਰਾਂ ਦੇਖਦਾ ਰਹੇਗਾ, ਇੱਦਾਂ ਕਰੇਗਾ ਕਿ ਮੈਨੂੰ ਪੂਰੀ ਜਾਣਕਾਰੀ ਹੈ। ਤਾਂ ਅਸੀਂ ਇੱਕ ਗੱਲ ਕਵਾਂਗੇ ਕਿ ਜਿੱਦਾਂ ਇੱਕ ਛੋਟੀ ਜਿਹੀ ਕਹਾਣੀ ਹੈ ਨੱਥੂ ਲਾਲ ਦੀ, ਕਿ ਨੱਥੂ ਲਾਲ ਇੱਕ ਨਾਵ ਵਿੱਚ ਬੈਠਾ ਤਾਂ ਉਸੇ ਨਾਵ ਵਿੱਚ ਇੱਕ ਪੰਡਤ ਜੀ ਵੀ ਬੈਠੇ ਸੀ। ਹੁਣ ਨਾਵ ਨਦੀ ਤੋਂ ਪਾਰ ਜਾਣੀ ਸੀ, ਨਦੀ ਬੜੀ ਗਹਿਰੀ ਸੀ। ਹੁਣ ਜਦੋਂ ਪੰਡਤ ਜੀ ਨੱਥੂ ਲਾਲ ਦੇ ਨਾਲ ਬੈਠੇ ਜਾ ਰਹੇ ਹੈ ਤਾਂ ਉਸ ਵੇਲੇ ਦੋਨੇ ਹੀ ਹੈ, ਇੱਕ ਨੱਥੂ ਲਾਲ ਤੇ ਇੱਕ ਪੰਡਤ ਜੀ। ਨੱਥੂ ਲਾਲ ਚੱਪੂ ਚਲਾ ਰਿਹਾ ਹੈ ਤਾਂ ਪੰਡਤ ਜੀ ਨੇ ਨੱਥੂ ਲਾਲ ਨੂੰ ਕਿਹਾ, ਉਹ ਨੱਥੂ ਲਾਲ ਤੂੰ 4 ਵੇਦ ਪੜ੍ਹੇ? ਨੱਥੂ ਲਾਲ ਕਹਿੰਦਾ ਜੀ ਨਹੀਂ, ਮੈਂ 4 ਵੇਦ ਨਹੀਂ ਪੜ੍ਹੇ। ਪੰਡਤ ਜੀ ਕਹਿੰਦੇ ਫਿਰ ਤਾਂ ਤੇਰਾ ਬੇਟਾ 10% ਜੀਵਨ ਬੇਕਾਰ ਚਲਾ ਗਿਆ। ਅੱਛਾ ਇਹ ਦੱਸ 18 ਪੁਰਾਣ ਪੜ੍ਹੇ ਤੂੰ? 18 ਪੁਰਾਣ? ਨੱਥੂ ਲਾਲ ਕਹਿੰਦਾ ਜੀ 4 ਵੇਦ ਨਹੀਂ ਪੜ੍ਹੇ ਤਾਂ 18 ਪੁਰਾਣ ਕਿੱਥੋਂ ਪੜ੍ਹਨੇ ਸੀ? ਕਹਿੰਦੇ ਫਿਰ ਤਾਂ ਤੇਰਾ 40% ਜੀਵਨ ਬੇਕਾਰ ਗਿਆ। ਅੱਛਾ ਇਹ ਦੱਸ ਗੀਤਾ ਪੜ੍ਹੀ? ਗੀਤਾ ਰਮਾਇਣ ਪੜ੍ਹੀ ਕਿ ਨਹੀਂ? ਨੱਥੂ ਲਾਲ ਕਹਿੰਦੇ ਜੀ ਗੀਤਾ ਰਮਾਇਣ ਵੀ ਨਹੀਂ ਪੜ੍ਹੀ। ਕਹਿੰਦੇ ਫਿਰ ਤਾਂ ਤੇਰਾ 60% ਜੀਵਨ ਬੇਕਾਰ ਗਿਆ, ਬੇਅਰਥ ਚਲਾ ਗਿਆ ਤੇਰਾ ਜੀਵਨ। ਹੁਣ ਪੰਡਤ ਜੀ ਕੁਝ ਬੋਲਦੇ ਤਾਂ ਨੱਥੂ ਲਾਲ ਨੇ ਕਿਹਾ ਪੰਡਤ ਜੀ ਇੱਕ ਗੱਲ ਦੱਸੋ, ਤੈਰਨਾ ਆਉਂਦਾ ਤੁਹਾਨੂੰ? ਪੰਡਤ ਜੀ ਕਹਿੰਦੇ ਨਹੀਂ। ਕਹਿੰਦੇ ਕਿਉਂ ਨਹੀਂ ਸਿੱਖਿਆ? ਕਹਿੰਦਾ ਸਾਰੀ ਜ਼ਿੰਦਗੀ ਤਾਂ ਸ਼ਾਸਤਰਾਂ ਨੂੰ ਪੜ੍ਹਦਾ ਰਹਿ ਗਿਆ, ਸ਼ਾਸਤਰਾਂ ਨੂੰ ਯਾਦ ਕਰਦਾ ਰਹਿ ਗਿਆ, ਤੈਰਨਾ ਸਿੱਖਣ ਦਾ ਮੌਕਾ ਹੀ ਨਹੀਂ ਮਿਲਿਆ। ਨਾਲੇ ਮੈਨੂੰ ਤੈਰਨ ਦੀ ਲੋੜ ਕੀ ਸੀ? ਮੈਨੂੰ ਤੈਰਨ ਦੀ ਲੋੜ ਕੀ ਸੀ? ਆ ਮੇਰੇ ਕੋਲ ਪੋਥੀਆਂ ਹੈ ਨਾ, ਇਹ ਤਾਂ ਭਵਸਾਗਰ ਪਾਰ ਕਰਾ ਦਿੰਦੀਆਂ ਹੈ। ਤਾਂ ਨੱਥੂ ਲਾਲ ਨੇ ਕਿਹਾ ਬਸ ਪੰਡਤ ਜੀ ਫਿਰ ਮੈਂ ਤੁਹਾਨੂੰ ਦੱਸ ਦੇਵਾਂ, ਕਸ਼ਤੀ 'ਚ ਹੋ ਗਿਆ ਛੇਦ, ਇਹ ਲੱਗੀ ਡੁੱਬਣ, ਮੈਂ ਲੱਗਾ ਤੈਰਨ, ਤੁਹਾਡਾ ਤਾਂ 100% ਜੀਵਨ ਬੇਕਾਰ ਗਿਆ। ਕਹਿ ਕੇ ਨੱਥੂ ਲਾਲ ਛਾਲ ਮਾਰਿਆ, ਦੌੜ ਗਿਆ ਕਿਉਂਕਿ ਕਸ਼ਤੀ ਛੇਦ ਹੋ ਗਿਆ ਸੀ। ਪੰਡਤ ਜੀ ਨਾਲੇ ਪੋਥੀਆਂ ਫੜ ਕੇ ਪਾਣੀ 'ਚ ਡੁੱਬ ਗਏ। ਹੁਣ ਇੱਥੋਂ ਪਤਾ ਕੀ ਲੱਗਦਾ ਹੈ? ਉਹ ਕਹਿੰਦੇ ਹੈ ਕਿ ਸਰੀਰਕ ਤੌਰ ਤੇ ਕਰਮ ਕਰਨਾ ਪੈਂਦਾ ਹੈ, ਫਿਰ ਜਾ ਕੇ ਇਨਸਾਨ ਮੁਕਤ ਹੁੰਦਾ ਹੈ। ਤਾਂ ਜੇ ਸਿਰਫ ਪੜ੍ਹੀ ਜਾਈਏ ਜਿਹੜੀ ਚੀਜ਼ ਦੀ ਸਾਨੂੰ ਜ਼ਰੂਰਤ ਹੈ, ਜਿਹਦਾ ਸਾਨੂੰ ਪਾਰ ਲਗਾਉਣਾ ਹੈ। ਹੁਣ ਫਰਜ਼ ਕਰੋ ਬੰਦੇ ਨੂੰ ਪਤਾ ਹੈ ਕਿ ਮੈਂ ਇਹ ਨਦੀ ਪਾਰ ਕਰਨੀ ਹੈ, ਤਾਂ ਉਹਦੇ ਬਾਰੇ ਪੜ੍ਹ ਕੇ ਪਾਰ ਨਹੀਂ ਹੋਣਾ, ਉਹਦੇ ਬਾਰੇ ਤੈਰਨਾ ਸਿੱਖ ਕੇ ਅਸੀਂ ਪਾਰ ਹੋ ਸਕਦੇ ਹਾਂ। ਪਰ ਬੰਦਾ ਪ੍ਰੈਕਟੀਕਲੀ ਨਹੀਂ ਕਰਦਾ, ਬਸ ਪੜ੍ਹਨ ਤੇ ਜ਼ੋਰ ਦਿੰਦਾ ਹੈ। ਬੋਲੋ ਇਹੀ ਗੱਲ ਹੈ ਕਿ ਨਹੀਂ? ਹੁਣ ਅਸੀਂ ਕਈ ਵਾਰ ਇਹ ਸਵਾਲ ਕਰੀਦਾ ਹੈ ਕਿ ਸਾਰਿਆਂ ਨੂੰ ਪਤਾ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੂ ਪਾਇਓ, ਪਰ ਫਿਰ ਵੀ ਲੋਕ ਨਫ਼ਰਤਾਂ ਨਾਲ ਭਰੇ ਹੋਏ ਆ। ਐਸਾ ਇੱਕ ਵੀ ਬੰਦਾ ਲੱਭਣਾ ਮੁਸ਼ਕਿਲ ਹੈ ਜਿਹਦੇ ਅੰਦਰ ਨਫ਼ਰਤ ਨਾ ਹੋਵੇ। ਪਰ ਗਾਣਾ ਸਾਰੇ ਗਾਣਗੇ, ਸ਼ਬਦ ਸਾਰੇ ਗਾਣਗੇ ਕਿ ਪਿਆਰ ਕਰੋ, ਲਵ ਇਜ਼ ਗੋਡ, ਗੋਡ ਇਜ਼ ਲਵ, ਗੱਲਾਂ ਸਾਰੇ ਕਰਨਗੇ। ਪਰ ਇਹਦਾ ਮਤਲਬ ਸਿਰਫ ਪੜ੍ਹਿਆ ਹੈ ਜਾਂ ਦੀਵਾਰਾਂ ਤੇ ਲਿਖ ਲਿਆ, ਘਰ ਦੀਆਂ ਦੀਵਾਰਾਂ ਤੇ ਸਟicker ਲਾ ਲਏ, ਤਸਵੀਰਾਂ ਲਾ ਲਈਆਂ, ਪਰ ਹਾਲੇ ਇੱਥੇ ਨਹੀਂ ਲਿਖਿਆ, ਹਾਲੇ ਜੀਵਨ 'ਚ ਉਤਾਰਿਆ ਨਹੀਂ। ਇਸ ਲਈ ਗੱਲ ਉਦੋਂ ਬਣਨੀ ਹੈ ਜਦੋਂ ਜੀਵਨ 'ਚੋਂ ਚੀਜ਼ਾਂ ਨੂੰ ਅਸੀਂ ਉਤਾਰਾਂਗੇ, ਉਹਨਾਂ ਚੀਜ਼ਾਂ ਨੂੰ ਜੀਵਨ 'ਚ ਧਾਰਨ ਕਰਾਂਗੇ। ਸੋ ਇਹੀ ਗੱਲ ਕਬੀਰ ਸਾਹਿਬ ਕਹਿੰਦੇ ਆ ਕਿ ਅਗਰ ਉਸ ਇੱਕ ਨੂੰ ਨਾ ਜਾਣਿਆ, ਤੂੰ ਦੁਨੀਆ ਦੀਆਂ ਸਾਰੀਆਂ ਚੀਜ਼ਾਂ ਜਾਣ ਲਈਆਂ, ਉਹ ਸਾਰੀਆਂ ਵਿਅਰਥ ਹੈ। ਉਹ ਇੱਕ ਨੂੰ ਸਮਝ ਲਿਆ ਤਾਂ ਫਿਰ ਸਮਝ ਲਿਆ ਤੂੰ ਸਭ ਕੁਝ ਸਮਝ ਲਿਆ, ਹੋਰ ਕੋਈ ਜਾਣਨ ਦੀ ਫਿਰ ਜ਼ਰੂਰਤ ਹੀ ਨਹੀਂ ਹੈ। ਕਿਉਂਕਿ ਅੰਦਰ ਨੂੰ ਜਦੋਂ ਜਾਣ ਲਿਆ ਮੇਰੇ ਅੰਦਰ ਕੀ ਹੈ, ਇਹ ਮੈਨੂੰ ਚਲਾਉਣ ਵਾਲੀ ਤਾਕਤ ਕੀ ਹੈ, ਤਾਂ ਜਦੋਂ ਉਹ ਚਲਾਉਣ ਵਾਲੀ ਤਾਕਤ ਨੂੰ ਸਮਝ ਲਿਆ ਤਾਂ ਫਿਰ ਸਮਝ ਆ ਜਾਂਦਾ ਪਰਮ ਪਿਤਾ ਪਰਮਾਤਮਾ, ਕਿਉਂਕਿ ਉਹਦਾ ਹੀ ਤਾਂ ਅੰਸ਼ ਹੈ ਇਹ ਸਾਡੀ ਆਤਮਾ। ਇਸ ਲਈ ਜਦੋਂ ਕਤਰਾ ਸਮਝ ਵਿੱਚ ਆ ਗਿਆ ਤਾਂ ਸਮੁੰਦਰ ਨੂੰ ਸਮਝਣਾ ਕੋਈ ਔਖਾ ਨਹੀਂ ਰਹਿ ਜਾਂਦਾ। ਇਸ ਲਈ ਉਹਨਾਂ ਨੇ ਅਗਲੀ ਲਾਈਨ 'ਚ ਕਿਹਾ, ਜੋ ਬੋ ਏਕ ਨਾ ਜਾਣਿਆ ਤੋ ਬਹੁ ਜਾਣੇ ਕਿਆ ਹੋਏ, ਏਕ ਤੇ ਸਭ ਕੁਝ ਹੋਤ ਹੈ, ਸਭ ਤੇ ਏਕ ਨਾ ਹੋਏ। ਉਹ ਕਹਿੰਦੇ ਇੱਕ ਤੋਂ ਹੀ ਤਾਂ ਸਭ ਕੁਝ ਬਣਿਆ ਹੈ, ਔਰ ਜੇ ਇਹ ਸਭ ਕੁਝ ਮਿਲ ਕੇ, ਇਹ ਖੰਡ ਬ੍ਰਹਿਮੰਡ ਮਿਲ ਕੇ ਸੋਚਣ ਕਿ ਅਸੀਂ ਇੱਕ ਪਰਮਾਤਮਾ ਨੂੰ ਬਣਾ ਦਈਏ ਤੇ ਪੂਰਾ ਬ੍ਰਹਿਮੰਡ
ਇਹ ਸੰਸਾਰ ਦਾ ਹਰ ਇਨਸਾਨ, ਹਰ ਤਾਕਤ ਮਿਲ ਜਾਵੇ ਤਾਂ ਪਰਮਾਤਮਾ ਨੂੰ ਨਹੀਂ ਬਣਾ ਸਕਦੀ, ਕਿਉਂਕਿ ਉਹ ਚਾਹਵੇ ਤਾਂ ਉਹਨਾਂ ਇਦਾਂ ਦੇ ਲੱਖਾਂ ਹੀ, ਜਿੱਦਾਂ ਅੱਜ ਵਿਗਿਆਨ ਵੀ ਇਹ ਚੀਜ਼ ਮੰਨਦਾ ਹੈ ਕਿ ਗੈਲੈਕਸੀ ਦੇ ਅੰਦਰ ਇਦਾਂ ਦੇ ਲੱਖਾਂ ਹੀ ਸੂਰਜ ਹੈ। ਹੁਣ ਗੁਰੂਆਂ ਰਹਿਬਰਾਂ ਨੇ ਤੇ ਬਹੁਤ ਸਾਲ ਪਹਿਲਾਂ ਹੀ ਇਹ ਗੱਲ ਕਹਿ ਦਿੱਤੀ ਸੀ ਕਿ ਲੱਖਾਂ ਹੀ ਸੂਰਜ ਹੈ, ਇਹ ਲੱਖਾਂ ਹੀ ਇਹ ਗੈਲੈਕਸੀਆਂ ਹੈ। ਵਿਗਿਆਨ ਤਾਂ ਅੱਜ ਮੰਨਿਆ ਹੈ। ਹੁਣ ਇੱਥੋਂ ਕੀ ਪਤਾ ਲੱਗਦਾ ਹੈ ਕਿ ਉਹਨਾਂ ਕੋਲ ਕੋਈ ਦੂਰਬੀਨਾਂ ਨਹੀਂ ਸੀ, ਉਹਨਾਂ ਕੋਲ ਕੋਈ ਯੰਤਰ ਨਹੀਂ ਸੀ ਕਿ ਉਹ ਦੇਖ ਪਾਣ, ਪਰ ਉਹਨਾਂ ਕੋਲ ਆਪਣੇ ਅੰਦਰ ਦਾ ਗਿਆਨ ਸੀ। ਔਰ ਜਿਹਦੇ ਕੋਲ ਅੰਦਰ ਦਾ ਗਿਆਨ ਹੋਵੇ ਉਹਨੂੰ ਬਾਹਰਲੇ ਯੰਤਰਾਂ ਦੀ ਲੋੜ ਨਹੀਂ ਪੈਂਦੀ, ਕਿਉਂਕਿ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਉਹ ਤਾਂ ਆਪਣੇ ਅੰਦਰ ਹੀ ਸਭ ਕੁਝ ਖੋਜ ਲੈਂਦੇ ਆ, ਦੇਖ ਲੈਂਦੇ ਹੈ। ਇਸ ਲਈ ਪਹਿਲਾ ਸਵਾਲ ਆਪਣੇ ਆਪ ਨੂੰ ਪੁੱਛੋ, ਮੈਂ ਕੌਣ ਹਾਂ? ਕੀ ਮੈਂ ਸਰੀਰ ਹਾਂ? ਜੇ ਮੈਂ ਸਰੀਰ ਹਾਂ ਤਾਂ ਉਹ ਕਿਹੜੀ ਤਾਕਤ ਹੈ ਜੋ ਨਿਕਲ ਜਾਂਦੀ ਹੈ ਤਾਂ ਸਰੀਰ ਪਿਆ ਰਹਿ ਜਾਂਦਾ, ਤਾਂ ਉਸ ਲਈ ਨਹੀਂ ਕਹਿੰਦਾ ਬੰਦਾ ਮੈਂ। ਹੁਣ ਮੁਰਦਾ ਸਰੀਰ ਨੂੰ ਪੁੱਛੋ ਕੌਣ ਹੈ ਤੂੰ, ਕੋਈ ਜਵਾਬ ਦੇਗਾ? ਇਹਦਾ ਮਤਲਬ ਸਰੀਰ ਨਹੀਂ ਹੈ, ਕੋਈ ਸੀਗਾ ਜੋ ਬੋਲਦਾ ਸੀ। ਜਿੱਦਾਂ ਬੁੱਲੇ ਸ਼ਾਹ ਨੇ ਕਿਹਾ, ਬੇਬੋਲਦੇ ਦੀ ਤੈਨੂੰ ਸਮਝ ਹੈ ਨਹੀਂ, ਜਿਹੜਾ ਨਿੱਤ ਤੇਰੇ ਵਿੱਚ ਬੋਲਦਾ ਏ। ਤੇਰੇ 'ਚ ਬੋਲ ਕੌਣ ਰਿਹਾ, ਤੈਨੂੰ ਉਹਦੀ ਸਮਝ ਹੀ ਹੈ ਨਹੀਂ। ਭੁੱਲਾ ਆਪ ਫਿਰੇ ਟੋਲੇ ਬਾਹਰ, ਉਸਨੂੰ ਵਾਂਗ ਮੁਰਗੀਆਂ ਦੇ ਕੂੜਾ ਫੋਲਦਾ ਏ। ਬਾਹਰ ਹੀ ਭੁੱਲਿਆ ਫਿਰਦਾ ਆ ਤੂੰ, ਕਦੀ ਆਪਣੇ ਅੰਦਰ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ। ਐਵੇਂ ਮੁਰਗੀਆਂ ਵਾਂਗੋਂ ਬਾਹਰ ਕੂੜਾ ਫਰੋਲ ਕੇ ਆਪਣੀ ਜ਼ਿੰਦਗੀ ਬਰਬਾਦ ਕਰਦਾ ਜਾ ਰਿਹਾ। ਉਹ ਹੀਰਾ, ਉਹ ਮੋਤੀ, ਉਹ ਲਾਲ ਤਾਂ ਤੇਰੇ ਅੰਦਰ ਬੈਠਾ ਹੈ। ਉਹ ਸਭ ਲਾਲੋं का लाल, ਉਹ परमात्मा प्रभु, ਉਹ परम शक्ति तेरे अंदर बैठी है। ਇਸ ਲਈ ਕੌਣ ਹੈ ਤੁਹਾਡੇ ਅੰਦਰ? ਕੌਣ ਹੋ ਤੁਸੀਂ? ਜਰਾ ਜਵਾਬ ਦਿਓ ਸਾਨੂੰ। ਤੁਸੀਂ ਸਰੀਰ ਨਹੀਂ ਹੋ, ਤੁਸੀਂ ਹੋ ਆਤਮਾ, ਜਿਹਨੂੰ ਪਰਮਾਤਮਾ ਦਾ ਅੰਸ਼ ਕਿਹਾ ਗਿਆ ਹੈ। ਔਰ ਯਾਦ ਰੱਖਣਾ, ਜਦੋਂ ਗੱਲ ਆਉਂਦੀ ਨਾ ਅਧਿਆਤਮ ਦੀ, ਤਾਂ ਅਧਿਆਤਮ ਦਾ ਮਾਰਗ ਕਿਹੜਾ ਕਿਹਾ ਜਾਂਦਾ ਹੈ? ਕਹਿੰਦੇ ਹੈ ਆਪਣੀ ਆਤਮਾ ਨੂੰ ਜਾਣਨਾ ਹੀ, ਆਪਣੀ ਆਤਮਾ ਦੀ ਖੋਜ ਹੀ ਅਧਿਆਤਮ ਹੈ। ਆਪਣੀ ਆਤਮਾ ਦਾ ਅਧਿਐਨ ਕਰਨਾ। ਜਿੱਦਾਂ ਬੰਦਾ ਕਹਿੰਦਾ ਮੈਂ ਸ਼ਾਸਤਰਾਂ ਦਾ ਅਧਿਐਨ ਕਰ ਰਿਹਾ ਹਾਂ, ਮੈਂ ਸ਼ਾਸਤਰਾਂ ਨੂੰ ਪੜ੍ਹ ਰਿਹਾ ਹਾਂ, ਮੈਂ ਸ਼ਾਸਤਰਾਂ 'ਚ ਦੇਖ ਰਿਹਾ ਕੀ ਲਿਖਿਆ ਹੈ। ਹੁਣ ਕੋਈ ਗੀਤਾ ਦਾ ਅਧਿਐਨ ਕਰ ਰਿਹਾ ਹੈ, ਉਹਨੂੰ ਪੜ੍ਹ ਰਿਹਾ, ਸਿੱਖ ਰਿਹਾ ਹੈ। ਕੋਈ ਕਿਸੇ ਚੀਜ਼ ਦਾ ਅਧਿਐਨ ਕਰ ਰਿਹਾ ਹੈ। ਹੁਣ ਅਧਿਆਤਮ ਦਾ ਮਤਲਬ ਹੈ ਆਪਣੀ ਆਤਮਾ ਦਾ ਅਧਿਐਨ ਕਰਨਾ, ਯਾਨੀ ਆਪਣੀ ਆਤਮਾ ਨੂੰ ਜਾਣਨ ਦੀ ਕੋਸ਼ਿਸ਼ ਦਾ ਨਾਮ ਹੀ ਅਧਿਆਤਮ ਹੈ। ਔਰ ਜਦੋਂ ਤੁਸੀਂ ਗੁਰੂ ਦੇ ਕੋਲੋਂ, ਮੁਰਸ਼ਿਦ ਦੇ ਕੋਲੋਂ ਸ਼ਬਦ ਲੈ ਕੇ ਆਪਣੀ ਆਤਮਾ ਨੂੰ ਅੰਦਰ ਜੋੜਦੇ ਹੋ, ਯਾਨੀ ਆਪਣੀ ਆਤਮਾ ਦੀ ਤਰਫ ਆਪਣੀ ਸੁਰਤੀ ਨੂੰ ਜੋੜਦੇ ਹੋ, ਤਾਂ ਫਿਰ ਤੁਹਾਡਾ ਅਧਿਆਤਮ ਦਾ ਮਾਰਗ ਸ਼ੁਰੂ ਹੁੰਦਾ। ਜਿੱਦਾਂ ਕਹਿੰਦੇ ਨਾ, ਇਹ ਬੱਚਾ ਸਕੂਲ ਜਾ ਰਿਹਾ ਹੈ, ਵਿਦਿਆਰਥੀ, ਕਿਉਂਕਿ ਵਿਦ ਦਾ ਮਤਲਬ ਹੁੰਦਾ ਜਾਣਨਾ, ਔਰ ਵਿਦਿਆ ਲਫ਼ਜ਼ ਜਿਹੜਾ ਬਣਿਆ ਹੈ ਨਾ, ਵਿਦ ਦਾ ਮਤਲਬ ਹੁੰਦਾ ਜਾਣਨਾ, ਔਰ ਵਿਦਿਆ ਦਾ ਮਤਲਬ ਹੁੰਦਾ ਹੈ ਜਾਣ ਲਿਆ ਗਿਆ। ਕਿ ਜਿਹੜੀ ਚੀਜ਼ ਨੂੰ ਜਾਣ ਲਿਆ ਉਹ ਸਾਡੇ ਵਾਸਤੇ ਵਿਦਿਆ ਹੋ ਗਈ। ਅਸੀਂ ਜਾਣ ਲਿਆ, ਇਹ ਕਿਤਾਬ ਵਿੱਚ ਕੀ ਲਿਖਿਆ, ਜਾਣ ਲਿਆ ਗਿਆ। ਇਹ ਚੀਜ਼ ਨੂੰ ਮੈਂ ਜਾਣ ਚੁੱਕਾ ਆ, ਉਹਨੂੰ ਵਿਦਿਆ ਕਹਿੰਦੇ ਹੈ। ਤਾਂ ਕੱਲਾ ਵਿਦ ਸੰਸਕ੍ਰਿਤ ਦਾ ਲਫ਼ਜ਼ ਹੈ ਵਿਦ, ਇਹਦਾ ਮਤਲਬ ਹੈ ਜਾਣਨਾ। ਔਰ ਵਿਦਿਆ ਜਿਹਨੂੰ ਮੈਂ ਜਾਣ ਚੁੱਕਾ ਹਾਂ। ਜਿੱਦਾਂ ਬੰਦਾ ਕਹਿੰਦਾ ਨਾ, ਸਕੂਲ ਜਾ ਕੇ ਮੈਨੂੰ ਵਿਦਿਆ ਮਿਲੀ। ਵਿਦਿਆ ਯਾਨੀ ਪੜ੍ਹਾਈ। ਸਕੂਲ ਜਾ ਕੇ ਮੈਨੂੰ ਵਿਦਿਆ ਮਿਲੀ, ਯਾਨੀ ਸਕੂਲ ਜਾ ਕੇ ਮੈਂ ਜਾਣ ਲਿਆ ਕਿ ਕਿਤਾਬਾਂ 'ਚ ਕੀ ਲਿਖਿਆ ਹੈ, ਬਾਹਰਲੀਆਂ ਕਿਤਾਬਾਂ 'ਚ ਕੀ ਲਿਖਿਆ ਹੈ, ਉਹਨੂੰ ਜਾਣਨਾ ਵਿਦਿਆ। ਪਰ ਆਪਣੇ ਆਪ ਨੂੰ ਜਾਣਨਾ ਕਿ ਮੇਰੇ ਅੰਦਰ ਬੈਠੀ ਕਿਹੜੀ ਸ਼ਕਤੀ ਚਲਾ ਰਹੀ ਹੈ, ਉਹ ਅਧਿਆਤਮ। ਜਦੋਂ ਆਪਣੀ ਆਤਮਾ ਨੂੰ ਪੜ੍ਹਦੇ ਹਾਂ ਅਸੀਂ। ਔਰ ਜਿੱਦਾਂ ਬਾਹਰਲਾ ਗਿਆਨ ਸਿੱਖਣ ਵਾਸਤੇ ਟੀਚਰ ਦੀ ਲੋੜ ਹੈ, ਜਿੱਦਾਂ ਬੱਚਾ ਕਹਿੰਦਾ ਨਾ ਮੈਂ ਵਿਦਿਆ ਲੈਣੀ ਹੈ, ਤਾਂ ਕੋਈ ਟੀਚਰ, ਕੋਈ ਸਿੱਖਿਅਕ, ਕੋਈ ਮਾਸਟਰ ਹੀ ਦੇ ਸਕਦਾ ਹੈ। ਤਾਂ ਇਸੇ ਤਰ੍ਹਾਂ ਜੇ ਆਪਣੀ ਆਤਮਾ ਨੂੰ ਜਾਣਨਾ ਹੈ, ਆਤਮਾ ਨੂੰ ਪੜ੍ਹਨਾ ਹੈ, ਤਾਂ ਉੱਥੇ ਟੀਚਰ ਹੈ ਗੁਰੂ। ਕਿਉਂਕਿ ਗੁਰੂ ਦਾ ਮਤਲਬ ਕਹਿੰਦਾ ਮਾਸਟਰ। ਇੰਗਲਿਸ਼ ਵਿੱਚ ਗੁਰੂ ਨੂੰ ਕੀ ਕਹਿ ਦਿੰਦੇ ਆ? ਪੜ੍ਹੇ ਲਿਖੇ ਬੈਠੇ ਹੋ ਤੁਸੀਂ, ਇੰਗਲਿਸ਼ ਵਿੱਚ ਗੁਰੂ ਨੂੰ ਕਹਿੰਦੇ ਹੈ ਨਾ ਮਾਸਟਰ ਜਾਂ ਟੀਚਰ। ਬੋਲੋ, ਸਮਝਦੇ ਹੋ ਕਿ ਨਹੀਂ? ਅਸੀਂ ਕਹਿੰਦੇ ਟੀਚਰ ਜੋ ਸਾਨੂੰ ਟੀਚ ਕਰਦਾ ਹੈ, ਜੋ ਸਾਨੂੰ ਗਿਆਨ ਦਿੰਦਾ ਹੈ। ਇसी तरह जो मुर्शद है वो समझ लो स्पिरिचुअल टीचर है। स्पिरिचुअल यानी रूहानियत का मास्टर, जो सानू रूहानियत के मार्ग की तरफ लैके जाता है। जे ऐसी रूहानियत नू समझना है, अपनी आत्म नू जानना है, तो फिर उत्थे मुर्शद की लोड़ है। इसलिए पहली चीज़ ये जान लो कि अध्यात्म का मार्ग उदों ही असीं शुरू करांगे जदों असीं विश्वास करांगे कि मैं शरीर नहीं हाँ, मैं आत्मा हाँ। क्योंकि जदों ਅਸੀਂ ਇਹ ਵਿਸ਼ਵਾਸ ਕਰਾਂਗੇ, ਇਹ ਜਾਣ ਲਵਾਂਗੇ ਕਿ ਮੈਂ ਸਰੀਰ ਨਹੀਂ ਹੈ, ਮੈਂ ਆਤਮਾ ਹੈ, ਤਾਂ ਫਿਰ ਬੰਦੇ ਅੰਦਰ ਇੱਛਾ ਪੈਦਾ ਹੁੰਦੀ ਕਿ ਮੈਂ ਜਾਣਨ ਦੀ ਕੋਸ਼ਿਸ਼ ਕਰਾਂ ਕਿ ਆਖਿਰ ਆਤਮਾ ਹੈ ਕੀ। ਬੋਲੋ, ਸਮਝਦੇ ਹੋ ਕਿ ਨਹੀਂ? ਇਸ ਲਈ ਪਹਿਲਾ ਸਵਾਲ ਹੈ ਮੈਂ ਕੌਣ ਹਾਂ, ਔਰ ਦੂਸਰਾ ਸਵਾਲ ਹੈ ਮੈਂ ਕੀ ਹਾਂ। ਫਿਰ ਉੱਥੇ ਆਉਂਦਾ ਹੈ ਮੈਂ ਕੀ ਹਾਂ, ਮੈਂ ਆਤਮਾ ਹਾਂ, ਔਰ ਕੀ ਹਾਂ, ਉਹਦੇ ਨੂਰ ਤੋਂ ਬਣੀ ਹੈ। ਜਿੱਦਾਂ ਬੰਦਾ ਕਹਿੰਦਾ ਨਾ ਇਹ ਤਾਂ ਮੈਂ ਜਾਣ ਲਿਆ, ਇਹ ਸੇਬ ਹੈ,
ਪਰ ਕੀ ਹੈ, ਮਿੱਠਾ ਆ ਖੱਟਾ ਆ, ਉਹ ਤਾਂ ਖਾ ਕੇ ਪਤਾ ਲੱਗਣਾ ਹੈ। ਇਸੇ ਤਰ੍ਹਾਂ ਇਹ ਤਾਂ ਮੈਂ ਮੰਨ ਲਿਆ ਕਿ ਮੈਂ ਆਤਮਾ ਆ, ਪਰ ਹੁਣ ਮੈਂ ਇਹ ਜਾਣਨਾ ਆ ਕਿ ਆਤਮਾ ਬਣੀ ਕਿੱਥੋਂ ਹੈ, ਇਹਦੀ ਮੰਜ਼ਿਲ ਕੀ ਹੈ। ਇਸ ਲਈ ਅਗਲਾ ਸਵਾਲ ਆਉਂਦਾ, ਮੈਂ ਆਇਆ ਕਹਾਂ ਸੇ ਹੂੰ। ਪੁੱਛਿਆ ਕਦੀ ਆਪਣੇ ਆਪ ਨੂੰ, ਕਿੱਥੋਂ ਆਏ ਹੋ ਤੁਸੀਂ? ਬੰਦਾ ਕਹਿੰਦਾ ਮਾਂ ਦੇ ਗਰਭ ਚੋਂ। ਤੇ ਇਹਦਾ ਮਤਲਬ 9 ਮਹੀਨੇ ਮਾਂ ਦੇ ਗਰਭ 'ਚ ਹੀ ਤੁਹਾਡਾ ਸਰੀਰ ਬਣਿਆ, ਉਸ ਤੋਂ ਪਹਿਲਾਂ ਤੁਸੀਂ ਹੈ ਨਹੀਂ ਸੀ। ਕਿਉਂਕਿ ਮਾਂ ਦੇ ਗਰਭ 'ਚ ਤਾਂ ਤੁਸੀਂ 9 ਮਹੀਨੇ ਰਹੇ ਜਾਂ 10 ਮਹੀਨੇ ਰਹੇ। ਹੁਣ ਮਾਂ ਦੇ ਗਰਭ 'ਚ ਵੀ ਡਾਕਟਰ ਦੱਸਦੇ ਹੈ ਕਿ ਜਦੋਂ ਬੱਚਾ, ਯਾਨੀ ਇਹ ਮਾਂ ਦਾ ਗਰਭ 40 ਦਿਨ ਤੋਂ ਉੱਪਰ ਹੁੰਦਾ ਹੈ, ਤਾਂ ਦੱਸਿਆ ਜਾਂਦਾ 44 ਤੋਂ 48 ਦਿਨਾਂ ਦੇ ਅੰਦਰ ਬੱਚੇ 'ਚ ਪ੍ਰਾਣ ਪੈਂਦੇ ਆ, ਬੱਚੇ ਦਾ ਦਿਲ ਧੜਕਣਾ ਸ਼ੁਰੂ ਹੁੰਦਾ, ਯਾਨੀ ਉਹਦੇ ਸਾਹ ਚੱਲਣੇ ਸ਼ੁਰੂ ਹੁੰਦੇ ਆ। ਉਸ ਤੋਂ ਪਹਿਲਾਂ ਉਹ ਡੈੱਡ ਹੁੰਦਾ ਹੈ। ਇਹਦਾ ਮਤਲਬ ਕੋਈ ਚੀਜ਼ ਆਈ, ਉਹ ਆਤਮਾ ਤੁਹਾਡੇ ਅੰਦਰ ਪ੍ਰਵੇਸ਼ ਕੀਤੀ, ਤਾਂ ਫਿਰ ਤੁਹਾਡੇ ਦਿਲ ਨੇ ਧੜਕਣਾ ਸ਼ੁਰੂ ਕੀਤਾ। ਇਹਦਾ ਮਤਲਬ ਆਈ, ਉਹਦੇ ਅੰਦਰ ਗਈ ਤਾਂ ਕਿਤੇ ਹੋਏਗੀ ਤਾਂ ਹੀ ਆਈ। ਬੰਦਾ ਕਹਿੰਦਾ ਨਾ ਹਵਾ ਆਈ, ਕਿਤੇ ਸੀਗੀ ਤਾਂ ਹੀ ਆਈ। ਇਹ ਤਾਂ ਹੈ ਨਹੀਂ ਇੱਥੋਂ ਪ੍ਰਗਟ ਹੋ ਕੇ ਤੇ ਇੱਥੇ ਗਾਇਬ ਹੋ ਗਈ। ਇਸ ਲਈ ਕੌਣ ਹੋ ਤੁਸੀਂ, ਆਏ ਕਿੱਥੋਂ ਹੋ? ਉਹ ਕਿਹੜੀ ਜਗ੍ਹਾ ਹੈ ਜਿੱਥੋਂ ਤੁਸੀਂ ਆਉਂਦੇ ਹੋ, ਇਹ ਸਰੀਰ 'ਚ ਪ੍ਰਵੇਸ਼ ਕਰਦੇ ਹੋ, ਔਰ ਫਿਰ ਜਦੋਂ ਕਹਿੰਦੇ ਆ ਮ੍ਰਿਤਿੂ, ਔਰ ਇਹ ਸਰੀਰ ਨੂੰ ਛੱਡ ਕੇ ਚਲੇ ਜਾਂਦੇ ਹੋ। ਬਸ ਉਹੀ ਹੈ ਸਾਡੀ ਅਸਲੀ ਮੰਜ਼ਿਲ। ਉਹਨੂੰ ਹੀ ਕਿਹਾ ਗਿਆ ਹੈ ਪ੍ਰਮਾਤਮਾ, ਜਿੱਥੋਂ ਇਹ ਆਤਮਾ ਜਨਮ ਲੈਂਦੀ ਹੈ। ਔਰ ਜਾਣਾ ਕਿੱਥੇ ਹੈ ਅਸੀਂ? ਅੱਜ ਜਿਹਨੂੰ ਬੰਦਾ ਮੌਤ ਕਹਿੰਦਾ ਹੈ, ਬੜੀ ਦਰਦਨਾਕ ਗੱਲ, ਬੜੀ ਪੀੜਾ ਵਾਲੀ ਗੱਲ। ਉਹ ਗੁਰੂ ਰਹਿਬਰ ਕਹਿੰਦੇ ਪੀੜਾ ਵਾਲੀ ਗੱਲ ਉਹਦੇ ਵਾਸਤੇ ਹੈ ਜਿਹੜਾ ਪਾਪ ਕਰਮ ਕਰਨ ਵਾਲਾ ਹੈ, ਜਿਹੜਾ ਧਿਆਨ ਨਹੀਂ ਕਰਦਾ, ਸਿਮਰਨ ਨਹੀਂ ਕਰਦਾ, ਉਹਦੇ ਵਾਸਤੇ ਪੀੜਾ ਹੈ। ਤਾਂ ਜਿਹੜਾ ਆਪਣੇ ਮਾਲਿਕ ਦਾ ਸਿਮਰਨ ਕਰਨ ਵਾਲਾ ਹੈ, ਆਪਣੇ ਮਾਲਿਕ ਦੀ ਬੰਦਗੀ ਕਰਨ ਵਾਲਾ ਹੈ, ਉਹਦੇ ਵਾਸਤੇ ਇਹ ਆਨੰਦ ਦੀ ਗੱਲ ਹੁੰਦੀ ਹੈ। ਇਹਦੇ ਕਹਿੰਦੇ ਹੈ ਕਿ ਜਿਹੜੇ ਆਸ਼ਿਕ ਹੈ ਨਾ, ਉਹ ਪਤਾ ਕੀ ਕਹਿੰਦੇ ਹੈ? ਕੌਣ कहता है कि आशिक मर गए? कौन कहता है कि आशिक मर गए? कैद से छूटे वो अपने घर गए। ਕਿਹੜਾ ਕਹਿੰਦਾ ਆਸ਼ਿਕ ਮਰ ਗਏ? ਰੱਬ ਦੇ ਪਿਆਰੇ ਮਰ ਗਏ। ਉਹ ਤਾਂ ਸਰੀਰ ਦੀ ਕੈਦ ਵਿੱਚ ਸੀ, ਅੱਜ ਛੁੱਟ ਗਏ, ਆਪਣੇ ਘਰ ਚਲੇ ਗਏ। ਔਰ ਇਹੀ ਤਾਂ ਆਨੰਦ ਦੀ ਗੱਲ ਹੈ। ਹੁਣ ਜਦੋਂ ਕਿਸੇ ਕੈਦੀ ਨੂੰ ਕੈਦ ਤੋਂ ਮੁਕਤੀ ਮਿਲਦੀ ਹੈ ਔਰ ਆਪਣੇ ਘਰ ਜਾਂਦਾ, ਤਾਂ ਖੁਸ਼ੀ ਦੀ ਗੱਲ ਹੁੰਦੀ ਹੈ ਜਾਂ ਦੁੱਖ ਦੀ? ਇਸੇ ਲਈ ਗੁਰੂਆਂ ਰਹਿਬਰਾਂ ਸੰਤਾਂ ਦੀਆਂ ਬਰਸੀਆਂ ਮਨਾਈਆਂ ਜਾਂਦੀਆਂ ਹੈ। ਜਾਂ ਅਸੀਂ ਦੇਖਦੇ ਹਾਂ ਕਿ ਪੀਰਾਂ ਫਕੀਰਾਂ ਦੇ ਉਰਸ ਮਨਾਏ ਜਾਂਦੇ ਆ। ਜਿਹੜੇ ਉਰਸ ਹੁੰਦੇ ਨੇ, ਜਿੱਦਾਂ ਬੰਦਾ ਕਹਿੰਦਾ ਅਜਮੇਰ ਵਾਲੇ ਖਵਾਜਾ ਜੀ ਦਾ ਉਰਸ ਆ ਗਿਆ, ਨਿਜ਼ਾਮੁਦੀਨ ਔਲੀਆ ਦਾ ਉਰਸ ਆ ਗਿਆ, ਬਾਬਾ ਬੁੱਲੇ ਸ਼ਾਹ ਦਾ ਉਰਸ ਆ ਗਿਆ। ਉਰਸ ਯਾਨੀ ਮੇਲਾ। ਉਹ ਉਰਸ ਕਿਹੜੇ ਦਿਨ ਮਨਾਇਆ ਜਾਂਦਾ ਹੈ? ਜਦੋਂ ਉਹਨਾਂ ਦੀ ਆਤਮਾ ਇਹ ਸੰਸਾਰ ਨੂੰ ਛੱਡ ਕੇ ਪਰਮਾਤਮਾ 'ਚ ਲੀਨ ਹੁੰਦੀ ਹੈ। ਉਰਸ ਉਦੋਂ ਮਨਾਇਆ ਜਾਂਦਾ ਹੈ। ਔਰ ਉਹ ਕਿਉਂ ਮੇਲਾ ਮਨਾਇਆ ਜਾਂਦਾ ਹੈ, ਕਿਉਂ ਖੁਸ਼ੀ ਮਨਾਈ ਜਾਂਦੀ ਹੈ? ਉਹ ਕਹਿੰਦੇ ਅੱਜ ਇਹ ਆਤਮਾ ਦਾ ਆਪਣੇ ਮਹਿਬੂਬ ਪਰਮਾਤਮਾ ਨਾਲ ਮੇਲ ਹੋਇਆ। ਖੁਸ਼ੀ ਦੀ ਗੱਲ ਹੈ। ਪਰ ਇਹ ਖੁਸ਼ੀ ਦੀ ਗੱਲ ਉਹਨਾਂ ਵਾਸਤੇ ਹੈ ਜਿਨ੍ਹਾਂ ਨੂੰ ਪਤਾ ਹੈ ਕਿ ਸਾਡੀ ਆਤਮਾ ਆਪਣੀ ਮੰਜ਼ਿਲ ਤੇ ਪਹੁੰਚਣੀ ਹੈ। ਤਾਂ ਜਿਨ੍ਹਾਂ ਨੂੰ ਪਤਾ ਸਾਡੇ ਕਰਮ ਹੀ ਐਸੇ ਹੈ ਕਿ ਆਤਮਾ ਭਟਕਦੀ ਫਿਰਨੀ ਹੈ, ਤਾਂ ਉਹਨਾਂ ਵਾਸਤੇ ਪੀੜਾ ਦੀ ਗੱਲ ਵੀ ਹੈ। ਤਾਂ ਹੀ ਤਾਂ ਕਿਸੇ ਨੇ ਸਹਿਜੋ ਬਾਈ ਨੂੰ ਪੁੱਛਿਆ ਸੀ ਕਿ ਇਹ ਸਹਿਜੋ, ਕਿਉਂਕਿ ਸਹਿਜੋ ਬਾਈ ਇੱਕ ਸੰਤ ਔਰਤ ਹੋਈ ਹੈ ਜਿਨ੍ਹਾਂ ਦੇ ਗੁਰੂ ਸੀ ਚਰਨਦਾਸ। ਔਰ ਸਹਿਜੋ ਨੇ ਜੀਵਨ ਬਾਰੇ ਬੜੀ ਗੱਲ, ਇਹ ਆਤਮਾ ਬਾਰੇ, ਜੀਵਨ ਬਾਰੇ ਬੜੀ ਗੱਲ ਬਰੀਕੀ ਨਾਲ ਦੱਸੀ ਹੈ। ਕਿਸੇ ਨੇ ਪੁੱਛਿਆ ਸਹਿਜੋ ਨੂੰ ਕਿ ਸਹਿਜੋ ਮੌਤ ਦੇ ਸਮੇਂ ਕਿੰਨੀ ਕੁ ਪੀੜਾ ਹੁੰਦੀ ਹੈ? ਤਾਂ ਸਹਿਜੋ ਨੇ ਕਿਹਾ ਜਿਹੜਾ ਪਾਪੀ ਆਦਮੀ ਹੁੰਦਾ ਨਾ, ਉਹ ਜਦੋਂ ਮਰਦਾ ਹੈ ਉਹਨੂੰ ਬੜੀ ਪੀੜਾ ਹੁੰਦੀ ਹੈ। ਉਹਦੇ ਬਾਰੇ ਸਹਿਜੋ ਨੇ ਆਪਣੀ ਬਾਣੀ 'ਚ ਦੱਸਿਆ ਹੈ ਕਿ ਪਾਪੀ ਆਦਮੀ ਜਦੋਂ ਮਰਦਾ ਹੈ, ਜੋ ਸਿਮਰਨ ਨਹੀਂ ਕਰਦਾ, ਜੋ ਨਾਮ ਨਹੀਂ ਜਪਦਾ, ਜੋ ਵਿਸ਼ਿਆਂ 'ਚ, ਵਿਕਾਰਾਂ 'ਚ, ਬੁਰਾਈਆਂ 'ਚ ਲੱਗਾ ਹੈ, ਜੋ ਦੂਜਿਆਂ ਨੂੰ ਤਕਲੀਫ ਦਿੰਦਾ ਹੈ, ਨਿੰਦਿਆ ਚੁਗਲੀ ਕਰਦਾ ਹੈ, ਗਾਲੀ ਗਲੋਚ ਕਰਦਾ ਹੈ, ਮਾੜੇ ਕਰਮ ਕਰਨ ਵਾਲਾ, ਉਹ ਪਾਪੀ ਇਨਸਾਨ ਜਦੋਂ ਮਰਦਾ ਹੈ ਤਾਂ ਉਹਨੂੰ ਇੰਨੀ ਪੀੜਾ ਹੁੰਦੀ ਹੈ। ਉਹਦੇ ਬਾਰੇ ਸਹਿਜੋ ਨੇ ਦੱਸਿਆ ਹੈ ਕਿ ਸਹਿਜੋ ਮ੍ਰਿਤਿਉ ਕੇ ਸਮੇਂ ਪੀੜਾ ਹੋਤ ਅਪਾਰ, ਲੱਖ ਕੋਟ ਬਿੱਛੂ ਜੋ ਡੰਕ ਮਾਰਤ ਇੱਕ ਬਾਰ। ਉਹ ਕਹਿੰਦੇ ਜਦੋਂ ਪਾਪੀ ਬੰਦਾ ਦੁਨੀਆ ਤੋਂ ਜਾਂਦਾ ਹੈ ਤਾਂ ਉਹਨੂੰ ਇੰਨੀ ਪੀੜਾ ਹੁੰਦੀ ਹੈ ਜਿੱਦਾਂ ਲੱਖਾਂ ਕਰੋੜਾਂ ਬਿੱਛੂ ਇਕੱਠੇ ਹੀ ਇੱਕ ਵਾਰ ਡੰਕ ਮਾਰ ਦੇਣ। ਇਦਾਂ ਬੰਦੇ ਦੇ ਅੰਦਰ ਜਲਨ ਹੁੰਦੀ, ਤੜਫਦਾ ਹੈ। ਇਸ ਲਈ ਤੁਸੀਂ ਕਈ ਵਾਰ ਦੇਖਿਆ ਹੋਵੇਗਾ, ਕਈ ਇਦਾਂ ਦੇ ਹੁੰਦੇ ਮਰਨ ਲੱਗੇ, ਕਹਿੰਦੇ ਹਾਏ ਬਚਾ ਲਓ, ਮੈਂ ਜਲ ਗਿਆ, ਮੈਂ ਮਰ ਗਿਆ, ਉਹ ਮੈਨੂੰ ਮਾਰ ਰਹੇ ਆ, ਉਹ ਮੈਨੂੰ ਸਾੜ ਰਹੇ ਆ। ਇਦਾਂ ਦੀਆਂ ਕਈ ਤੁਸੀਂ ਚੀਜ਼ਾਂ ਪਿੱਛੇ ਸਰਚ ਕਰੋ, ਤੁਹਾਨੂੰ ਮਿਲ ਸਕਦੀਆਂ ਹੈ। ਇਹ ਸਮਝਣਾ ਜ਼ਰਾ ਸਾਰੇ ਜੀ, ਇਦਾਂ ਦੀ ਬਹੁਤ ਚੀਜ਼ਾਂ। ਕਿਉਂਕਿ ਸਾਡੇ ਨਾਨਕੇ ਮਿੰਗਰਵਾਲ, ਉੱਥੇ ਇੱਕ ਔਰਤ ਦੀ ਮੌਤ ਜਦੋਂ ਲਾਗੇ ਆਈ ਤਾਂ ਬੜੀ ਚਿੱਲਾ ਰਹੀ। ਅਸੀਂ ਛੋਟੇ ਹੁੰਦੇ ਸੀ, ਬੜੇ ਮਾਲਕਾਂ ਨਾਲ ਉੱਥੇ ਗਏ, ਬੜੀ ਚਿੱਲਾ ਰਹੀ ਸੀ, ਉਹ ਮੈਨੂੰ ਯਮਦੂਤ ਮਾਰ ਰਹੇ ਆ, ਮੈਨੂੰ ਸਾੜ ਰਹੇ ਆ, ਬਚਾ ਲਓ ਬਚਾ ਲਓ। ਜਦ ਨੂੰ ਮਾਲਕ ਪਹੁੰਚੇ, ਦੇਖਿਆ ਕਿ ਬੜੀ ਤੜਫ ਰਹੀ ਸੀ,
ਤਾਂ ਮਾਲਕਾਂ ਨੇ ਉਹਦੇ ਮੰਜੇ ਕੋ ਖੜ ਕੇ ਉਹਦੇ ਸਿਰ ਤੇ ਹੱਥ ਰੱਖਿਆ, ਉਹਨੂੰ ਕਹੇ ਲੈ ਹੁਣ ਫਿਕਰ ਕਰਨ ਦੀ ਲੋੜ ਨਹੀਂ। ਤਾਂ ਨਾਲ ਹੀ ਉਹਦੇ ਹੱਥ ਜੁੜ ਗਏ। ਜਿਹੜੀ ਤੜਫ ਰਹੀ ਸੀ ਮੰਜੇ ਤੇ, ਇੱਦਾਂ ਤੜਫ ਰਹੀ ਸੀ ਜਿੱਦਾਂ ਵਾਕਈ ਬੜੀ ਪੀੜਾ 'ਚ ਹੁੰਦੀ ਹੈ, ਉਹਦਾ ਜਿਸਮ ਸ਼ਾਂਤ ਹੋ ਗਿਆ, ਹੱਥ ਜੁੜ ਗਏ, ਮਾਲਕਾਂ ਵੱਲ ਦੇਖ ਰਹੀ ਔਰ ਅੱਖਾਂ ਬੰਦ ਕਰ ਲਈਆਂ ਔਰ ਪ੍ਰਾਣ ਸ਼ਾਂਤੀ ਨਾਲ ਨਿਕਲ ਗਏ। ਹੁਣ ਗੁਰੂ ਦੀ ਜ਼ਰੂਰਤ ਕਿਉਂ ਹੈ ਸਾਨੂੰ? ਇੱਥੇ ਉਹੀ ਤਾਂ ਚੀਜ਼ ਹੈ ਕਿ ਬੇਲੀ ਬੇਲੀ ਹਰ ਕੋਈ ਆਖੇ, ਮੈਂ ਵੀ ਆਖਾਂ ਬੇਲੀ, ਪਰ ਉਸ ਵੇਲੇ ਦਾ ਬਸ ਮੁਰਸ਼ਦ ਬੇਲੀ ਜਦੋਂ ਚਲਸੀ ਜਾਨ ਅਕੇਲੀ। ਉਹਨਾਂ ਤਾਂ ਮਾਲਕਾਂ ਤੋਂ ਨਾਮਦਾਨ ਵੀ ਨਹੀਂ ਲਿਆ ਸੀ, ਤਾਂ ਵੀ ਮਾਲਕਾਂ ਨੇ ਜਾ ਕੇ ਉਹਨੂੰ ਪੀੜਾ ਚੋਂ ਮੁਕਤੀ ਦਵਾ ਦਿੱਤੀ। ਤਾਂ ਜ਼ਰਾ ਸੋਚੋ, ਜਿਹੜੇ ਉਹਨਾਂ ਦੇ ਨਾਮ ਨਾਲ ਜੁੜੇ ਆ, ਸ਼ਬਦ ਨਾਲ ਜੁੜੇ ਆ, ਫਿਰ ਉਹਨਾਂ ਨੂੰ ਤਾਂ ਮਾਲਕ ਆਪ ਹੀ ਲੈਣ ਆਉਂਦੇ ਤਾਂ ਆਪ ਹੀ ਲੈ ਜਾਂਦੇ ਹੈ। ਐਸੀਆਂ ਹਜ਼ਾਰਾਂ ਜੀਵਾਂ ਦੀਆਂ ਸੱਚੀਆਂ ਘਟਨਾਵਾਂ ਹੈ ਜਿਹੜੀਆਂ ਤੁਸੀਂ ਉਹ ਜੀਵਾਂ ਨੂੰ ਪੁੱਛ ਸਕਦੇ ਹੋ, ਉਹ ਜੀਵ ਦੱਸਣਗੇ ਹਾਂ ਵਾਕਈ। ਜ਼ਰਾ ਸਮਝਣਾ। ਹੁਣ ਸਹਿਜੋ ਬਾਈ ਦੱਸਦੀ ਹੈ ਆਪਣੀ ਬਾਣੀ ਦੇ ਵਿੱਚ ਕਿ ਜਦੋਂ ਪਾਪ ਕਰਨ ਵਾਲਾ ਇਨਸਾਨ ਮਰਦਾ ਹੈ ਤਾਂ ਫਿਰ ਇੰਨੀ ਪੀੜਾ ਹੁੰਦੀ ਜਿੱਦਾਂ ਲੱਖਾਂ ਕਰੋੜਾਂ ਬਿੱਛੂ ਉਹਨੂੰ ਡੰਕ ਮਾਰਦੇ ਹੈ। ਹਾਲਾਂਕਿ ਇੱਕ ਬਿੱਛੂ ਲੜ ਜਾਵੇ ਤਾਂ ਬੰਦਾ ਸਰੀਰ ਜਲਨ ਇੰਨੀ ਪੈਦਾ ਹੋ ਜਾਂਦੀ ਕਿ ਬਰਦਾਸ਼ਤ ਤੋਂ ਬਾਹਰ ਹੋ ਜਾਂਦੀ ਹੈ, ਪੂਰਾ ਸਰੀਰ ਜਲਦਾ ਹੈ, ਦਰਦ ਨਾਲ ਤੜਫਦਾ ਹੈ। ਫਿਰ ਸਹਿਜੋ ਨੇ ਤਾਂ ਕਿਹਾ ਲੱਖਾਂ ਕਰੋੜਾਂ ਬਿੱਛੂ ਜਿੱਦਾਂ ਇੱਕ ਵਾਰ ਹੀ ਡੰਕ ਮਾਰ ਦੇਣ, ਇੰਨੀ ਪੀੜਾ। ਤਾਂ ਕਿਸੇ ਨੇ ਪੁੱਛਿਆ ਫਿਰ ਜਦੋਂ ਸਿਮਰਨ ਕਰਨ ਵਾਲਾ ਧਿਆਨੀ ਜਾਂਦਾ ਹੈ ਉਹ ਕਿੱਦਾਂ? ਤਾਂ ਸਹਿਜੋ ਨੇ ਕਿਹਾ, ਹੱਥ ਤੇ ਫੁੱਲ ਰੱਖਿਆ, ਇੱਕ ਫੁੱਲ ਪਿਆ ਸੀ ਹੱਥ ਤੇ ਰੱਖਿਆ, ਕਹਿੰਦੇ ਚੱਕ ਲੈ ਇਹਨੂੰ। ਹੁਣ ਫੁੱਲ ਨੂੰ ਚੱਕਿਆ, ਕਹਿੰਦੇ ਕੋਈ ਪੀੜਾ ਹੋਈ? ਉਹ ਕਹਿੰਦੀ ਨਹੀਂ, ਬੜਾ ਹਲਕਾ ਜਿਹਾ ਚੱਕ ਲਿਆ। ਕਹਿੰਦੇ ਬਸ ਜਿਹੜਾ ਸਿਮਰਨ ਕਰਨ ਵਾਲਾ ਹੈ ਉਹਦੀ ਆਤਮਾ ਨੂੰ ਸਤਿਗੁਰੂ ਬਾਂਹ ਫੜ ਕੇ ਇੱਦਾਂ ਹੀ ਚੱਕ ਲੈਂਦਾ ਜਿੱਦਾਂ ਮਾਂ ਬੱਚੇ ਨੂੰ ਚੱਕ ਲੈਂਦੀ ਹੈ। ਬੱਚਾ ਲੇਟਿਆ ਹੋਵੇ ਨਾ ਬਿਸਤਰ ਤੇ, ਮਾਂ ਆਂਦੀ ਹੈ ਚੱਕ ਲੈਂਦੀ, ਬੱਚਾ ਖੁਸ਼ ਹੁੰਦਾ, ਰੋਂਦਾ ਨਹੀਂ ਹੈ, ਪੀੜਾ ਨਹੀਂ ਹੁੰਦੀ, ਬਲਕਿ ਖੁਸ਼ ਹੁੰਦਾ ਕਿ ਆਪਣੀ ਮਾਂ ਦੀ ਗੋਦ ਵਿੱਚ ਜਾ ਰਿਹਾ। ਇਹੀ ਤਾਂ ਹਾਲਤ ਹੁੰਦੀ ਹੈ। ਤਾਂ ਹੀ ਤਾਂ ਅਸੀਂ ਵੀ ਇੱਕ ਸ਼ਬਦ ਅੰਦਰ ਕਿਹਾ ਹੈ ਕਿ ਦਿਲ ਕਰਦਾ ਹੈ ਮਰ ਜਾਵਾਂ ਜਿਸ ਦਿਨ ਦਾ ਇਹ ਸੁਣਿਆ ਏ, ਮੇਰੀ ਰੂਹ ਨੂੰ ਲੈਣ ਲਈ ਮੇਰੇ ਗੌਸ ਨੇ ਆਣਾ ਹੈ। ਯਾਨੀ ਮੇਰੇ ਮੁਰਸ਼ਿਦ ਨੇ ਆਣਾ ਜਦੋਂ ਮੇਰੀ ਰੂਹ ਨੂੰ ਲੈਣ। ਤਾਂ ਫਿਰ ਹੁਣ ਡਰ ਕਾਹਦਾ ਰਹਿ ਗਿਆ? ਹੁਣ ਨਾ ਮੌਤ ਦਾ ਡਰ ਹੈ ਨਾ ਅਗਲੀ ਚਿੰਤਾ ਹੈ, ਕਿਉਂਕਿ ਜਦੋਂ ਆਪ ਹੀ ਅੱਗੇ ਖੜਾ ਹੋਣਾ ਹੈ ਤਾਂ ਫਿਰ ਉਹਦੇ ਨਾਲ ਜਾਣਾ। ਤਾਂ ਜਿੱਥੇ ਜਾਵਾਂਗੇ ਫਿਕਰ ਕਾਦੀ ਹੈ, ਆਨੰਦ ਵਿੱਚ ਹੀ ਜਾਵਾਂਗੇ, ਕਿਉਂਕਿ ਜਦੋਂ ਮੁਰਸ਼ਿਦ ਨਾਲ ਨਾਲ ਤੁਰਿਆ ਹੋਵੇ ਤਾਂ ਫਿਰ ਉਹ ਸਮਾਂ ਹੀ ਆਨੰਦਦਾਇਕ ਹੋ ਜਾਂਦਾ ਹੈ। ਉਹ ਤੋਂ ਬੜਾ ਆਨੰਦ ਹੋਰ ਕੀ ਹੈ? ਇਸ ਲਈ ਸਹਿਜੋ ਨੇ ਇੱਥੇ ਆਪਣੀ ਬਾਣੀ 'ਚ ਦੱਸਿਆ, ਕਿਸੇ ਨੇ ਆ ਕੇ ਸਹਿਜੋ ਬਾਈ ਨੂੰ ਪੁੱਛਿਆ, ਕਿਸੇ ਨੇ ਆ ਕੇ ਸਹਿਜੋ ਬਾਈ ਨੂੰ ਪੁੱਛਿਆ ਕਿ ਇਹ ਸਹਿਜੋ ਕਿ ਮਰਨ ਤੋਂ ਬਾਅਦ ਬੰਦੇ ਦੀ ਆਤਮਾ ਕਿੱਥੇ ਜਾਂਦੀ ਹੈ? ਮਰਨ ਤੋਂ ਬਾਅਦ ਬੰਦੇ ਦੀ ਆਤਮਾ ਕਿੱਥੇ ਜਾਂਦੀ ਹੈ, ਕਿਹੜੀ ਯੂਨੀ 'ਚ ਜਾਂਦੀ ਹੈ? ਤਾਂ ਉਹਦੇ ਬਾਰੇ ਵੀ ਸਹਿਜੋ ਬਾਈ ਨੇ ਸਹਿਜ ਪ੍ਰਕਾਸ਼, ਸਹਿਜੋ ਬਾਈ ਦੇ ਬਾਣੀ ਦਾ ਗ੍ਰੰਥ ਹੈ ਜਿਹਦਾ ਨਾਮ ਹੈ ਸਹਿਜ ਪ੍ਰਕਾਸ਼, ਉਹਦੇ ਅੰਦਰ ਸਹਿਜੋ ਬਾਈ ਨੇ ਬੜਾ ਪਿਆਰਾ ਦੱਸਿਆ ਹੈ। ਜਦੋਂ ਪੁੱਛਿਆ ਕਿ ਮਰਨ ਤੋਂ ਬਾਅਦ ਬੰਦੇ ਦੀ ਆਤਮਾ ਕਿੱਥੇ ਜਾਂਦੀ ਹੈ ਤਾਂ ਸਹਿਜੋ ਬਾਈ ਨੇ ਕਿਹਾ, ਹੁਣ ਜ਼ਰਾ ਸਮਝਣਾ, ਇੱਥੇ ਸਹਿਜੋ ਬਾਈ ਦੀ ਉਹ ਬਾਣੀ ਬਾਰੇ ਤੁਹਾਨੂੰ ਦੱਸਣ ਲੱਗੇ ਹਾਂ ਕਿ ਸਹਿਜੋ ਨੇ ਲਿਖਿਆ ਹੈ ਕਿ ਜਾ ਕੀ ਰਹੇ ਆਸ ਮੰਦਿਰ ਮੇ, ਮੰਦਰ ਕਹਿੰਦੇ ਘਰ ਨੂੰ, ਮੰਦਰ ਉਹ ਨਹੀਂ ਜਿੱਥੇ ਭਗਵਾਨ ਦੀ ਮੂਰਤ, ਕਿਉਂਕਿ ਘਰ ਨੂੰ ਵੀ ਮੰਦਰ ਕਿਹਾ ਜਾਂਦਾ ਹੈ। ਇਸ ਲਈ ਉਹਨਾਂ ਨੇ ਦੱਸਿਆ ਕਿ ਜਾ ਕੀ ਰਹੇ ਆਸ ਮੰਦਿਰ ਮੇ ਹੋਕਰ ਭੂਤ ਬਸੇ ਵੋ ਘਰ ਮੇ। ਜਰਾ ਧਿਆਨ ਦੇਣਾ, ਸਹਿਜੋ ਕਹਿੰਦੀ ਪੁੱਛ ਰਹੇ ਹੋ ਆਤਮਾ ਕਿੱਥੇ ਜਾਂਦੀ ਹੈ? ਤਾਂ ਹੁਣ ਕੱਲੀ ਕੱਲੀ ਚੀਜ਼ ਉਹ ਦੱਸਦੇ ਆ ਆਪਣੀ ਬਾਣੀ ਦੇ ਵਿੱਚ ਕਿ ਜਿਹਦੀ ਆਸ, ਜਿਹਦੀ ਵਾਸਨਾ ਮੰਦਰ 'ਚ ਰਵੇ, ਆਪਣੇ ਘਰ 'ਚ ਰਵੇ, ਉਹ ਫਿਰ ਭੂਤ ਬਣ ਕੇ, ਪ੍ਰੇਤ ਬਣ ਕੇ ਉਹ ਘਰ 'ਚ ਹੀ ਘੁੰਮਦਾ ਹੈ। ਕਿਉਂਕਿ ਜਰਾ ਸਮਝਣਾ, ਇਸ ਲਈ ਉਹਨਾਂ ਨੇ ਕਿਹਾ ਜਾ ਕੀ ਰਹੇ ਆਸ ਮੰਦਿਰ ਮੇ होकर भूत बसे वो घर में, रहे वासना द्रव्या मंझारा, जन्मे नाग होए फुनकारा। द्रव्या कह दिंदे धन नूं, कहंदे जेदी वासना धन च रहिंदी है। हुण वासना लफ्ज़ नूं भी थोड़ा जिहा समझ लईए असीं, वासना किहनूं किहा जांदा है? बंदा वासना नूं काम दे नाल जोड़ दिंदा है, पर वासना दा मतलब ਉਹੀ नहीं हुंदा कि काम वासना। वासना लफ्ज़ दो चीज़ां तो बनिया है, वाह आसन। जरा गौर करना, जिद्दां ही किसी कह देंगे ना आ बंदा बेखुदा है और आ वाह खुदा है। बेखुदा जिहड़ा रब नूं नहीं मनदा, वाह खुदा जिहड़ा रब नूं मनण वाला है। यही कहंदे बेपरवाह, आ बापरवाह। बेपरवाह जिहनूं किसी दी परवाह नहीं हुंदी, बापरवाह जिहदे अंदर सब दी परवाह है। समझदे हो कि नहीं? इसलिए जी जिथे बे ला दिंदे है ਇਹਦਾ मतलब बंदे को चीज़ नहीं है, जिथे वाह ला दिंदे ਇਹਦਾ मतलब चीज़ ਇਹਦੇ अंदर बस चुकी है। इसलिए वाह का मतलब होंगे किसी चीज़ का साडे अंदर होना, और आसन का मतलब हुण वो चीज़ साडे अंदर आसन ला के बैठ गई है।
ਇਸ ਲਈ ਜਦੋਂ ਕਹਿੰਦੇ ਕਾਮ ਵਾਸਨਾ, ਤੇ ਇਹਦਾ ਮਤਲਬ ਹੁਣ ਕਾਮ ਇਹਦੇ ਅੰਦਰ ਵਾਸ ਕਰ ਚੁੱਕਾ ਹੈ, ਆਸਣ ਲਾ ਕੇ ਬੈਠ ਚੁੱਕਾ ਹੈ। ਹੁਣ ਜ਼ਰਾ ਧਿਆਨ ਦੇਣਾ, ਔਰ ਜਦੋਂ ਆਸਣ ਦੀ ਗੱਲ ਆਉਂਦੀ ਹੈ, ਵਾਹ ਆਸਨਾ, ਤਾਂ ਉਹ ਇੱਥੇ ਆਸਣ ਲਾ ਕੇ, ਸਾਡੇ ਮਨ 'ਚ ਆਸਣ ਲਾ ਕੇ ਉਹ ਚੀਜ਼ ਜਦੋਂ ਬਹਿ ਜਾਵੇ ਉਹ ਸਾਨੂੰ ਖਰਾਬ ਕਰਦੀ ਹੈ। ਜ਼ਰਾ ਸਮਝਣਾ ਸਾਰੇ ਜੀ। ਇਸ ਲਈ ਅਸੀਂ ਲੋਭ ਵਾਸਨਾ ਵੀ ਕਹਿ ਸਕਦੇ ਹਾਂ ਕਿ ਇਹਦੇ ਅੰਦਰ ਲੋਭ ਦਾ ਜਿਹੜਾ ਵਾਸਨਾ, ਇਹਦੇ ਅੰਦਰ ਲੋਭ ਆਸਣ ਲਾ ਕੇ ਬਹਿ ਚੁੱਕਾ। ਹੁਣ ਹਰ ਚੀਜ਼ 'ਚੋਂ ਇਹ ਲੋਭੀ ਬੰਦਾ ਹੈ, ਇਹ ਲੋਭ ਹੀ ਕਰਦਾ ਹੈ, ਮੈਨੂੰ ਇੱਥੋਂ ਆਹ ਫਾਇਦਾ ਹੋ ਜਾਵੇ, ਮੈਨੂੰ ਉੱਥੋਂ ਉਹ ਫਾਇਦਾ ਹੋ ਜਾਵੇ। ਇਸ ਲਈ ਜਦੋਂ ਕੋਈ ਚੀਜ਼, ਹੁਣ ਸਮਝ ਲਓ ਕਿ ਜਦੋਂ ਤੁਹਾਡੇ ਅੰਦਰ ਭਗਤੀ ਆਪਣਾ ਆਸਣ ਲਾ ਕੇ ਬਹਿ ਜਾਵੇ ਤਾਂ ਫਿਰ ਹੋ ਜਾਂਦੀ ਭਗਤੀ ਵਾਸਨਾ। ਯਾਨੀ ਹੁਣ ਭਗਤੀ ਨੇ ਤੇਰੇ ਅੰਦਰ ਆਸਣ ਲਾ ਲਿਆ। ਹੁਣ ਹਰ ਵੇਲੇ ਉੱਠਦਾ ਬੈਠਦਾ ਤੂੰ ਭਗਤੀ ਬਾਰੇ ਹੀ ਸੋਚਦਾ ਹੈ, ਉਹਦੇ ਸ਼ਬਦ ਬਾਰੇ ਹੀ ਸੋਚਦਾ ਹੈ। ਇਸ ਲਈ ਕਈ ਵਾਰ ਸ਼ਬਦਾਂ ਦਾ ਅਰਥ ਕੁਛ ਹੁੰਦਾ ਹੈ, ਪਰ ਅਸੀਂ ਉਹਦਾ ਅਰਥ ਕੱਢ ਕੁਛ ਦਿੰਦੇ ਆ। ਜਦੋਂ ਵਾਸਨਾ ਦੀ ਗੱਲ ਆਈ, ਉਹ ਬੰਦਾ ਬੜਾ ਵਾਸਨਾ ਦਾ ਭਰਿਆ ਹੈ। ਭਾਈ ਕਾਹਦੀ ਵਾਸਨਾ ਹੈ? ਕਿਉਂਕਿ ਵਾਸਨਾ ਕਾਮ ਵੀ ਹੋ ਸਕਦੀ ਹੈ, ਵਾਸਨਾ ਕ੍ਰੋਧ ਦੀ ਵੀ ਹੋ ਸਕਦੀ, ਕ੍ਰੋਧ ਇਹਦੇ ਅੰਦਰ ਡੇਰਾ ਲਾ ਕੇ ਬਹਿ ਗਿਆ। ਵਾਸਨਾ ਲੋਭ ਦੀ ਵੀ ਹੋ ਸਕਦੀ ਹੈ ਕਿ ਬੜਾ ਲਾਲਚੀ ਬੰਦਾ ਹਰ ਵੇਲੇ ਪੈਸਾ ਪੈਸਾ ਹੀ ਸੋਚਦਾ, ਕਿਉਂਕਿ ਦਿਮਾਗ ਵਿੱਚ ਆਸਣ ਦਾ ਮਤਲਬ ਹੈ ਕਿ ਹੁਣ ਉਹਦੇ ਬਾਰੇ ਹਰ ਵੇਲੇ ਸੋਚਣਾ। ਹੁਣ ਉਹੀ ਗੱਲ ਹਰ ਵੇਲੇ ਬਾਰ-ਬਾਰ ਚਲੀ ਜਾਣੀ। ਜਿੱਦਾਂ ਬੰਦਾ ਕਹਿੰਦਾ ਮੇਰੇ ਦਿਮਾਗ 'ਚ ਇਹ ਗੱਲ ਬਹਿ ਗਈ, ਕਹਿ ਦਿੰਦੇ ਨੇ ਕਈ ਵਾਰ, ਯਾਰ ਆਹ ਗੱਲ ਮੇਰੇ ਦਿਮਾਗ 'ਚ ਬਹਿ ਗਈ, ਹੁਣ ਨਿਕਲਣੀ ਨਹੀਂ ਹੈ। ਇਹਨੂੰ ਕਹਿੰਦੇ ਆਸਣ, ਕਿ ਉਹ ਚੀਜ਼ ਨੇ ਤੇਰੇ ਦਿਮਾਗ ਤੇ ਆਪਣਾ ਆਸਣ ਲਾ ਲਿਆ। ਹੁਣ ਜਦੋਂ ਹਰ ਵੇਲੇ ਬੰਦੇ ਨੇ ਕਾਮ ਬਾਰੇ ਹੀ ਸੋਚੀ ਜਾਣਾ ਹੈ, ਤੁਰਦਾ ਫਿਰਦਾ, ਉੱਠਦਾ ਬੈਠਦਾ, ਟੀਵੀ ਦੇਖਦਾ ਤਾਂ ਕਾਮ, ਮੋਬਾਈਲ ਦੇਖਦਾ ਤਾਂ ਕਾਮ, ਅਖਬਾਰ ਪੜ੍ਹਨੀ ਤਾਂ ਕਾਮ, ਕੋਈ ਰਸਾਲਾ ਪੜ੍ਹਨਾ ਤਾਂ ਕਾਮ, ਤਾਂ ਸਮਝ ਲਓ ਇਹ ਕਾਮ ਵਾਸਨਾ ਨਾਲ ਭਰ ਗਿਆ, ਕਿਉਂਕਿ ਕਾਮ ਨੇ ਇਹਦੇ ਦਿਮਾਗ 'ਚ ਆਸਣ ਲਾ ਲਿਆ। ਹੁਣ ਇੱਕ ਬੰਦਾ ਹਰ ਵੇਲੇ ਕ੍ਰੋਧ ਕ੍ਰੋਧ ਕ੍ਰੋਧ, ਬੱਚਿਆਂ ਨਾਲ ਕ੍ਰੋਧ, ਪਤਨੀ ਨਾਲ ਕ੍ਰੋਧ, ਪਤੀ ਨਾਲ ਕ੍ਰੋਧ, ਦੂਜਿਆਂ ਨਾਲ ਕ੍ਰੋਧ ਕ੍ਰੋਧ, ਤਾਂ ਇਹਦਾ ਮਤਲਬ ਇਹਦੇ ਦਿਮਾਗ 'ਚ ਕ੍ਰੋਧ ਆਪਣਾ ਆਸਣ ਲਾ ਕੇ ਬਹਿ ਗਿਆ। ਜਿੱਦਾਂ ਬੰਦਾ ਕਹਿੰਦਾ ਹਰ ਵੇਲੇ ਤੇਰੇ ਅੰਦਰ ਕ੍ਰੋਧ ਹੀ ਭਰਿਆ ਰਹਿੰਦਾ ਹੈ, ਆਹ ਕ੍ਰੋਧ ਤੇਰੇ ਦਿਮਾਗ 'ਚ ਬਹਿ ਗਿਆ। ਜਦੋਂ ਬੁਰੀ ਚੀਜ਼ ਕੋਈ ਸਾਡੇ ਅੰਦਰ ਬਹਿ ਜਾਂਦੀ ਹੈ ਤਾਂ ਉਹਨੂੰ ਕਹਿ ਦਿੰਦੇ ਬੁਰਾਈਆਂ ਦਾ ਆਸਣ ਲੱਗ ਗਿਆ ਸਾਡੇ ਦਿਮਾਗ ਤੇ। ਤਾਂ ਜਦੋਂ ਕੋਈ ਚੰਗੀ ਚੀਜ਼ ਸਾਡੇ ਅੰਦਰ ਬੈਠ ਜਾਂਦੀ ਹੈ ਤਾਂ ਉਹ ਹੁੰਦਾ ਅੱਛਾਈ ਦਾ ਆਸਣ। ਇਹ ਥੋੜਾ ਜਿਹਾ ਆਪਣੇ ਦਿਮਾਗ ਨੂੰ ਚੈੱਕ ਕਰੋ ਕਿ ਇਹਦੇ ਅੰਦਰ ਬੁਰੀ ਵਾਸਨਾ ਬੈਠੀ ਹੈ ਜਾਂ ਅੱਛੀ ਵਾਸਨਾ ਬੈਠੀ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਇਸ ਲਈ ਇੱਥੇ ਸਹਿਜੋ ਦੱਸਦੀ ਹੈ ਕਿ ਰਹੇ ਵਾਸਨਾ ਦਰਬਿਆ ਮੰਝਾਰਾ, ਜਨਮੇ ਨਾਗ ਹੋਏ ਫੁਨਕਾਰਾ। ਕਿ ਜਿਹਦੀ ਵਾਸਨਾ ਧਨ ਵਿੱਚ ਰਹਿੰਦੀ ਹੈ, ਹੁਣ ਠੀਕ ਹੈ ਧਨ ਦੀ ਸਾਨੂੰ ਜ਼ਰੂਰਤ ਹੈ ਜੀਵਨ ਦੇ ਵਿੱਚ, ਕੱਪੜਾ ਲੈਣਾ ਹੈ ਧਨ ਲੋੜ ਹੈ, ਰੋਟੀ ਖਾਣੀ ਹੈ ਧਨ ਦੀ ਲੋੜ ਹੈ, ਘਰ ਦੇ ਹੋਰ ਖਰਚੇ ਚਲਾਣੇ ਆ ਧਨ ਦੀ ਲੋੜ ਹੈ, ਉਹ ਧਨ ਦੀ ਜ਼ਰੂਰਤ ਹੈ, ਠੀਕ ਹੈ। ਪਰ ਜਦੋਂ ਧਨ ਆਸਣ ਲਾ ਕੇ ਬਹਿ ਜਾਵੇ, ਹਰ ਵੇਲੇ ਧਨ 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 ਹੀ ਕਰੀ ਜਾਈਏ, ਧਨ ਤੋਂ ਸਿਵਾ ਦਿਸੇ ਹੀ ਕੁਛ ਨਾ, ਕੋਈ ਰਿਸ਼ਤਾ ਨਜ਼ਰ ਨਾ ਆਵੇ, ਕੋਈ ਪਿਆਰ ਨਜ਼ਰ ਨਾ ਆਵੇ, ਹਰ ਵੇਲੇ ਧਨ ਹੀ ਹੋਵੇ, ਤੇ ਇਹਦਾ ਮਤਲਬ ਹੁਣ ਧਨ ਵਾਸਨਾ ਬਣ ਕੇ ਬੈਠ ਗਿਆ। ਹੁਣ ਮਰਨ ਤੋਂ ਬਾਅਦ ਤੂੰ ਸੱਪ ਦੀ ਜੂਨੀ ਜਾਣਾ ਹੈ। ਜਰਾ ਸਮਝਣਾ। ਹੁਣ ਕਈ ਕਹਿ ਦਿੰਦੇ ਆ ਮਰਨ ਤੋਂ ਬਾਅਦ ਬੰਦੇ ਦੀ ਜੂਨ 'ਚ ਹੀ ਜਾਂਦਾ ਹੈ, ਪਰ ਇੱਥੇ ਸ਼੍ਰੀ ਕ੍ਰਿਸ਼ਨ ਦੀ ਗੀਤਾ ਪੜ੍ਹ ਕੇ ਦੇਖ ਲਓ, ਉੱਥੇ ਵੀ ਸ਼੍ਰੀ ਕ੍ਰਿਸ਼ਨ ਨੇ ਦੱਸਿਆ ਹੈ, ਤੇ ਇੱਥੇ ਸਹਿਜੋ ਬਾਈ ਵੀ ਦੱਸ ਰਹੀ ਹੈ ਕਿ ਬੰਦੇ ਦੀ ਜੈਸੀ ਵਾਸਨਾ ਹੁੰਦੀ ਹੈ ਨਾ, ਬੰਦਾ ਉਸੇ ਯੂਨੀ 'ਚ ਚਲਾ ਜਾਂਦਾ ਹੈ। ਕਿਉਂਕਿ ਪ੍ਰਮਾਤਮਾ ਨੇ ਤੁਹਾਨੂੰ ਇਹ ਸਰੀਰ ਦਿੱਤਾ, ਜਿੱਦਾਂ ਕਹਿੰਦੇ ਨਾ ਭਜ ਗੋਬਿੰਦ ਭੂਲ ਮਤ ਜਾਹਾ, ਮਾਨੁਸ਼ ਜਨਮ ਕਾ ਬੋਲ ਦਿਓ ਇਹੋ ਲਾਹਾ। ਪਰਮਾਤਮਾ ਨੇ ਤੈਨੂੰ ਮਨੁੱਖਾ ਜਨਮ ਦਿੱਤਾ ਇਹ ਲਾਹਾ ਲੈਣ ਵਾਸਤੇ ਕਿ ਤੂੰ ਆਪਣੇ ਗੋਬਿੰਦ ਨੂੰ ਭਜੇ, ਆਪਣੇ ਮਾਲਿਕ ਨੂੰ, ਪਰਮਾਤਮਾ ਨੂੰ ਯਾਦ ਕਰੇ, ਆਪਣੀ ਸੁਰਤੀ ਨੂੰ ਉਹਦੇ ਨਾਲ ਜੋੜੇ। ਪਰ ਯਾਦ ਕਰੋ, ਜਦੋਂ ਯਾਦ ਰੱਖੋ ਇੰਨੀ ਗੱਲ ਨੂੰ ਕਿ ਜਦੋਂ ਤੁਸੀਂ ਰੱਬ ਨੂੰ ਭੁੱਲ ਕੇ ਧੰਨ 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 ਹੀ ਕਰੀ ਜਾਓਗੇ ਤਾਂ ਰੱਬ ਨੇ ਪਤਾ ਕੀ ਕਹਿਣਾ ਹੈ, ਇਹ ਮਨੁੱਖਾ ਯੋਨੀ ਤਾਂ ਲਾਹਾ ਸੀ ਮੈਨੂੰ ਮਿਲਣ ਦੀ, ਪਰ ਇਹਨੂੰ ਧੰਨ ਚਾਹੀਦਾ ਸੀ, ਇਸ ਲਈ ਇਹਨੂੰ ਸੱਪ ਬਣਾ ਕੇ ਧੰਨ ਤੇ ਬਿਠਾ ਦਿਓ, ਕਿਉਂਕਿ ਮੇਨ ਧੰਨ ਜ਼ਰੂਰੀ ਹੈ ਇਹਦੇ ਵਾਸਤੇ। ਔਰ ਹੁਣ ਸੱਪ ਤੁਸੀਂ ਦੇਖੇ ਨਾ ਧੰਨ ਤੇ ਪੇੜੂ ਮਾਰ ਕੇ ਬੈਠੇ ਹੁੰਦੇ, ਕਿਉਂਕਿ ਧੰਨ ਧੰਨ ਕਰਦੇ ਸੀ, ਉਹਨੂੰ ਸੱਪ ਬਣਾ ਕੇ ਬਿਠਾ ਦਿੰਦੇ ਕਿ ਤੂੰ ਧੰਨ ਮੰਗਿਆ ਸੀ, ਉਹਨੂੰ ਧੰਨ ਹੀ ਲੈ। ਹੁਣ ਬੰਦਾ ਕਵੇ ਕਿ ਨਹੀਂ ਮਰਨ ਤੋਂ ਬਾਅਦ ਫਿਰ ਮਨੁੱਖਾ ਦੇਹੀ ਮਿਲਣੀ ਹੈ, ਤਾਂ ਰੱਬ ਨੇ ਕਿਉਂ ਦੇਣੀ ਸਾਨੂੰ, ਜਦੋਂ ਕਿ ਉਹ ਮਨੁੱਖਾ ਦੇਹੀ ਦਾ ਜੋ ਲਾਹਾ ਹੈ ਅਸੀਂ ਉਹਦੇ ਵਾਸਤੇ ਕੋਸ਼ਿਸ਼ ਹੀ ਨਹੀਂ ਕੀਤੀ। ਫਿਰ ਰੱਬ ਨੇ ਪਤਾ ਕੀ ਕਹਿਣਾ, ਇੱਕ ਵਾਰ ਦਿੱਤੀ ਸੀ ਤੂੰ ਮਾੜੀ ਜਿਹੀ ਵੀ ਕੋਸ਼ਿਸ਼ ਨਹੀਂ ਕੀਤੀ, ਚੱਲ ਜੇ ਤੂੰ ਨਾਮਦਾਨ ਲਿਆ ਹੁੰਦਾ, ਭਗਤੀ ਕੀਤੀ ਹੁੰਦੀ, ਮੈਨੂੰ ਲੱਗਦਾ ਤੂੰ ਕੋਸ਼ਿਸ਼ ਕੀਤੀ ਤਾਂ ਮੈਂ ਤੈਨੂੰ ਦੁਬਾਰਾ ਮੌਕਾ ਦਿੰਦਾ, ਪਰ ਤੂੰ ਤਾਂ ਇਹ ਦੇਹੀ ਸਿਮਰਨ ਕਰਨ ਵਾਸਤੇ ਮਿਲੀ ਸੀ, ਗੁਰੂ ਦੀ ਸੇਵਾ ਵਾਸਤੇ ਮਿਲੀ ਸੀ, ਉਹ ਤੂੰ ਕੀਤਾ ਨਹੀਂ, ਧੰਨ ਪਿੱਛੇ ਹੀ ਦੌੜਦਾ ਰਿਹਾ, ਤਾਂ ਹੁਣ ਤੂੰ ਪੇੜੂ ਬਣਾ ਕੇ ਧੰਨ ਤੇ ਹੀ ਬੈਠ, ਨਾ ਕਿਸੇ ਨੂੰ ਖਰਚਣ ਦੇ ਤਾਂ ਨਾ ਆਪ ਖਰਚ। ਕਿਉਂਕਿ ਧਨੀ ਬੰਦਾ ਇਹੀ ਕਹਿੰਦਾ ਨਾ, ਮੇਰੇ ਪੱਲਿਓਂ ਜਾਵੇ ਨਾ ਤਾਂ ਦੂਜਾ ਕੋਈ ਇਹੀ ਮੇਰੇ ਕੋ ਖੋਵੇ ਨਾ, ਇਹੀ ਹੁੰਦਾ ਨਾ ਤੁਹਾਡੀ ਜੇਬ 'ਚ ਹੈ। ਜੇ ਧਨ ਨਾਲ ਪਿਆਰ ਕਰਦੇ ਤੁਸੀਂ ਕੰਜੂਸੀ ਕਰਨੀ ਹੈ, ਕਿਤੇ ਖਰਚਣਾ ਨਾ ਪੈ ਜਾਵੇ, ਇਹਨੂੰ ਸੰਭਾਲ ਕੇ ਰੱਖਾਂ, ਤਾਂ ਇਹ ਵੀ ਡਰਨਾ ਕੋਈ ਦੂਜਾ ਲੈ ਨਾ ਜਾਵੇ।
ਹੁਣ ਸੱਪ ਵੀ ਕੀ ਕਰਦਾ ਹੈ, ਉਹਨੇ ਆਪ ਖਰਚਣਾ ਨਹੀਂ ਕਿਤੇ, ਤਾਂ ਕੋਈ ਦੂਜਾ ਆਵੇ ਫਰਾਟੇ ਮਾਰਨੇ, ਡਰਾਣਾ ਉਹਨੂੰ, ਦੌੜ ਜਾ ਇੱਥੋਂ। ਫਿਰ ਧਨ ਤੇ ਸੱਪ ਬਣ ਕੇ ਬੈਠਣਾ ਬੰਦੇ ਨੇ, ਸੋਚ ਕੇ ਦੇਖੋ ਜ਼ਰਾ। ਇਸ ਲਈ ਸਹਿਜੋ ਕਹਿੰਦੀ ਹੈ ਕਿ ਜਿਹਦੇ ਅੰਦਰ ਮਕਾਨਾਂ ਦੀ ਵਾਸਨਾ ਭਰ ਜਾਂਦੀ ਹੈ, ਬਸ ਉਹ ਮਕਾਨਾਂ ਬਾਰੇ ਹੀ ਸੋਚਦਾ ਰਹਿੰਦਾ ਹੈ, ਉਹ ਪ੍ਰੇਤ ਬਣ ਕੇ ਘੁੰਮੇਗਾ ਉੱਥੇ। ਇਸ ਲਈ ਉਹਨਾਂ ਨੇ ਕਿਹਾ, ਜਾ ਕੀ ਰਹੇ ਆਸ ਮੰਦਰ में होके प्रेत भूत बसे वो घर में, रहे वासना द्रव्या मंझारा, जन्मे नाग होए फुनकारा, रहे वासना त्रिया माही, कोड़ी स्वान धरे तन ताही, रहे वासना त्रिया माही, कोड़ी स्वान धरे तन ताही। त्रिया कहते औरत नूं, कहते जिस बंदे दे अंदर इन्ना काम हुंदा है कि औरत बारे सोचदा सोचदा मर जाता है, ਕਹਿੰਦੇ ਉਹ ਕੋੜੀ ਸਵਾਨ, ਕਈ ਕੁੱਤੇ ਦੇਖੇ ਨਾ ਜਿਹੜੇ ਜ਼ਖਮੀ ਹੁੰਦੇ ਆ, ਕਹਿੰਦੇ ਉਹ ਕੋੜੀ ਸਵਾਨ, ਸਵਾਨ ਕਹਿ ਦਿੰਦੇ ਕੁੱਤੇ ਨੂੰ, ਕੋੜੀ ਕਹਿ ਦਿੰਦੇ ਆ ਜਿਹੜਾ ਕਿ ਤਕਲੀਫਾਂ ਨਾਲ ਭਰਿਆ ਹੋਵੇ। ਕੋੜੀ ਸਵਾਨ ਧਰੇ ਤਨ ਤਾਹੀਂ, ਉਹ ਕਹਿੰਦੇ ਉਹ ਫਿਰ ਕੋੜੀ ਸਵਾਨ ਦਾ ਤਨ ਧਰਦਾ ਹੈ ਜਿਹੜਾ ਕਾਮ ਦੇ ਵਿੱਚ ਲੱਗਾ ਰਹਿੰਦਾ ਹੈ। ਜਰਾ ਸਮਝਣਾ ਸਾਰੇ। ਫਿਰ ਅਗਲੀ ਲਾਈਨ 'ਚ ਕੀ ਦੱਸਦੀ ਹੈ ਸਹਿਜੋ, ਕਿ ਰਹੇ ਵਾਸਨਾ ਤਿਰਿਆ ਮਾਹੀ, ਕੋੜੀ ਸਵਾਨ ਧਰੇ ਤਨ ताही, रहे वासना तिरिया को बरकी, कुतिया होवे भूखे घर की। कहते जेड़ी औरत अपने वर्दी आदमी दे विच अपनी वासना जोड़ देवे, वो फिर भुखे घर की कुत्ती बन के पैदा होंदी है। इसलिए सहजो बाई ने दसिया है, उन्हों की बाणी है, या पढ़ के देख लो, ग्रंथ का नाम है सहज प्रकाश। कि रहे वासना तिरिया माही, कोड़ी स्वान धरे तन ताही, रहे वासना तिरिया को बरकी, कुतिया होवे भूखे घर की। ਜਿਹੜੀ ਔਰਤ ਅੰਤ ਵੇਲੇ ਸੋਚਦੀ ਬਸ ਧਿਆਨ ਉਹਦਾ ਵਾਸਨਾ ਵੱਲ ਹੀ ਹੈ, ਕਾਮ ਵੱਲ ਹੀ ਹੈ, ਬੰਦੇ ਵੱਲ ਹੀ ਹੈ, ਕਹਿੰਦੇ ਇਹ ਕੁੱਤਿਆਂ ਦੇ ਜਨਮ 'ਚ ਜਾਏਗੀ ਔਰ ਐਸੇ ਘਰ 'ਚ ਪੈਦਾ ਹੋਏਗੀ ਜਿੱਥੇ ਨੂੰ ਖਾਣ ਨੂੰ ਰੋਟੀ ਨਹੀਂ ਮਿਲਣੀ। ਹੁਣ ਅੱਗੇ ਦੱਸਦੇ ਹੈ, ਜਾ ਕੀ ਰਹੇ ਪੁੱਤਰ ਮੇ ਆਸ਼ਾ, ਜਾ ਕੀ ਰਹੇ ਪੁੱਤਰ ਮੇ ਆਸ਼ਾ। ਹੁਣ ਆਸ਼ਾ ਵੀ ਕਹਿ ਦਿੰਦੇ ਵੀ ਵਾਸਨਾ ਹੀ ਹੈ ਕਿ ਮੈਨੂੰ ਆਪਣੇ ਬੱਚਿਆਂ ਤੇ ਆਸ਼ਾ ਹੈ, ਮੈਨੂੰ ਆਪਣੇ ਪੁੱਤਾਂ ਵੱਲ ਧਿਆਨ ਹੈ, ਔਲਾਦ ਵੱਲ ਧਿਆਨ ਹੈ, ਔਰ ਉਹਦੇ ਵੱਲ ਧਿਆਨ ਕਰਦਾ ਕਰਦਾ ਹੀ ਬੰਦਾ ਮਰ ਜਾਵੇ। ਤਾਂ ਸਹਿਜੋ ਦੱਸਦੀ ਹੈ, ਜਾ ਕੀ ਰਹੇ ਪੁੱਤਰ ਮੇ ਆਸ਼ਾ, ਸੂਅਰ ਜਨਮ ਵਿਸ਼ਟਾ ਮੇ ਵਾਸਾ। ਕਿ ਉਹ ਸੂਅਰ ਦੀ ਯੂਨੀ 'ਚ ਜਨਮ ਲੈਂਦਾ ਹੈ ਔਰ ਉਹਦਾ ਬਾਸ ਵਿਸ਼ਟਾ ਯਾਨੀ ਗੰਦਗੀ 'ਚ ਰਹਿੰਦਾ ਹੈ। ਕਿਉਂਕਿ ਦੇਖੋ ਸੂਅਰ ਹਮੇਸ਼ਾ ਗੰਦਗੀ ਖਾਂਦਾ ਹੈ ਤਾਂ ਗੰਦਗੀ 'ਚ ਹੀ ਰਹਿੰਦਾ ਹੈ। ਇਸ ਲਈ ਕਹਿੰਦੇ ਠੀਕ ਹੈ ਪਰਿਵਾਰ ਨਾਲ ਪਿਆਰ ਕਰ, ਪਰ ਅੰਤ ਵੇਲੇ ਆਪਣੇ ਜੀਵਨ 'ਚ ਵਾਸਨਾ 'ਚ ਨਾ ਪੈ। ਜਿੱਦਾਂ ਆਪਾਂ ਦੱਸਿਆ ਕਿ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ, ਪਰ ਇੱਥੇ ਨਹੀਂ, ਆਸਣ ਨਹੀਂ ਲਾਣਾ ਅੰਦਰ ਕਿ ਹਰ ਵੇਲੇ ਉਹਦੇ ਬਾਰੇ ਸੋਚੀ ਜਾਈਏ ਤਾਂ ਆਪਣੇ ਰੱਬ ਨੂੰ ਯਾਦ ਕਰਨਾ ਭੁੱਲ ਜਾਈਏ, ਆਪਣੇ ਰੱਬ ਦਾ ਨਾਂ ਲੈਣਾ ਭੁੱਲ ਜਾਈਏ। ਠੀਕ ਆ ਭਾਈ, ਜਦੋਂ ਭੋਜਨ ਦੀ ਲੋੜ ਹੈ ਮੈਂ ਭੋਜਨ ਕਰਨਾ ਆ, ਪਰ ਹਰ ਵੇਲੇ ਦਿਮਾਗ 'ਚ ਭੋਜਨ ਹੀ ਕਰੀ ਜਾਣਾ, ਉਹਦੀਆਂ ਤਸਵੀਰਾਂ ਦੇਖੀ ਜਾਣੀ, ਉਹ ਤਾਂ ਪਾਗਲਪਨ ਹੈ। ਕੰਮ ਕਰੋ, ਡਿਊਟੀ ਕਰੋ, ਜਿੱਦਾਂ ਕਹਿੰਦੇ ਹੱਥ ਕਾਰ ਵੱਲ ਤੇ ਮਨ ਯਾਰ ਵੱਲ, ਆਪਣਾ ਕੰਮਕਾਰ ਕਰੋ, ਪਤਨੀ ਕੋ ਬੈਠੋ, ਪਤੀ ਕੋ ਬੈਠੋ, ਪਰਿਵਾਰ ਨਾਲ ਮਿਲੋ ਜੁੜੋ, ਪਰ ਉਹਨਾਂ ਨੂੰ ਇੰਨਾ ਵੀ ਨਾ ਆਪਣੇ ਦਿਮਾਗ 'ਚ ਬਿਠਾ ਲਓ ਕਿ ਆਪਣੇ ਰੱਬ ਨੂੰ ਹੀ ਭੁੱਲ ਜਾਵੋ। ਇਸ ਲਈ ਸਹਿਜੋ ਕਹਿੰਦੀ ਹੈ ਕਿ ਆਪਣੀਆਂ ਪਰਿਵਾਰਿਕ ਸੰਸਾਰਿਕ, ਕਿਉਂਕਿ ਕੁਝ ਪਰਿਵਾਰਿਕ ਜ਼ਿੰਮੇਵਾਰੀਆਂ ਹੁੰਦੀਆਂ, ਕੁਝ ਸੰਸਾਰਿਕ ਜ਼ਿੰਮੇਵਾਰੀਆਂ ਹੁੰਦੀਆਂ ਹੈ, ਕਿ ਆਪਣੀਆਂ ਪਰਿਵਾਰਿਕ ਔਰ ਸੰਸਾਰਿਕ ਜ਼ਿੰਮੇਵਾਰੀਆਂ ਨੂੰ ਪੂਰਾ ਕਰਦੇ ਕਰਦੇ ਨਾਲ ਨਾਲ ਆਪਣੇ ਰੱਬ ਦਾ ਧਿਆਨ ਵੀ ਕਰ, ਉਹਦਾ ਸਿਮਰਨ ਵੀ ਕਰ। ਇਸ ਲਈ ਅਗਲੀਆਂ ਲਾਈਨਾਂ 'ਚ ਕੀ ਦੱਸਿਆ ਕਿ ਜਾ ਕੀ ਰਹੇ ਪੁੱਤਰ ਮੇ ਆਸਾ, ਸੂਅਰ ਜਨਮ ਵਿਸ਼ਟਾ ਮੇ ਵਾਸਾ, ਜਾ ਕਾ ਮਨ ਰਹੇ ਰਾਜ ਦੁਆਰਾ, ਹਸਤੀ ਹੋਏ ਸਿਰ ਮੇ ਲੈ ਇਸ਼ਾਰਾ। ਹਸਤੀ ਕਹਿ ਦਿੰਦੇ ਹਾਥੀ ਨੂੰ, ਇਸ਼ਾਰ ਕਹਿ ਦਿੰਦੇ ਆ ਮਿੱਟੀ ਢੂੜ ਨੂੰ। ਕਹਿੰਦੇ ਜਿਹਦਾ ਮਨ ਰਾਜ ਦੁਆਰ ਤੇ ਲੱਗਾ ਰਹਿੰਦਾ ਹੈ, ਮੈਨੂੰ ਆਹ ਕੁਰਸੀ ਮਿਲ ਜਾਵੇ, ਮੈਨੂੰ ਆਹ ਮੰਤਰੀ ਪਦ ਮਿਲ ਜਾਵੇ, ਮੈਨੂੰ ਆਹ ਚੀਜ਼ ਮਿਲ ਜਾਵੇ, ਬਸ ਜਿਹਦਾ ਮਨ ਰਾਜਾ ਬਣਨ ਨੂੰ ਜਾਂ ਰਾਜ ਦੁਆਰ ਦੀ ਤਰਫ ਹੀ ਰਹਿੰਦਾ ਹੈ ਕਿ ਮੈਂ ਕੋਈ ਪਦਵੀ ਤੇ ਬਹਿ ਜਾਵਾਂ, ਕੋਈ ਪ੍ਰਧਾਨ ਬਣ ਜਾਵਾਂ, ਜਿਹਦਾ ਧਿਆਨ ਉੱਧਰ ਹੀ ਰਹਿੰਦਾ ਹੈ, ਆਪਣੇ ਰੱਬ ਨੂੰ ਯਾਦ ਨਹੀਂ ਕਰਦਾ, ਕਹਿੰਦੇ ਮਰਨ ਤੋਂ ਬਾਅਦ ਹਾਥੀ ਦੀ ਜੂਨ 'ਚ ਜਾਂਦਾ ਹੈ ਔਰ ਆਪਣੇ ਸਿਰ ਮਿੱਟੀ ਪਾਉਂਦਾ। ਜਿੱਦਾਂ ਦੇਖਿਆ ਨਾ ਹਾਥੀ ਨੂੰ ਸੁੰਡਣਾ ਮਿੱਟੀ ਭਰੇਗਾ, ਇਦਾਂ ਉਡਾਏਗਾ, ਕਹਿੰਦੇ ਆਪਣੇ ਸਿਰ ਛਾਰ ਹੀ ਪਾਏਗਾ, ਮਿੱਟੀ ਪਾਏਗਾ ਆਪਣੇ ਸਿਰ, ਸੁਆਹੀ ਪਾਏਗਾ ਆਪਣੇ ਸਿਰ। ਉਹ ਤਾਂ ਹੀ ਤਾਂ ਕਈ ਬੰਦੇ ਕਹਿੰਦੇ ਹੈ ਉਹ ਫਲਾਣੇ ਰਾਜੇ ਦੀ ਜਾਂ ਫਲਾਣੇ ਬੰਦੇ ਦੀ ਇੰਨੀ ਸੇਵਾ ਕਰ ਲਈ, ਸਿਰ 'ਚ ਸੁਆਹੀ ਪਾਈ ਆਪਣੇ। ਹੁਣ ਜੀਂਦੇ ਜੀ ਵੀ ਸੁਆਹੀ ਪੈਂਦੀ ਤਾਂ ਮਰਨ ਤੋਂ ਬਾਅਦ ਹਾਥੀ ਬਣ ਕੇ ਵੀ ਸੁਆਹੀ ਪਾਉਂਦਾ ਹੈ। ਇਸ ਲਈ ਸਹਿਜੋ ਨੇ ਦੱਸਿਆ ਕਿ ਜਾ ਕਾ ਮਨ ਰਹੇ ਰਾਜ ਦੁਆਰਾ, ਹਸਤੀ ਹੋ ਸਿਰ ਮੇ ਲੈ ਇਸ਼ਾਰਾ, ਜਹਾਂ ਵਾਸਨਾ ਤਿਤ ਹੀ ਜਾਈ, ਜੇ ਮਤ ਬੇਦ ਪੁਰਾਨਨ ਗਾਈ, ਚਰਨ ਦਾਸ ਗੁਰੂ ਮੋਹੇ 부ਝਾਈ, ਤਜੋ ਵਾਸਨਾ ਸਹਿਜੋ ਵਾਈ। ਹੁਣ ਸਹਿਜੋ ਨੇ ਅੰਤਿਮ ਲਾਈਨ ਅੰਦਰ ਕੀ ਕਿਹਾ ਕਿ ਜਹਾਂ ਵਾਸਨਾ ਤਿਤ ਹੀ ਜਾਈ, ਕਿ ਜਿੱਥੇ ਤੇਰੀ ਵਾਸਨਾ ਹੈ, ਤੇਰੀ ਰੂਹ ਨੇ ਉਧਰ ਹੀ ਚਲੇ ਜਾਣਾ ਹੈ।
ਕਹਿੰਦੇ ਜੇ ਮਤ ਵੇਦ ਪੁਰਾਣਨ ਗਾਈ, ਕਿ ਇਹ ਗੱਲਾਂ ਵੇਦਾਂ ਪੁਰਾਣਾਂ 'ਚ ਲਿਖੀਆਂ ਹੋਈਆਂ ਹੈ। ਸ਼੍ਰੀ ਕ੍ਰਿਸ਼ਨ ਨੇ ਵੀ ਗੀਤਾ ਦੇ ਅੰਦਰ ਲਿਖਿਆ ਹੈ। ਜਦੋਂ ਅਰਜੁਨ ਨੇ ਪੁੱਛਿਆ ਆਤਮਾ ਜਾਂਦੀ ਕਿੱਥੇ ਹੈ, ਤਾਂ ਸ਼੍ਰੀ ਕ੍ਰਿਸ਼ਨ ਵੀ ਕਹਿੰਦੇ ਆਤਮਾ ਆਪਣੇ ਕਰਮਾਂ ਦੇ ਅਨੁਸਾਰ ਨਵੀਂ ਯੂਨੀ ਧਾਰਨ ਕਰਦੀ ਹੈ। ਕਿਉਂਕਿ ਉਹਨਾਂ ਨੇ ਕਿਹਾ 3 ਪ੍ਰਕਾਰ ਦੇ ਕਰਮ ਹੁੰਦੇ ਹੈ, ਰਜੋਗੁਣੀ, ਤਮੋਗੁਣੀ, ਸਤੋਗੁਣੀ। ਜਿਹੜੀ ਸਤੋਗੁਣੀ ਰੂਹ ਹੈ ਉਹ ਮੋਕਸ਼ ਨੂੰ ਜਾਂਦੀ ਹੈ, ਮੁਕਤੀ ਨੂੰ ਜਾਂਦੀ ਹੈ। ਜਿਹੜੀ ਤਮੋਗੁਣੀ ਹੈ ਉਹ ਫਿਰ ਜਾਨਵਰ ਦੀ ਯੂਨੀ ਜਾਂਦੀ ਹੈ। ਜਿਹੜੀ ਰਜੋਗੁਣੀ ਹੈ ਉਹ ਮਨੁੱਖ ਯੂਨੀ ਜਾਂਦੀ ਹੈ। ਜਰਾ ਗੌਰ ਕਰਨਾ, ਇਹਦੇ ਬਾਰੇ ਤੁਸੀਂ ਗੀਤਾ ਦੇ ਵਿੱਚ ਪੜ੍ਹ ਸਕਦੇ ਹੋ, ਸ਼੍ਰੀ ਕ੍ਰਿਸ਼ਨ ਨੇ ਦੱਸਿਆ ਹੈ। ਇਸ ਲਈ ਸਹਿਜੋ ਬਾਈ ਵੀ ਉਹਦੇ ਬਾਰੇ ਇਹੀ ਵਿਆਖਿਆ ਕਰ ਰਹੀ ਹੈ ਕਿ ਜਹਾਂ ਵਾਸਨਾ ਤਿਤ ਹੀ ਜਾਈ, ਜੇ ਮਤ ਵੇਦ ਪੁਰਾਨਨ ਗਾਈ, ਚਰਨ ਦਾਸ ਗੁਰੂ ਮੋਹੇ 부ਝਾਈ। ਕਿਉਂਕਿ ਸਹਿਜੋ ਬਾਈ ਦੇ ਗੁਰੂ ਦਾ ਨਾਮ ਸੀ ਸੰਤ ਚਰਨ ਦਾਸ ਜੀ, ਜੋ ਕਿ ਦਇਆ ਬਾਈ ਦੇ ਵੀ ਗੁਰੂ ਸੀ। ਉਹਨਾਂ ਨੇ ਕਿਹਾ ਚਰਨ ਦਾਸ ਗੁਰੂ ਮੋਹੇ 부ਝਾਈ, ਤਜੋ ਵਾਸਨਾ ਸਹਿਜੋ ਬਾਈ। ਉਹ ਕਹਿੰਦੇ ਚਰਨ ਦਾਸ ਗੁਰੂ ਨੇ ਇੱਕੋ ਹੀ ਗੱਲ ਮੈਨੂੰ ਬੁਝਾਈ ਹੈ ਕਿ ਇਹ ਬੇਟਾ ਸਹਿਜੋ, ਆਪਣੇ ਦਿਲ 'ਚ ਵਾਸਨਾ ਨਹੀਂ ਰੱਖਣੀ, ਕਿਸੇ ਦਾ ਆਸਣ ਨਹੀਂ ਅੰਦਰ ਲਾਣਾ। ਸਮਝਦੇ ਹੋ ਕਿ ਨਹੀਂ? ਜਿੱਦਾਂ ਦੱਸਿਆ ਕੱਪੜਾ ਸਰੀਰ ਵਾਸਤੇ ਜ਼ਰੂਰੀ ਹੈ, ਕੱਪੜਾ ਪਾਣਾ ਆ, ਹਰ ਵੇਲੇ ਕੱਪੜੇ ਬਾਰੇ ਨਹੀਂ ਸੋਚੀ ਜਾਣਾ। ਬੋਲੋ ਸਮਝਦੇ ਹੋ ਕਿ ਨਹੀਂ? ਕਿਉਂਕਿ ਉਮੀਦ ਹੈ ਤੁਹਾਨੂੰ ਵਾਸਨਾ ਦਾ ਮਤਲਬ ਸਮਝ ਗਿਆ ਹੋਵੇਗਾ। ਵਾਸਨਾ ਜਿਹੜੀ ਚੀਜ਼ ਨੇ ਸਾਡੀ ਬੁੱਧੀ ਤੇ ਆਸਣ ਲਾ ਲਿਆ ਕਿ ਅਸੀਂ ਹਰ ਵੇਲੇ ਉਹਦੇ ਬਾਰੇ ਹੀ ਸੋਚੀ ਜਾਂਦੇ ਹਾਂ। ਜਿੱਦਾਂ ਇੱਕ ਮਾਂ ਹਰ ਵੇਲੇ ਬੱਚੇ ਬਾਰੇ ਸੋਚਦੀ ਰਹਿੰਦੀ ਹੈ, ਹਾਏ ਮੇਰਾ ਬੱਚਾ ਕਿੱਥੇ ਹੋਏਗਾ, ਕੀ ਕਰਦਾ ਹੋਏਗਾ। ਹੁਣ ਜੇ ਉਹ ਘਰ 6 ਵਜੇ ਆਉਂਦਾ ਹੈ ਕੰਮ ਤੋਂ, ਅੱਜ 8 ਵੱਜ ਗਏ, ਤਾਂ ਮਾਂ ਨੇ ਚੰਗਾ ਨਹੀਂ ਸੋਚਣਾ। ਪਤਾ ਕਿਤੇ ਉਹਦਾ ਐਕਸੀਡੈਂਟ ਨਾ ਹੋ ਗਿਆ ਹੋਵੇ, ਕਿਤੇ ਉਹਨੂੰ ਕੁਝ ਹੋ ਨਾ ਗਿਆ ਹੋਵੇ, ਕਿਤੇ ਕਿਤੇ ਸੱਟ ਨਾ ਲੱਗ ਗਈ ਹੋਵੇ, ਬੁਰਾ ਹੀ ਸੋਚਣਾ। ਹੁਣ ਕਹਿੰਦੇ ਹਰ ਵੇਲੇ ਬੁਰਾ ਹੀ ਸੋਚਣਾ ਹੈ ਤਾਂ ਬੁਰਾ ਹੀ ਰਿਜ਼ਲਟ ਹੋਣਾ ਹੈ। ਇਸ ਕਰਕੇ ਠੀਕ ਹੈ, ਬੱਚੇ ਦੀ ਪਰਵਾਹ ਹੋਣੀ ਚਾਹੀਦੀ ਹੈ, ਫਿਕਰ ਹੋਣੀ ਚਾਹੀਦੀ ਹੈ, ਪਰ ਇੰਨਾ ਵੀ ਨਾ ਉਹ 'ਚ ਲੁਪਤ ਹੋ ਜਾਈਏ ਕਿ ਆਪਣਾ ਅਸਲੀ ਮੁਕਾਮ, ਆਪਣੀ ਅਸਲੀ ਮੰਜ਼ਿਲ, ਆਪਣੇ ਪਿਤਾ ਪਰਮਾਤਮਾ ਨੂੰ ਹੀ ਅਸੀਂ ਭੁਲਾ ਕੇ ਬਹਿ ਜਾਈਏ, ਉਹਨੂੰ ਵੀ ਯਾਦ ਕਰੀਏ। ਇਸ ਲਈ ਚਰਨ ਦਾਸ ਗੁਰੂ ਮੋਹੇ 부ਝਾਈ, ਤਜੋ ਵਾਸਨਾ ਸਹਿਜੋ ਬਾਈ। ਸਹਿਜੋ ਬਾਈ ਕਹਿੰਦੇ ਵਾਸਨਾ ਦਾ ਤਿਆਗ ਕਰ। ਹੁਣ ਅਗਲੀ ਲਾਈਨ 'ਚ ਵੇ ਸਹਿਜੋ ਨੇ ਕੀ ਕਿਹਾ, ਇਹ ਵੀ ਗੱਲ ਬੜੀ ਸਮਝਣ ਵਾਲੀ ਹੈ ਕਿ ਅਗਲੇ ਸ਼ਲੋਕ 'ਚ ਸਹਿਜੋ ਦੱਸਦੀ ਹੈ ਕਿ ਜਦੋਂ ਕਿਹਾ ਕਿ ਚਰਨ ਦਾਸ ਗੁਰੂ ਮੋਹੇ 부ਝਾਈ, ਤਜੋ ਵਾਸਨਾ ਸਹਿਜੋ ਬਾਈ, ਜਾ ਕੀ ਗੁਰ ਮੇ ਵਾਸਨਾ ਸੋ ਪਾਏ ਭਗਵਾਨ, ਸਹਿਜੋ ਸੱਚਖੰਡ ਮੇ ਵਸੇ ਗਾਵਤ ਵੇਦ ਪੁਰਾਨ। ਹੁਣ ਦੇਖੋ ਅਗਲਾ ਸ਼ਲੋਕ ਸਹਿਜੋ ਨੇ ਕੀ ਕਿਹਾ, ਕਹਿੰਦੇ ਜਾ ਕੀ ਗੁਰ ਮੇ ਵਾਸਨਾ। ਹੁਣ ਗੁਰੂ 'ਚ ਵੀ ਵਾਸਨਾ ਹੁੰਦੀ ਹੈ, ਕਿਉਂਕਿ ਜਦੋਂ ਗੁਰੂ ਸਾਡੇ ਅੰਦਰ ਆਸਣ ਲਾ ਕੇ ਬਹਿ ਗਿਆ, ਸਾਡੇ ਦਿਲੋਂ ਦਿਮਾਗ 'ਚ ਗੁਰੂ ਬੈਠ ਗਿਆ, ਹਰ ਵੇਲੇ ਧਿਆਨ ਉਹਦੇ ਵੱਲ, ਉੱਠਦੇ ਬੈਠ, ਤੁਰਦੇ ਫਿਰਦੇ, ਉੱਠਦੇ ਬੈਠਦੇ ਗੁਰੂ ਦਾ ਸਿਮਰਨ ਕਰਨਾ। ਇਹ ਯਾਦ ਰੱਖਣਾ ਕਿ ਮੇਰੇ ਦਿਲੋਂ ਦਿਮਾਗ 'ਚ ਸਤਿਗੁਰ ਬੈਠਾ ਹੈ, ਔਰ ਸਤਿਗੁਰ ਦਾ ਫਰਮਾਨ ਹੈ ਕੋਈ ਬੁਰਾ ਨਹੀਂ ਕਰਨਾ। ਕਿਉਂਕਿ ਜਿਹਦੇ ਦਿਲੋਂ ਦਿਮਾਗ 'ਚ ਸਤਿਗੁਰ ਬਹਿ ਜਾਵੇ ਉਹ ਕਦੀ ਕਿਸੇ ਦੀ ਨਿੰਦਿਆ ਨਹੀਂ ਕਰੇਗਾ, ਉਹ ਕਦੀ ਕਿਸੇ ਨੂੰ ਝੂਠ ਨਹੀਂ ਬੋਲੇਗਾ, ਉਹ ਕਦੀ ਕਿਸੇ ਦਾ ਦਿਲ ਨਹੀਂ ਦੁਖਾਏਗਾ, ਕਿਉਂਕਿ ਪਤਾ ਸਤਿਗੁਰ ਮੇਰੇ ਅੰਦਰ ਬੈਠਾ ਦੇਖ ਰਿਹਾ ਹੈ। ਤਾਂ ਹੀ ਕਹਿੰਦੇ ਸਤਿਗੁਰ ਨੂੰ ਹਿਰਦੇ 'ਚ ਰੋਮ ਰੋਮ 'ਚ ਵਸਾਓ। ਸਿਰਫ ਘਰਾਂ ਦੀਆਂ ਦੀਵਾਰਾਂ ਤੇ ਗੁਰੂ ਦੀ ਤਸਵੀਰ ਲਾਉਣ ਨਾਲ ਗੱਲ ਨਹੀਂ ਬਣਨੀ, ਉਹ ਤਸਵੀਰ ਨੂੰ ਆਪਣੇ ਦਿਲੋਂ ਦਿਮਾਗ 'ਚ ਲਾਉਣਾ ਪਏਗਾ ਕਿ ਮੇਰਾ ਸਤਿਗੁਰ ਹਰ ਵੇਲੇ ਮੇਰੇ ਨਾਲ ਹੈ, ਤਾਂ ਹੀ ਅਸੀਂ ਪਾਪਾਂ ਤੋਂ, ਬੁਰਾਈਆਂ ਤੋਂ, ਗੁਨਾਹਾਂ ਤੋਂ ਬਚ ਸਕਦੇ ਹਾਂ। ਹੁਣ ਜਿਹਨੂੰ ਪਤਾ ਕਿ ਮੇਰੇ ਦਿਲੋਂ ਦਿਮਾਗ 'ਚ ਗੁਰੂ ਦਾ ਆਸਣ ਲੱਗ ਗਿਆ, ਫਿਰ ਉਹ ਨਸ਼ੇ ਵੱਲ ਜਾਏਗਾ, ਕਹਿਣਾ ਅੰਦਰ ਸਤਿਗੁਰ ਬੈਠਾ ਭਾਈ, ਹੁਣ ਮੈਂ ਨਸ਼ਾ ਕਿੱਦਾਂ ਕਰਾਂ, ਉਹ ਮੈਨੂੰ ਦੇਖ ਰਿਹਾ ਹੈ। ਇਸ ਲਈ ਸਹਿਜੋ ਕਹਿੰਦੇ ਜਾ ਕੀ ਗੁਰ ਮੇ ਵਾਸਨਾ, ਕਿ ਜਿਹਦੀ ਗੁਰੂ ਦੇ ਨਾਲ ਵਾਸਨਾ ਜੁੜ ਜਾਂਦੀ ਹੈ, ਵਾਸਨਾ ਦਾ ਮਤਲਬ ਜਿਹਦੇ ਦਿਲੋਂ ਦਿਮਾਗ 'ਚ ਸਤਿਗੁਰ ਬਹਿ ਗਿਆ, ਮੁਰਸ਼ਿਦ ਬਹਿ ਗਿਆ, ਸੋ ਪਾਏ ਭਗਵਾਨ। ਕਹਿੰਦੇ ਉਹੀ ਭਗਵਾਨ ਤੱਕ ਪਹੁੰਚੇਗਾ। ਸਹਿਜੋ ਸੱਚਖੰਡ ਮੇ ਵਸੇ ਗਾਵਤ ਵੇਦ ਪੁਰਾਨ। ਫਿਰ ਜਦੋਂ ਉਹਦੀ ਆਤਮਾ ਨਿਕਲਦੀ ਹੈ ਤਾਂ ਸਹਿਜੋ ਕਹਿੰਦੀ ਸੱਚਖੰਡ ਨੂੰ ਜਾਂਦੀ ਹੈ, ਗਾਵਤ ਵੇਦ ਪੁਰਾਨ। ਇਸ ਲਈ ਦੇਖੋ ਸਹਿਜੋ ਬਾਈ ਨੇ ਆਪਣੇ ਛੋਟੇ ਜਿਹੇ ਸ਼ਬਦ ਅੰਦਰ ਕਿੰਨੀ ਗੱਲ ਕਲੀਅਰ ਕਰਤੀ। ਹੁਣ ਜੇ ਤੁਸੀਂ ਸਮਝਣਾ ਹੈ ਕਿ ਮੇਰੀ ਆਤਮਾ ਅਗਲੀ ਯੂਨੀ 'ਚ ਕਿੱਥੇ ਜਾਣੀ ਹੈ, ਤਾਂ ਬਸ ਸਮਝ ਲਓ ਫਿਰ ਕਿ ਤੁਹਾਡੇ ਅੰਦਰ ਕਿਹੜੀ ਵਾਸਨਾ ਬੈਠੀ ਹੈ। ਇਹ ਤਾਂ ਸਹਿਜੋ ਨੇ ਕੁਝ ਚੀਜ਼ਾਂ ਦੱਸੀਆਂ ਹੈ, ਨਹੀਂ ਤਾਂ ਦੁਨੀਆ ਤੇ ਜੂਨੀਆਂ ਬਹੁਤ ਹੈ। ਉਹ ਕਹਿੰਦੇ ਜਿੱਦਾਂ ਦੀ ਵਾਸਨਾ ਹੁੰਦੀ ਹੈ ਬੰਦਾ ਉਦਾਂ ਦੀ ਯੂਨੀ ਚਲਾ ਜਾਂਦਾ ਹੈ। ਗਰੁੜ ਪੁਰਾਣ ਦੇ ਵਿੱਚ ਵੀ ਕਈ ਚੀਜ਼ਾਂ ਲਿਖੀਆਂ, ਔਰ ਸ਼੍ਰੀ ਕ੍ਰਿਸ਼ਨ ਨੇ ਜਿੱਦਾਂ ਦੱਸਿਆ ਕਿ ਰਜੋ ਗੁਣ, ਤਮੋ ਗੁਣ, ਸਤੋ ਗੁਣ ਬਾਰੇ ਵੀ ਸ਼੍ਰੀ ਕ੍ਰਿਸ਼ਨ ਨੇ ਦੱਸਿਆ ਹੈ। ਇਹਦੇ ਬਾਰੇ ਵੀ ਹੁਣ ਥੋੜੀ ਜਿਹੀ ਬਰੀਕੀ ਨਾਲ ਸਮਝ ਲਈਏ ਗੱਲ, ਕਿ ਗੱਲ ਆਉਂਦੀ ਹੈ ਕਿ ਇਨਸਾਨ ਦੀ ਆਤਮਾ ਵਸਦੀ ਕਿੱਥੇ ਹੈ, ਸਾਡੇ ਸਰੀਰ 'ਚ ਰਹਿੰਦੀ ਕਿਹੜੀ ਜਗ੍ਹਾ ਹੈ। ਪਤਾ ਕਿਸੇ ਨੂੰ ਕਿ ਸਾਡੀ ਆਤਮਾ ਜਿਸਮ ਦੇ ਕਿਹੜੇ ਹਿੱਸੇ 'ਚ ਵਾਸ ਕਰਦੀ ਹੈ। ਤਾਂ ਹੁਣ ਸਮਝੀਏ ਕਿ ਸਾਡੀ ਆਤਮਾ ਪੂਰੇ ਜਿਸਮ 'ਚ ਹੀ ਵਾਸ ਕਰਦੀ ਹੈ, ਪੈਰ ਦੇ ਨਾਖੂਨ ਤੋਂ ਲੈ ਕੇ ਸਿਰ ਦੀ ਚੋਟੀ ਤੱਕ। ਕਿਉਂਕਿ ਆਤਮਾ ਯਾਨੀ એનર્ਜੀ, ਉਹ ਤਾਕਤ, ਉਹ ਸ਼ਕਤੀ ਜੋ ਸਾਡੇ ਸਰੀਰ ਨੂੰ ਚਲਾ ਰਹੀ ਹੈ। ਤਾਂ ਹੀ ਤਾਂ ਤੁਸੀਂ ਪੈਰ ਦਾ ਅੰਗੂਠਾ ਹਿਲਾ ਸਕਦੇ ਹੋ, ਕਿਉਂਕਿ ਉੱਥੇ ਵੀ એનર્ਜੀ
ਉਹ ਊਰਜਾ ਹੈ, ਉਹ ਆਤਮਾ ਹੈ, ਤਾਂ ਹੀ ਉਂਗਲੀ ਹਿਲਦੀ ਹੈ। ਔਰ ਯਾਦ ਰੱਖਣਾ, ਜਦੋਂ ਮ੍ਰਿਤਿੂ ਦਾ ਸਮਾਂ ਹੁੰਦਾ ਹੈ ਤਾਂ ਆਤਮਾ ਨਿਕਲਦੀ ਕਿੱਥੋਂ ਹੈ? ਜਦੋਂ ਮ੍ਰਿਤਿੂ ਦਾ ਸਮਾਂ ਹੁੰਦਾ ਹੈ, ਬੰਦਾ ਲੇਟਿਆ ਹੈ, ਤਾਂ ਸਭ ਤੋਂ ਪਹਿਲਾਂ ਜਦੋਂ ਮੌਤ ਦਾ ਸਮਾਂ ਆਉਂਦਾ ਹੈ ਤਾਂ ਉਸ ਵੇਲੇ ਆਤਮਾ ਸਭ ਤੋਂ ਪਹਿਲਾਂ ਉਹਦੇ ਪੈਰਾਂ 'ਚੋਂ ਉੱਪਰ ਨੂੰ ਸਿਮਟਦੀ ਹੈ। ਇਸ ਲਈ ਜਿਹੜਾ ਬੰਦਾ ਮਰੀਜ਼ ਹੈ ਨਾ, ਜੇ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਇਹਦਾ ਟਾਈਮ ਹਾਲੇ ਹੈ ਜਾਂ ਨਹੀਂ ਹੈ, ਤਾਂ ਦੱਸਿਆ ਜਾਂਦਾ ਅੱਧਾ ਪੌਣਾ ਘੰਟਾ ਪਹਿਲਾਂ ਹੀ ਮਰਨ ਤੋਂ ਉਹਦੇ ਪੈਰ ਠੰਡੇ ਹੋ ਜਾਂਦੇ ਆ, ਕਿਉਂਕਿ ਆਤਮਾ ਉੱਥੋਂ ਉੱਪਰ ਨੂੰ ਸਿਮਟਣੀ ਸ਼ੁਰੂ ਹੋ ਜਾਂਦੀ ਹੈ। ਜਿੱਦਾਂ ਅਸੀਂ ਜਦੋਂ ਰੂਹਾਨੀ ਐਤਵਾਰ ਹੁੰਦਾ, ਦੱਸਿਆ ਕਿ ਸਾਡੇ ਸਰੀਰ 'ਚ 15 ਕੇਂਦਰ ਹੈ, ਪੈਰ ਦੀਆਂ ਤਲੀਆਂ 'ਚ ਹੈ, ਪਿੰਨੀਆਂ 'ਚ ਹੈ, ਫਿਰ ਗੋਡਿਆਂ 'ਚ ਹੈ, ਫਿਰ ਪੱਟਾਂ 'ਤੇ, ਇੱਦਾਂ ਹੀ ਅਸੀਂ ਪੂਰੀ ਬੋਡੀ ਦੇ ਕੇਂਦਰਾਂ 'ਚ ਦੱਸਿਆ ਹੈ। ਜਦੋਂ ਸਾਡੀ ਆਤਮਾ ਨਿਕਲਦੀ ਹੈ ਤਾਂ ਉਹਨਾਂ ਕੇਂਦਰਾਂ 'ਚ ਉੱਪਰ ਨੂੰ ਸਿਮਟਦੀ ਸਟੇ ਕਰਦੀ ਹੈ। ਤਲੀਆਂ 'ਚੋਂ ਨਿਕਲੀ ਪਿੰਨੀਆਂ ਤੱਕ ਆ ਗਈ, ਇਸ ਲਈ ਪੈਰ ਉਸ ਲਈ ਠੰਡੇ ਹੋਣੇ ਸ਼ੁਰੂ ਹੋ ਜਾਂਦੇ ਆ। ਫਿਰ ਜਦੋਂ ਇੱਥੇ ਤੱਕ ਆਤਮਾ ਪਹੁੰਚ ਜਾਂਦੀ ਹੈ ਤਾਂ ਜਿੱਦਾਂ ਜਿੱਦਾਂ ਉੱਪਰ ਨੂੰ ਸਿਮਟਦੀ ਹੈ, ਥੱਲੇ ਅੰਗ ਉਹਦੇ ਠੰਡੇ ਸਥਿਰ ਹੋਣੇ ਸ਼ੁਰੂ ਹੋ ਜਾਂਦੇ, ਫਿਰ ਉਹ 'ਚ ਜਾਨ ਨਹੀਂ ਰਹਿ ਜਾਂਦੀ। ਹਾਂ, ਜਿਹਦਾ ਐਕਸੀਡੈਂਟ ਹੁੰਦਾ ਉੱਥੇ ਤਾਂ ਯਕਦਮ ਹੁੰਦਾ ਹੈ, ਉੱਥੇ ਤਾਂ ਜਦੋਂ ਐਕਸੀਡੈਂਟ ਹੁੰਦਾ ਸਰੀਰ ਹੀ ਜਿੱਦਾਂ ਸਮਝ ਲਓ ਇੰਨੀ ਜ਼ੋਰ ਨਾਲ ਗੱਡੀ ਵੱਜੀ ਕਿ ਖਲਾਰਾ ਹੀ ਪੈ ਗਿਆ, ਉੱਥੇ ਤਾਂ ਯਕਦਮ ਹੀ ਉਹ ਚੀਜ਼ ਖਤਮ ਹੈ। ਪਰ ਇਹ ਦੱਸ ਰਹੇ ਆ ਉਹਨਾਂ ਵਾਸਤੇ ਕਿ ਜਿਹਦੇ ਜਦੋਂ ਲੇਟੇ ਹੈ, ਕੋਈ ਘਰ 'ਚ ਮਰੀਜ਼ ਹੈ, ਘਰ 'ਚ ਕੋਈ ਸਿਆਣਾ ਹੈ, ਉਸ ਵੇਲੇ ਜੋ ਦੱਸਿਆ ਜਾਂਦਾ ਹੈ, ਜ਼ਰਾ ਧਿਆਨ ਦੇਣਾ। ਸ਼੍ਰੀ ਕ੍ਰਿਸ਼ਨ ਨੇ ਗੀਤਾ ਦੇ ਅੰਦਰ ਔਰ ਗਰੁੜ ਪੁਰਾਣ ਦੇ ਵਿੱਚ ਰਿਸ਼ੀਆਂ ਮੁਨੀਆਂ ਨੇ ਇਹ ਗੱਲ ਨੂੰ ਬੜੇ ਵਿਸਤਾਰ ਨਾਲ ਲਿਖਿਆ ਹੋਇਆ ਹੈ ਕਿ ਫਿਰ ਆਤਮਾ ਹੌਲੀ ਹੌਲੀ ਉੱਪਰ ਨੂੰ ਸਿਮਟਦੀ ਹੈ। ਜਿੱਦਾਂ ਜਿੱਦਾਂ ਆਤਮਾ ਉੱਪਰ ਨੂੰ ਸਿਮਟਦੀ ਹੈ, ਉਸ ਤਰ੍ਹਾਂ ਇਨਸਾਨ ਦਾ ਉਹ ਸਰੀਰ ਠੰਡਾ ਹੁੰਦਾ ਚਲਾ ਜਾਂਦਾ ਹੈ ਜਿੱਥੋਂ ਆਤਮਾ એનર્ਜੀ ਊਰਜਾ ਉੱਪਰ ਨੂੰ ਜਾ ਚੁੱਕੀ ਹੈ। ਹੁਣ ਸ਼੍ਰੀ ਕ੍ਰਿਸ਼ਨ ਦੱਸਦੇ ਜਿਹੜੇ ਤਮੋ ਗੁਣੀ ਹੁੰਦੇ ਹੈ, ਤਮੋ ਗੁਣੀ ਕਿਹਨੂੰ ਕਿਹਾ ਜਾਂਦਾ? ਜੋ ਪਾਪੀ ਹੈ, ਨਸ਼ੇ ਕਰਨ ਵਾਲੇ, ਪਾਪ ਕਰਨ ਵਾਲੇ, ਹਰ ਵੇਲੇ ਕਾਮ ਕ੍ਰੋਧ ਨਾਲ ਭਰੇ ਰਹਿੰਦੇ ਹੈ। ਹੁਣ ਦੱਸਿਆ ਜਾਂਦਾ ਕਿ ਉਹ ਤਮੋ ਗੁਣੀ, ਉਹਨਾਂ ਦੀ ਜਿਹੜੀ ਆਤਮਾ ਹੈ ਉਹ ਕਿੱਦਾਂ ਨਿਕਲਦੀ ਹੈ? ਉਹ ਬੜੀ ਪੀੜਾ 'ਚ ਨਿਕਲਦੀ ਹੈ, ਬੜੀ ਤਕਲੀਫ 'ਚ ਨਿਕਲਦੀ ਹੈ, ਕਿਉਂਕਿ ਉਹਨਾਂ ਦੀ ਆਤਮਾ ਸਵਾਦਿਸ਼ਠਾਨ ਚੱਕਰ ਤੇ ਇਕੱਠੀ ਹੋ ਜਾਂਦੀ ਹੈ, ਉੱਪਰੋਂ ਵੀ ਔਰ ਥੱਲਿਓਂ ਵੀ। ਸਵਾਦਿਸ਼ਠਾਨ ਚੱਕਰ ਕਿਹਨੂੰ ਕਿਹਾ ਜਾਂਦਾ ਹੈ? ਜਿਹਨੂੰ ਇੰਦਰੀ ਚੱਕਰ ਕਿਹਾ ਜਾਂਦਾ ਹੈ। ਇੰਦਰੀ ਚੱਕਰ, ਇੰਦਰੀ ਸਮਝਦੇ ਹੋ ਨਾ ਤੁਸੀਂ, ਜਿਸ ਤੋਂ ਬੰਦਾ ਮੂਤਰ ਕਰਦਾ ਹੈ, ਕਹਿੰਦੇ ਹੋ ਇੰਦਰੀ ਚੱਕਰ ਤੇ ਸਵਾਦਿਸ਼ਠਾਨ ਚੱਕਰ ਤੇ ਆਤਮਾ ਖੜੀ ਹੋ ਜਾਂਦੀ ਹੈ। ਔਰ ਜਿਹੜਾ ਪਾਪ ਕਰਮ ਕਰਨ ਵਾਲਾ ਹੈ, ਜਦੋਂ ਉੱਥੋਂ ਆਤਮਾ ਨਿਕਲਦੀ ਹੈ ਤਾਂ ਇਸ ਤਰ੍ਹਾਂ ਇੰਦਰੀ ਦੇ ਜਰੀਏ ਆਤਮਾ ਨਿਕਲਦੀ ਹੈ ਕਿ ਬੰਦਾ ਬੜਾ ਤੜਫਦਾ ਹੈ। ਇਸ ਲਈ ਜਿਹਦੀ ਆਤਮਾ, ਪਾਪੀ ਦੀ ਆਤਮਾ ਜਦੋਂ ਇੰਦਰੀ ਚੱਕਰ ਚੋਂ ਨਿਕਲਦੀ ਹੈ ਤਾਂ ਉਹਦਾ ਕਿੱਦਾਂ ਪਤਾ ਲੱਗ ਸਕਦਾ ਹੈ? ਪਤਾ ਹੈ ਬੰਦਾ ਪਾਪੀ ਹੈ, ਪਰ ਕਹਿੰਦੇ ਮੌਤ ਤੋਂ ਬਾਅਦ ਉਹਦੀ ਇੰਦਰੀ ਚੋਂ ਥੋੜਾ ਜਿਹਾ ਪਾਣੀ ਜਾਂ ਵੀਰਜ ਨਿਕਲ ਜਾਂਦਾ ਹੈ, ਪਤਾ ਲੱਗਦਾ ਇੱਥੋਂ ਆਤਮਾ ਨਿਕਲੀ ਹੈ, ਇਹ ਬੜੀ ਪੀੜਾ 'ਚ ਨਿਕਲੀ ਹੈ। ਔਰ ਇਹ ਆਤਮਾ ਜਿਹੜੀ ਇੰਦਰੀ ਚੱਕਰ ਦੇ ਜ਼ਰੀਏ ਨਿਕਲੀ ਹੈ, ਉਹ ਹਮੇਸ਼ਾ ਪਸ਼ੂ ਯੂਨੀ 'ਚ ਜਾਂਦੀ ਹੈ, ਨੀਵੀਆਂ ਯੂਨੀਆਂ 'ਚ ਜਾਂਦੀ ਹੈ। ਜਿੱਦਾਂ ਇੱਕ ਭਰਤ ਮੁਨੀ ਦੇ ਜੀਵਨ ਦੀ ਕਥਾ ਹੈ। ਸਤਸੰਗ ਲੰਬਾ ਤਾਂ ਨਹੀਂ ਹੋ ਰਿਹਾ, ਸਮਾਪਤ ਕਰੀਏ ਜਾਂ ਚਲੀਏ? ਥੋੜਾ ਸਮਝਾਈਏ, ਕਿਉਂਕਿ ਬਹੁਤ ਚੀਜ਼ਾਂ ਜਾਣਨ ਵਾਲੀਆਂ ਹੈ। ਕਿ ਭਰਤ ਮੁਨੀ ਹੋਏ ਹੈ, ਭਰਤ ਮੁਨੀ ਦੇ ਬਾਰੇ ਇੱਕ ਕਥਾ ਹੈ। ਭਰਤ ਮੁਨੀ ਇੱਕ ਰਿਸ਼ੀ ਸੀ ਕਿ ਇੱਕ ਮੋਹ ਕੇ ਕਾਰਨ ਭਰਤ ਧਰੀ ਦੁਈ ਦੇਹ, ਸੋ ਨਰ ਕੈਸੇ ਛੁੱਟ ਹੀ ਜਾਂ ਕੋ ਬਹੁਤ ਸਨੇ। ਭਰਤ ਮੁਨੀ, ਉਹਨਾਂ ਨੂੰ ਇੱਕ ਮੋਹ ਹੋ ਗਿਆ ਸੀ, ਮਰਨ ਲੱਗੇ ਤਾਂ ਉਹਨਾਂ ਦੀ ਆਤਮਾ ਇੰਦਰੀ ਯੂਨੀ 'ਚ ਨਿਕਲ ਗਈ, ਅਗਲੀ ਯੂਨੀ 'ਚ ਫਿਰ ਹਿਰਨ ਦੀ ਯੂਨੀ ਚਲੀ ਗਈ। ਕਿਉਂਕਿ ਕਥਾ ਹੈ ਕਿ ਭਰਤ ਮੁਨੀ ਦੀ ਜਦੋਂ ਮੌਤ ਹੋਣੀ ਸੀ ਤਾਂ ਕਹਿੰਦੇ ਇੱਕ ਬਹੁਤ ਸੁੰਦਰ ਔਰਤ ਵੱਲ ਉਹਨਾਂ ਦਾ ਧਿਆਨ ਚਲਾ ਗਿਆ, ਧਿਆਨ ਉੱਧਰ ਚਲਾ ਗਿਆ। ਮਰਨ ਵੇਲੇ ਵੀ ਦੇਖੋ ਅੰਦਰ ਇਨਸਾਨ ਦੇ ਕਾਮਨਾ ਰਹਿੰਦੀ ਹੈ। ਹੁਣ ਉੱਧਰ ਮੁਨੀ ਸੀ, ਤਪਸਵੀ ਸੀ, ਪਰ ਜਦੋਂ ਸੁੰਦਰ ਔਰਤ ਵੱਲ ਧਿਆਨ ਚਲਾ ਗਿਆ, ਮਨ 'ਚ ਵਾਸਨਾ ਆ ਗਈ, ਉੱਧਰੋਂ ਮੌਤ ਆਈ, ਇੰਦਰੀ ਦੇ ਜ਼ਰੀਏ ਬਾਹਰ ਨਿਕਲੀ ਤਾਂ ਹਿਰਨ ਦੀ ਯੂਨੀ ਚਲੀ ਗਈ। ਔਰ ਹਿਰਨ ਦੇ ਅੰਦਰ, ਜਿਹਦੇ ਅੰਦਰ ਕਸਤੂਰੀ ਹੁੰਦੀ ਹੈ ਨਾ, ਉਹ ਹਿਰਨ ਦੇ ਆਲੇ ਦੁਆਲੇ ਮਾਦਾ ਹਿਰਨ 25-30 ਹੁੰਦੀਆਂ ਆ, ਜਿਹਦੇ ਅੰਦਰ ਕਸਤੂਰੀ ਹੁੰਦੀ ਹੈ ਜਿਸ ਹਿਰਨ ਦੇ। ਕਿਉਂਕਿ ਜਿਹੜੀ ਕਸਤੂਰੀ ਕਹਿੰਦੇ ਨਾ, ਕਸਤੂਰੀ ਕੁੰਡਲ ਬਸੇ ਮ੍ਰਿਗ ਦੌੜੇ ਬਨ ਮਾਹੀ, ਇਹ ਕਸਤੂਰੀ ਮਾਦਾ ਹਿਰਨ ਦੇ ਪੇਟ 'ਚ ਨਹੀਂ ਹੁੰਦੀ, ਇਹ ਹਮੇਸ਼ਾ ਨਰ ਹਿਰਨ ਦੇ ਪੇਟ 'ਚ ਹੁੰਦੀ ਹੈ, ਔਰ ਹਰ ਹਿਰਨ ਦੇ ਅੰਦਰ ਨਹੀਂ ਹੁੰਦੀ। ਇਹ ਕਸਤੂਰੀ ਜਿਹੜੇ ਹਿਰਨ ਦੇ ਨਾਭੀ 'ਚ ਹੁੰਦੀ ਹੈ, ਉਹ ਕੋਈ ਵਿਰਲਾ ਹੁੰਦਾ ਹੈ ਤਾਂ ਉਹਦੇ ਮਗਰ ਉਹ ਕਸਤੂਰੀ ਦੀ ਖੁਸ਼ਬੂ ਲੈਣ ਵਾਸਤੇ ਕਈ ਮਾਦਾ ਹਿਰਨ, ਮਾਦਾ ਸਮਝਦੇ ਹੋ ਨਾ, ਕਈ ਲੇਡੀ ਹਿਰਨ ਉਹਦੇ ਮਗਰ ਮਗਰ ਘੁੰਮਦੀਆਂ ਹੈ। ਔਰ ਉਹ ਹਿਰਨ ਫਿਰ ਉਹ ਸਾਰਿਆਂ ਨੂੰ ਭੋਗ ਕਰਦਾ ਹੈ। ਕਹਿੰਦੇ ਕਾਮ ਦੇ ਜ਼ਰੀਏ ਉਧਰ ਧਿਆਨ ਚਲਾ ਗਿਆ ਤਾਂ ਭਰਤ ਮੁਨੀ ਦੀ ਆਤਮਾ ਹਿਰਨ ਦੀ ਯੂਨੀ ਚਲੀ ਗਈ। ਪਰ ਜਦੋਂ ਉਹਦੇ ਗੁਰੂ ਨੂੰ ਪਤਾ ਲੱਗਾ ਕਿ ਮੇਰਾ ਸੇਵਕ ਐਡਾ ਵੱਡਾ ਤਪਸਵੀ ਸੀ, ਪਰ ਅੰਤ ਵੇਲੇ ਇਹਦਾ ਧਿਆਨ ਕਾਮ ਵਾਸਨਾ ਨਾਲ ਭਰ ਗਿਆ ਤਾਂ ਹਿਰਨ ਦੀ ਯੂਨੀ ਚਲਾ ਗਿਆ, ਇਹਦੀ ਮੁਕਤੀ ਕਰਾਉਣੀ ਜ਼ਰੂਰੀ ਹੈ। ਕਹਿੰਦੇ ਉਸ ਵੇਲੇ
ਉਹਦੇ ਗੁਰੂ ਤਲਾਸ਼ ਕਰਦੇ ਕਰਦੇ ਕਿ ਮੇਰੇ ਪਿਆਰੇ ਦੀ ਆਤਮਾ ਕਿਹੜੀ ਯੂਨੀ, ਆਪਣੇ ਹਿਰਨ ਦੀ ਯੂਨੀ 'ਚ ਗਈ ਹੈ, ਹਿਰਨ ਹੈ ਕਿੱਥੇ, ਉਹਦੀ ਤਲਾਸ਼ ਕਰਦੇ ਕਰਦੇ ਉਹ ਕੋਈ ਪਹੁੰਚੇ, ਉਹ ਹਿਰਨ ਨੂੰ ਆਪਣੀ ਗੋਦ 'ਚ ਲਿਆ, ਉਹਦੇ ਕੰਨ 'ਚ ਸ਼ਬਦ ਦੀ ਧੁਨਕਾਰ ਦਿੱਤੀ, ਗੁਰੂ ਮੰਤਰ ਦੀ ਧੁਨਕਾਰ ਦਿੱਤੀ, ਉਹਦੇ ਸਿਰ ਤੇ ਹੱਥ ਰੱਖਿਆ ਤਾਂ ਉਹਦੀ ਆਤਮਾ ਹਿਰਨ ਦੀ ਯੂਨੀ 'ਚੋਂ ਨਿਕਲੀ, ਦੁਬਾਰਾ ਫਿਰ ਮਨੁੱਖਾ ਯੂਨੀ 'ਚ ਆਈ। ਔਰ ਜਦੋਂ ਮਨੁੱਖਾ ਯੂਨੀ 'ਚ ਆਈ ਤਾਂ ਜਨਮ ਲੈਂਦਿਆਂ ਹੀ ਕਹਿੰਦੇ ਬੱਚੇ ਨੂੰ ਜਦੋਂ ਸੋਝੀ ਆਈ, ਉਹਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ, ਕਿਉਂਕਿ ਪਿਛਲੀ ਭਗਤੀ ਦਾ ਗਿਆਨ ਸੀ। ਤਾਂ ਗੁਰੂ ਨੇ ਕਿਹਾ ਅੱਖਾਂ ਖੋਲ, ਉਹ ਕਹਿੰਦਾ ਮਾਰੇ ਇੱਕ ਵਾਰ ਇਹਨਾਂ ਅੱਖਾਂ ਕਰਕੇ ਦੁਆਰਾ ਦੇ ਧਰ ਲਈ, ਹੁਣ ਮੈਂ ਅੱਖਾਂ ਨਹੀਂ ਖੋਲਣੀਆਂ ਹੈ, ਕਿਉਂਕਿ ਇੱਕ ਵਾਰ ਇਹਨਾਂ ਅੱਖਾਂ ਨਾਲ ਵਾਸਨਾ ਦੀ ਐਸੀ ਪਕੜ ਵਿੱਚ ਆ ਗਿਆ ਕਿ ਐਡੀ ਮੰਜ਼ਿਲ ਨੇੜੇ ਹੁੰਦਿਆਂ ਹੋਇਆਂ ਵੀ ਮੈਂ ਆ ਯੂਨੀ ਚਲਾ ਗਿਆ। ਇਸ ਲਈ ਕਹਿੰਦੇ ਏਕ ਮੋਹ ਕੇ ਕਾਰਨੇ ਭਰਤ ਧਰੀ ਦੁਈ ਦੇਹ, ਉਹ ਭਰਤ ਮੁਨੀ ਨੇ 2 ਵਾਰ ਦੇਹ ਧਾਰੀ। ਕਹਿੰਦੇ ਸੋ ਨਰ ਕੈਸੇ ਛੁੱਟ ਹੀ ਜਾ ਕੋ ਬਹੁਤ ਸਨੇਹ, ਤਾਂ ਉਹ ਬੰਦੇ ਕਿੱਦਾਂ ਛੁੱਟਣਗੇ ਜਿਹੜੇ ਇੱਥੇ ਵੀ ਕਾਮ ਦੀਆਂ ਨਜ਼ਰਾਂ ਨਾਲ ਦੇਖ ਰਹੇ, ਉੱਧਰ ਵੀ ਕਾਮ ਦੀਆਂ ਨਜ਼ਰਾਂ ਨਾਲ ਦੇਖ ਰਹੇ, ਇਹਦੇ ਨਾਲ ਵੀ ਕਾਮ, ਉਹਦੇ ਨਾਲ ਵੀ ਕਾਮ, ਚਾਹੇ ਔਰਤ ਹੋਵੇ ਮਰਦ ਹੋਵੇ, ਕਹਿੰਦੇ ਉਹਦਾ ਛੁਟਕਾਰਾ ਕਿੱਦਾਂ ਹੋਏਗਾ, ਉਹਨੂੰ ਪਤਾ ਨਹੀਂ ਕਿੰਨੀਆਂ ਯੂਨੀਆਂ ਲੈਣੀਆਂ ਪਏਗੀਆਂ। ਇਸ ਲਈ ਕਹਿੰਦੇ ਹੈ ਕਿ ਵਾਸਨਾ ਤੋਂ ਬਚੋ, ਆਪਣੇ ਮਾਲਿਕ ਨਾਲ ਪਿਆਰ ਕਰੋ, ਆਪਣੇ ਪ੍ਰਭੂ ਨਾਲ ਪਿਆਰ ਕਰੋ। ਇਸ ਲਈ ਸਮਝਣਾ ਜ਼ਰਾ। ਸੋ ਇਹੀ ਗੱਲ ਗੀਤਾ ਦੇ ਅੰਦਰ ਵੀ ਸ਼੍ਰੀ ਕ੍ਰਿਸ਼ਨ ਦੱਸ ਰਹੇ ਹੋ, ਗਰੁੜ ਪੁਰਾਣ ਦੇ ਵਿੱਚ ਵੀ ਤੁਸੀਂ ਪੜ੍ਹ ਸਕਦੇ ਹੋ। ਹਾਂ ਕਈ ਜੀ ਸ਼ਾਇਦ ਇਹ ਗੱਲ ਦਾ ਮਜ਼ਾਕ ਉਡਾਣ, ਪਰ ਮਜ਼ਾਕ ਉਹੀ ਉਡਾਉਂਦੇ ਆ ਜਿਨ੍ਹਾਂ ਨੂੰ ਸਮਝ ਨਾ ਹੋਵੇ ਜਾਂ ਜਿਨ੍ਹਾਂ ਨੂੰ ਵਿਸ਼ਵਾਸ ਨਾ ਹੋਵੇ। ਕਈ ਤਾਂ ਕਹਿੰਦੇ ਰੱਬ ਦਾ ਵੀ ਮਜ਼ਾਕ ਉਡਾਉਂਦੇ ਕਿ ਹੈ ਨਹੀਂ ਰੱਬ, ਪਰ ਉਹਨਾਂ ਦੇ ਮਜ਼ਾਕ ਉਡਾਉਣ ਨਾਲ ਕੋਈ ਗੱਲ ਝੂਠ ਨਹੀਂ ਹੋ ਜਾਣੀ। ਤਾਂ ਹੀ ਅਸੀਂ ਵਾਰ-ਵਾਰ ਕਹਿੰਦੇ ਸ਼੍ਰੀ ਕ੍ਰਿਸ਼ਨ ਦੀ ਗੀਤਾ ਪੜ੍ਹ ਕੇ ਦੇਖ ਲਓ, ਗਰੁੜ ਪੁਰਾਣ ਪੜ੍ਹ ਕੇ ਦੇਖ ਲਓ, ਉੱਥੇ ਪਤਾ ਲੱਗ ਜਾਏਗਾ ਕਿ ਜਿਹੜਾ ਬੰਦਾ ਪਾਪੀ ਹੁੰਦਾ ਹੈ, ਉਹ ਕਹਿੰਦੇ ਉਹਦੀ ਆਤਮਾ ਇੰਦਰੀ ਦੇ ਜ਼ਰੀਏ ਨਿਕਲਦੀ ਹੈ, ਔਰ ਉਹਦਾ ਸਬੂਤ ਵੀ ਉਹ ਦੱਸਦੇ ਹੈ ਕਿ ਉੱਥੋਂ ਉਹਦਾ ਵੀਰ ਜਾਂ ਪਾਣੀ ਦੀਆਂ ਬੂੰਦਾਂ ਨਿਕਲੀਆਂ ਹੋਣਗੀਆਂ, ਤੜਫ ਕੇ ਗਿਆ ਹੋਏਗਾ ਜਿਹੜਾ, ਜਿਹਦਾ ਕਹਿੰਦੇ ਚੈੱਕ ਕਰ ਸਕਦੇ ਹੋ ਤੁਸੀਂ। ਫਿਰ ਉਸ ਤੋਂ ਬਾਅਦ ਕਹਿੰਦੇ ਆਤਮਾ, ਫਿਰ ਜਿਹੜਾ ਇਨਸਾਨ ਤਾਂ ਪਾਪੀ ਹੁੰਦਾ ਹੈ, ਨਸ਼ੇ ਕਰਨ ਵਾਲਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਫਸਿਆ, ਉਹ ਤਮੋ ਗੁਣੀ ਹੈ, ਉਹਦੀ ਆਤਮਾ ਇਦਾਂ ਨਿਕਲਦੀ ਹੈ। ਤਾਂ ਜਿਹੜਾ ਥੋੜਾ ਉੱਪਰ ਰਜੋ ਗੁਣੀ ਆ ਜਾਂਦਾ ਹੈ, ਉਹ ਤਮੋ ਗੁਣੀ ਤੋਂ ਉੱਪਰ ਹੁੰਦਾ ਹੈ, ਜਿਹੜਾ ਚੰਗਾ ਕਰਮ ਵੀ ਕਰਦਾ ਹੈ ਮਾੜਾ ਕਰਮ ਵੀ ਕਰਦਾ ਹੈ, ਫਿਰ ਉਹ ਥੋੜਾ ਹੋਰ ਉੱਪਰ ਆ ਜਾਂਦਾ ਹੈ, ਉਹਦੀ ਆਤਮਾ ਹਿਰਦੇ ਚੱਕਰ ਤੇ ਇਕੱਠੀ ਹੋ ਜਾਂਦੀ ਹੈ, ਉਹਦੀ ਸੁਰਤੀ ਹਿਰਦੇ ਚੱਕਰ ਤੇ ਇਕੱਠੀ ਹੋ ਜਾਂਦੀ ਹੈ। ਫਿਰ ਉਹਦੀ ਆਤਮਾ ਜਦੋਂ ਨਿਕਲਦੀ ਹੈ ਤਾਂ ਹਿਰਦੇ ਚੱਕਰ ਦੇ ਜ਼ਰੀਏ, ਕਿਉਂਕਿ ਇਹ ਚੱਕਰ ਇਹ ਫਿਜ਼ੀਕਲੀ ਇਹ ਸਥੂਲ ਸਰੀਰ ਚੋਂ ਨਜ਼ਰ ਨਹੀਂ ਆਉਂਦਾ, ਇਹ ਸੂਖਸ਼ਮ ਸਰੀਰ 'ਚ ਹੈ ਚੱਕਰ, ਇਹ 7 ਚੱਕਰਾਂ ਦੀ ਜਿਹੜੀ ਗੱਲ ਹੋਈ ਹੈ ਇਹ ਅੰਦਰ ਹੈ। ਹੁਣ ਉਹਦੀ ਹਿਰਦੇ ਚੱਕਰ ਚੋਂ ਨਿਕਲਦੀ ਹੈ ਤਾਂ ਉਹਦੇ ਚਾਂਸ ਹੁੰਦੇ ਆ ਆਦਮੀ ਬਣਨ ਦੇ, ਕਿ ਇਹ ਹਿਰਦੇ ਚੱਕਰ ਤੱਕ ਪਹੁੰਚ ਗਿਆ, ਇਹਨਾਂ ਕੋਈ ਪਾਪ ਕਰਮ ਜ਼ਿਆਦਾ ਨਹੀਂ ਕੀਤੇ, ਭਲਾ ਵੀ ਕੀਤਾ ਚੰਗਾ ਵੀ ਕੀਤਾ, ਜਿਹਦਾ ਸੌਦਾ ਕਹਿੰਦਾ ਪੂਰਾ ਪੂਰਾ ਹੀ ਰੱਖਿਆ, ਤਾਂ ਇਹ ਦੁਬਾਰਾ ਕੁਦਰਤ ਮੌਕਾ ਦਿੰਦੀ ਤੂੰ ਇਨਸਾਨ ਬਣ, ਕਿਉਂਕਿ ਹੁਣ ਮੌਕਾ ਹੈ ਦੁਬਾਰਾ ਸ਼ਾਇਦ ਤੂੰ ਜ਼ਿਆਦਾ ਅੱਛਾ ਕਰ ਸਕੇ। ਫਿਰ ਜਿਹੜਾ ਇਸ ਤੋਂ ਉੱਚੀ ਸਟੇਜ ਆਉਂਦੀ, ਗੁਰੂ ਨਾਲ ਜੁੜਿਆ, ਜਿਹੜਾ ਨਾਮ ਨਾਲ ਜੁੜਿਆ, ਸ਼ਬਦ ਨਾਲ ਜੁੜਿਆ ਹੈ, ਜਿਹੜਾ ਨਾਮ ਜਪਣ ਵਾਲਾ ਹੈ, ਉਹਦੀ ਆਤਮਾ ਆਗਿਆ ਚੱਕਰ 'ਚ ਇਕੱਠੀ ਹੁੰਦੀ ਹੈ, ਆਗਿਆ ਚੱਕਰ ਇੱਥੇ ਇਕੱਠੀ ਹੁੰਦੀ ਹੈ। ਫਿਰ ਇੱਥੇ ਆਗਿਆ ਚੱਕਰ 'ਚੋਂ ਜਿਹਦੀ ਆਤਮਾ ਇਕੱਠੀ ਹੁੰਦੀ ਹੈ, ਫਿਰ ਉਹਨੂੰ ਇੱਕ ਪ੍ਰਕਾਸ਼ ਨਜ਼ਰ ਆਉਂਦਾ ਹੈ, ਔਰ ਉਹਦੀ ਆਤਮਾ ਬੜੀ ਸਹਿਜਤਾ ਨਾਲ ਨਿਕਲ ਜਾਂਦੀ ਹੈ। ਹੁਣ ਗੱਲ ਬੜੀ ਡਿਟੇਲ ਨਾਲ ਇੱਥੇ ਕਰ ਨਹੀਂ ਸਕਦੇ ਕਿਉਂਕਿ ਟਾਈਮ ਬਹੁਤ ਹੋ ਜਾਣਾ ਹੈ, ਇੱਥੇ ਸਿਰਫ ਦੱਸ ਰਹੇ ਹਾਂ ਤੁਹਾਨੂੰ ਕਿ ਆਗਿਆ ਚੱਕਰ 'ਚੋਂ ਜਦੋਂ ਆਤਮਾ ਨਿਕਲਦੀ ਹੈ ਤਾਂ ਅਸੀਂ ਉਹਨੂੰ ਕਹਿੰਦੇ ਮੁਕਤੀ, ਦੁੱਖਾਂ ਤੋਂ ਮੁਕਤੀ, ਪਰੇਸ਼ਾਨੀਆਂ ਤੋਂ ਮੁਕਤੀ। ਮੋਕਸ਼ ਨਹੀਂ ਮਿਲਿਆ ਹਲੇ, ਮੋਕਸ਼ ਦਾ ਮਤਲਬ ਹੈ ਪਰਮਾਤਮਾ ਨੂੰ ਪਾਣਾ। ਹੁਣ ਇਹ ਆਤਮਾ ਜਿਹਦੀ ਆਗਿਆ ਚੱਕਰ 'ਚੋਂ ਨਿਕਲਦੀ ਹੈ ਭਗਤੀ ਕਰਕੇ, ਬੰਦਗੀ ਕਰਕੇ, ਉਹ ਜੇ ਦੁਬਾਰਾ ਜੂਨੀ ਚਾਹੁੰਦੀ ਤਾਂ ਉਹਦੇ ਨਾਲ ਉਹ ਸ਼ਕਤੀਆਂ ਜੁੜੀਆਂ ਹੁੰਦੀਆਂ ਜੋ ਉਹਨਾਂ ਸਿਮਰਨ ਕਰਕੇ ਇਕੱਠੀਆਂ ਕੀਤੀਆਂ ਹੁੰਦੀਆਂ। ਫਿਰ ਅਗਲੇ ਜਨਮ 'ਚ ਵੀ ਉਹਨੂੰ ਆਪਣਾ ਗਿਆਨ ਹੁੰਦਾ, ਆਪਣੀ ਸਮਝ ਹੁੰਦੀ ਹੈ। ਜਿੱਦਾਂ ਮਹਾਤਮਾ ਬੁੱਧ ਦੇ ਜੀਵਨ ਬਾਰੇ ਪੜ੍ਹੋ, ਮਹਾਤਮਾ ਬੁੱਧ ਨੂੰ ਜਦੋਂ ਗਿਆਨ ਹੋਇਆ ਉਹਨਾਂ ਨੇ ਦੱਸਿਆ ਕਿ ਪਿਛਲੇ ਜਨਮ 'ਚ ਮੈਂ ਹਾਥੀ ਸੀ, ਮੈਨੂੰ ਗਿਆਨ ਹੋ ਗਿਆ, ਪਿਛਲੇ ਜਨਮ 'ਚ ਮੈਂ ਹਾਥੀ ਸੀ। ਇਹ ਮਹਾਤਮਾ ਬੁੱਧ ਦੀ ਜੀਵਨੀ 'ਚ ਪੜ੍ਹ ਸਕਦੇ ਹੋ ਤੁਸੀਂ। ਇਹ ਤਾਂ ਬੰਦਾ ਕਹਿੰਦਾ ਲੈ ਇਹ ਜੂਨੀਆਂ ਤਾਂ ਹੈ ਹੀ ਨਹੀਂ, ਤਾਂ ਗੁਰੂ ਇਹ ਵੀ ਲਿਖ ਗਏ ਕਿ ਕਈ ਜਨਮ ਭੇ ਕੀਟ ਪਤੰਗਾ, ਕਈ ਜਨਮ ਗੱਜ ਮੀਨ ਪਰੰਗਾ। ਦੇਖੋ ਗੁਰੂਆਂ ਨੇ ਵੀ ਬਾਣੀ 'ਚ ਲਿਖਿਆ ਹੈ, ਤੇ ਇਹਦਾ ਮਤਲਬ ਜੂਨੀਆਂ ਹੈ, ਕੋਈ ਮੰਨੇ ਨਾ ਮੰਨੇ। ਜਿੱਦਾਂ ਅਸੀਂ ਕਹਿੰਦੇ ਕਈ ਉੱਲੂ ਹੁੰਦੇ ਕਹਿੰਦੇ ਸੂਰਜ ਹੈ ਹੀ ਨਹੀਂ, ਤਾਂ ਹੁਣ ਉਹਨਾਂ ਦੇ ਕਹਿਣ ਨਾਲ ਸੂਰਜ ਖਤਮ ਥੋੜੀ ਹੋ ਜਾਣਾ ਹੈ। ਇਹ ਤਾਂ ਉੱਲੂ ਕੋਲ ਹੀ ਅੱਖ ਨਹੀਂ ਕਿ ਸੂਰਜ ਦੇਖ ਸਕੇ, ਇਹ ਜਿਹਨਾਂ ਕੋ ਅੱਖ ਹੈ ਉਹਨਾਂ ਨੂੰ ਪਤਾ ਸੂਰਜ ਹੈ। ਹੁਣ ਕਿਹਾ ਜਾਂਦਾ ਹੈ ਕਿ ਜਿਹੜੇ ਹੋਰ ਜ਼ਿਆਦਾ ਮਿਹਨਤ ਕਰਦੇ ਆ, ਜੀਂਦੇ ਜੀ ਜਿਨ੍ਹਾਂ ਨੇ ਆਨੰਦ ਦੀ ਅਵਸਥਾ ਨੂੰ ਜਾਣ ਲਿਆ, ਆਪਣੇ ਪਰਮਾਤਮਾ ਨੂੰ ਜਾਣ ਲਿਆ, ਉਹਨਾਂ ਦੀ ਆਤਮਾ ਸਹਿਸਤਰਾਰ ਚੋਂ, ਕ੍ਰਾਉਨ ਚੱਕਰਾ ਚੋਂ, ਜਿਹਨੂੰ ਬ੍ਰਹਮਰੰਦਰ ਕਿਹਾ ਜਾਂਦਾ ਹੈ, ਯਾਨੀ ਇੱਥੋਂ ਆਤਮਾ ਨਿਕਲਦੀ ਹੈ ਉਹਨਾਂ ਦੀ, ਔਰ ਉਹ ਜਾਂਦੇ ਆ ਸਿੱਧੇ ਆਪਣੀ ਮੋਕਸ਼ ਦੀ ਤਰਫ, ਮੰਜ਼ਿਲ ਦੀ ਤਰਫ, ਜਿਹਨੂੰ ਕਬੀਰ ਸਾਹਿਬ ਨੇ ਕਿਹਾ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਇਸ ਲਈ ਸਮਝਣਾ, ਇਹ ਗੱਲ ਯਾਦ ਰੱਖਣਾ। ਤਾਂ ਹੀ ਤਾਂ ਤੁਸੀਂ ਕਈਆਂ ਗੁਰੂਆਂ ਰਹਿਬਰਾਂ ਦੀ ਜ਼ਿੰਦਗੀ ਬਾਰੇ ਪੜ੍ਹਿਆ ਹੋਏਗਾ, ਪਿਛਲੇ ਜਨਮ 'ਚ ਮੈਂ ਇੱਥੇ ਬਹਿ ਕੇ ਤਪੱਸਿਆ ਕੀਤੀ ਸੀ, ਪਿਛਲੇ ਜਨਮ 'ਚ ਮੈਂ ਇੱਥੇ ਬਹਿ ਕੇ ਤਪ ਕੀਤਾ ਸੀ, ਕਿਉਂਕਿ ਆਗਿਆ ਚੱਕਰ ਤੱਕ ਪਹੁੰਚ ਗਏ ਸੀ।
ਪਰ ਹੁਣ ਦੁਬਾਰਾ ਜਨਮ ਲੈਣਾ ਪਿਆ ਕਰਾਉਨ ਚੱਕਰ ਤੱਕ ਪਹੁੰਚਣ ਵਾਸਤੇ, ਔਰ ਹੁਣ ਪਰਮਾਤਮਾ ਦਾ ਰੂਪ ਹੋ ਗਏ, ਉਹ 'ਚ ਲੀਨ ਹੋ ਗਏ। ਪੜ੍ਹਦੇ ਆ ਕਿ ਨਹੀਂ? ਜਾਂ ਇਦਾਂ ਹੋਰ ਵੀ ਕਈਆਂ ਸੰਤਾਂ ਫਕੀਰਾਂ ਦੀਆਂ ਜ਼ਿੰਦਗੀਆਂ ਦੀਆਂ ਸਾਖੀਆਂ ਹੈ ਕਿ ਪਿਛਲੇ ਜਨਮ 'ਚ ਉਹਨਾਂ ਨੇ ਭਗਤੀ ਕੀਤੀ, ਪਰ ਕਿਸੇ ਕਮੀ ਦੇ ਕਾਰਨ ਦੁਬਾਰਾ ਆਏ ਔਰ ਉਹ ਰੱਬ ਦਾ ਰੂਪ ਹੋ ਕੇ ਸਾਰੀ ਦੁਨੀਆ ਨੂੰ ਤਾਰ ਦਿੱਤਾ। ਆਗਿਆ ਚੱਕਰ ਤੱਕ ਸਿਮਰਨ ਕਰਨ ਵਾਲੇ ਪਹੁੰਚਦੇ ਹੈ, ਜਿਹੜੇ ਗੁਰੂ ਦਾ ਧਿਆਨ ਕਰਨ ਵਾਲੇ ਹੈ, ਜਿਹੜੇ ਧਿਆਨ ਤੇ ਬੈਠਣ ਵਾਲੇ ਹੈ। ਪਰ ਜਿਨ੍ਹਾਂ ਨੇ ਧਿਆਨ ਤੇ ਬਹਿ ਕੇ ਆਪਣੀ ਮੰਜ਼ਿਲ ਨੂੰ ਪਾ ਲਿਆ, ਉਹ ਸਹਿਸਤਰਾਰ। ਇਸ ਲਈ ਪੁਰਾਣੇ ਸਮੇਂ ਦੇ ਅੰਦਰ ਜਰਾ ਗੌਰ ਕਰਨਾ, ਪੁਰਾਣੇ ਸਮੇਂ ਦੇ ਅੰਦਰ ਜਦੋਂ ਇਨਸਾਨ ਮਰਦਾ ਸੀ ਤਾਂ ਰਿਸ਼ੀ ਮੁਨੀ ਯੋਗੀ ਕੀ ਕਰਦੇ ਹੁੰਦੇ ਸੀ? ਉਹ ਮੁਰਦੇ ਦੇ ਸਿਰ 'ਚ ਡਾਂਗ ਮਾਰਦੇ ਹੁੰਦੇ ਸੀ। ਅੱਜ ਵੀ ਸ਼ਾਇਦ ਕਈ ਜਗ੍ਹਾ ਹੁੰਦਾ ਹੋਏਗਾ ਕਿ ਜਦੋਂ ਚਿਤਾ 'ਚ ਲਟਾਇਆ ਜਾਂਦਾ ਡੰਡਾ ਮਾਰਿਆ ਜਾਂਦਾ ਉਹਦੇ ਸਿਰ 'ਚ। ਉਹ ਪਹਿਲੇ ਸਮੇਂ 'ਚ ਕੀ, ਜਦੋਂ ਬੰਦਾ ਮਰ ਗਿਆ ਉਹਦੇ ਸਿਰ 'ਚ ਇੱਥੇ ਸਹਿਸਤਰਾਰ 'ਚ ਡਾਂਗ ਮਾਰਦੇ ਸੀ, ਤਾਂ ਕਿ ਮਰਨ ਤੋਂ ਬਾਅਦ ਉਹ ਮੰਨਦੇ ਸੀ ਕਿ ਜੇ ਆਤਮਾ ਇਹਦੀ ਬੋਡੀ 'ਚ ਹੈ, ਇੱਥੇ ਡਾਂਗ ਮਾਰਾਂਗੇ ਇੱਧਰ ਨੂੰ ਖਿੱਚ ਪਏਗੀ ਤੇ ਇੱਥੋਂ ਨਿਕਲ ਗਈ ਤਾਂ ਮੋਕਸ਼, ਇਹਨੂੰ ਮੁਕਤੀ ਮਿਲ ਜਾਣੀ। ਜਿੱਦਾਂ ਬੰਦਾ ਕਹਿੰਦਾ ਨਾ ਜੇ ਧਿਆਨ ਇੱਥੇ ਉੱਥੇ ਹੈ, ਫਰਜ਼ ਕਰੋ ਤੁਹਾਡਾ ਧਿਆਨ ਹਿਰਦੇ 'ਚ ਹੈ, ਤੁਹਾਡਾ ਧਿਆਨ ਕੰਠ ਤੇ ਹੈ, ਤਾਂ ਅਚਾਨਕ ਕੋਈ ਆ ਕੇ ਤੁਹਾਡੇ ਸਿਰ ਤੇ ਜ਼ੋਰ ਨਾ ਮਾਰ ਦੇਵੇ, ਤੁਹਾਡਾ ਧਿਆਨ ਫੌਰਨ ਉੱਧਰ ਚਲਾ ਜਾਣਾ ਹੈ। ਉਹ ਕਹਿੰਦੇ ਜਦੋਂ ਬੰਦਾ ਮਰ ਗਿਆ ਨਾਲ ਹੀ ਉਹ ਸਿਰ ਤੇ ਚੋਟ ਕਰਦੇ ਹੁੰਦੇ ਸੀ, ਡੰਡਾ ਮਾਰਨਾ ਜਾਂ ਸਿਰ ਤੇ ਉਹਨਾਂ ਨੇ ਜ਼ੋਰ ਨਾਲ ਚੋਟ ਕਰਨੀ, ਤਾਂ ਕਿ ਜੇ ਬੰਦੇ ਦੀ ਆਤਮਾ ਜੇ ਬੋਡੀ 'ਚ ਹੀ ਹੈ ਨਾ, ਤਾਂ ਕਿਸੇ ਹੋਰ ਅੰਗ 'ਚ ਹੀ ਨਿਕਲਣ ਦੀ ਬਜਾਏ ਇਹ ਸਿੱਧੀ ਸਹਿਸਤਰਾਰ 'ਚੋਂ ਨਿਕਲੇ, ਤਾਂ ਕਿ ਇਹਨੂੰ ਮੋਕਸ਼ ਮਿਲ ਜਾਵੇ। ਕਿਉਂਕਿ ਇਹਨੂੰ ਬ੍ਰਹਮਰੰਦਰ ਕਿਹਾ ਜਾਂਦਾ। ਬ੍ਰਹਮਰੰਦਰ ਦਾ ਮਤਲਬ ਬ੍ਰਹਮ ਦਾ ਦੁਆਰ। ਬ੍ਰਹਮ ਦਾ ਮਤਲਬ ਆ ਵਿਸ਼ਨੂੰ ਬ੍ਰਹਮਾ ਮਹੇਸ਼ ਨਹੀਂ, ਬ੍ਰਹਮ ਦਾ ਮਤਲਬ ਪਰਮਾਤਮਾ, ਉਹ ਪ੍ਰਭੂ। ਜਦੋਂ ਇੱਥੋਂ ਆਤਮਾ ਨਿਕਲਦੀ ਹੈ ਇਹਨੂੰ ਬ੍ਰਹਮਰੰਦਰ ਕਿਹਾ ਜਾਂਦਾ ਹੈ। ਸਹਿਸਤਰਾਰ ਇਹ ਪਰਮਾਤਮਾ 'ਚ ਸਿੱਧੀ ਲੀਨ ਹੁੰਦੀ ਹੈ, ਇਹਨੂੰ ਕਹਿੰਦੇ ਆਨੰਦ ਦੀ ਅਵਸਥਾ। ਇਸ ਲਈ ਇਹ ਅਵਸਥਾ ਬੜੀ ਆਨੰਦਮਈ ਹੈ। ਇਸ ਲਈ ਇੱਕ ਡਾਕਟਰ ਦਾ ਨਾਮ ਦੱਸਾਂਗੇ ਅਸੀਂ, ਜਿਨ੍ਹਾਂ ਦਾ ਨਾਮ ਹੈ ਡਾਕਟਰ ਰੇਮੰਡ ਮੂਡੀ। ਡਾਕਟਰ ਰੇਮੰਡ ਮੂਡੀ ਉਹਦਾ ਨਾਮ ਹੈ। ਉਸ ਡਾਕਟਰ ਨੇ ਕਈ ਬੰਦਿਆਂ ਤੇ ਲਿਖਤ 'ਚ ਆਇਆ ਹੈ, ਕਿਉਂਕਿ ਉਹਨਾਂ ਕਿਤਾਬ ਵੀ ਲਿਖੀ ਹੈ ਲਾਈਫ ਆਫਟਰ ਲਾਈਫ, ਉਹਦੀ ਕਿਤਾਬ ਦਾ ਨਾਮ ਵੀ ਹੈ, ਜਿਹਦੇ 'ਚ ਦੱਸਿਆ ਹੈ ਕਿ ਮਰਨ ਤੋਂ ਬਾਅਦ ਕੀ ਹੁੰਦਾ ਹੈ। ਹੁਣ ਤੁਸੀਂ ਕਹਿਣਾ ਜੀ ਮਰਨ ਤੋਂ ਬਾਅਦ ਕੀ ਹੁੰਦਾ, ਡਾਕਟਰ ਨੂੰ ਕਿੱਦਾਂ ਪਤਾ? ਤਾਂ ਉਹ ਡਾਕਟਰ ਇੱਕ ਮਨੋਚਿਕਿਤਸਕ ਵੀ ਹੈ, ਇੱਕ ਦਾਰਸ਼ਨਿਕ ਵੀ ਹੈ। ਤਾਂ ਉਹਨਾਂ ਪੂਰੇ ਵਰਲਡ 'ਚ ਘੁੰਮ ਕੇ ਉਹਨਾਂ ਬੰਦਿਆਂ ਨੂੰ ਮਿਲਿਆ, ਉਹਨਾਂ ਬੰਦਿਆਂ ਦੀ ਰਿਸਰਚ ਕੀਤੀ ਜਿਹੜੇ ਮਰਨ ਤੋਂ ਬਾਅਦ ਦੁਬਾਰਾ ਜੀਂਦੇ ਹੋਏ ਸੀ। ਇਹ ਵਿਗਿਆਨਕ ਦੀ ਗੱਲ ਕਰ ਰਹੇ ਹਾਂ ਅਸੀਂ, ਇਹ ਕਿਸੇ ਸਾਧੂ ਸੰਤ ਦੀ ਗੱਲ ਨਹੀਂ ਕਰ ਰਹੇ। ਕਿਉਂਕਿ ਬੰਦਾ ਕਹੇ ਵਿਗਿਆਨ ਦਾ ਕੀ ਪ੍ਰੂਫ ਹੈ, ਤੁਸੀਂ ਤਾਂ ਸੰਤਾਂ ਦੀਆਂ ਗੱਲਾਂ ਕਰਦੇ ਹੋ, ਕ੍ਰਿਸ਼ਨ ਨੇ ਆਹ ਕਿਹਾ, ਗਰੁੜ ਪੁਰਾਣ 'ਚ ਆਹ ਕਿਹਾ, ਪਰ ਸਾਨੂੰ ਇਹ ਦੱਸੋ ਸਾਇੰਸ ਨੇ ਕੀ ਕਿਹਾ। ਤੇ ਇੱਥੇ ਅਸੀਂ ਡਾਕਟਰ ਰੇਮੰਡ ਮੂਡੀ, ਉਹਦੇ ਬਾਰੇ ਤੁਸੀਂ ਪੜ੍ਹ ਵੀ ਸਕਦੇ ਹੋ, ਨੈੱਟ ਤੇ ਦੇਖ ਵੀ ਸਕਦੇ ਹੋ, ਉਹਦੀਆਂ ਕਿਤਾਬਾਂ ਵੀ ਹੈ। ਉਹਨਾਂ ਵੀ ਦੱਸਿਆ ਹੈ ਕਿ ਜਦੋਂ ਬੰਦੇ ਦੀ ਆਤਮਾ ਨਿਕਲਦੀ ਹੈ ਤਾਂ ਉਹਨਾਂ ਰਿਸਰਚ ਕੀਤੀ ਉਹ ਮੁਰਦਿਆਂ ਤੇ ਜਿਹੜੇ ਮਰਨ ਤੋਂ ਬਾਅਦ ਦੁਬਾਰਾ ਜੀਂਦੇ ਹੋਏ, ਕਿ ਜਿਹੜੇ ਨੇਕ ਲੋਕ ਸੀ, ਕਿ ਦੱਸਦੇ ਆ ਕਿ ਜਦੋਂ ਉਹਨਾਂ ਦੀ ਮੌਤ ਹੋਈ, ਉਹ ਕਹਿੰਦੇ ਲਿਖਿਆ ਹੈ ਕਿ ਜਦੋਂ ਮੌਤ ਹੁੰਦੀ ਹੈ ਤਾਂ ਸਰੀਰ ਬਿਲਕੁਲ ਹਲਕਾ ਹੋ ਜਾਂਦਾ ਹੈ, ਯਾਨੀ ਆਤਮਾ ਨਿਕਲਦੀ ਹੈ, ਉਹ ਆਤਮਿਕ ਸਰੀਰ ਬਿਲਕੁਲ ਹਲਕਾ ਹੋ ਜਾਂਦਾ ਹੈ। ਬੜਾ ਸੁਹਾਨਾ ਇੱਕ ਪ੍ਰਕਾਸ਼, ਸਾਰੇ ਦੁੱਖ ਸਾਰੀਆਂ ਚਿੰਤਾਵਾਂ ਹੀ ਮਿਟ ਜਾਂਦੀਆਂ ਹੈ। ਉਹ ਦੱਸਦੇ ਇੱਕ ਮਰੀਜ਼ ਬਾਰੇ ਉਹਨਾਂ ਨੇ ਲਿਖਿਆ ਆਪਣੀ ਕਿਤਾਬ 'ਚ, ਉਹ ਮਰੀਜ਼ ਦਾ ਨਾਮ ਹੁਣ ਸਾਨੂੰ ਯਾਦ ਨਹੀਂ, ਪਰ ਤੁਸੀਂ ਪੜ੍ਹ ਸਕਦੇ ਹੋ ਉਹਨਾਂ ਦੀ ਕਿਤਾਬ ਲਾਈਫ ਆਫਟਰ ਲਾਈਫ ਦੇ ਵਿੱਚ, ਕਿ ਇੱਕ ਹਸਪੀਟਲ 'ਚ ਮਰੀਜ਼ ਸੀ। ਉਹ ਜਦੋਂ ਮਰਿਆ ਤਾਂ ਡਾਕਟਰ ਦੌੜੇ, ਉਹਨੂੰ ਮਸ਼ੀਨਾਂ ਲਾ ਰਹੇ, ਜਿੱਦਾਂ ਹੁੰਦਾ ਨਾ ਝਟਕੇ ਵਾਲੀ ਮਸ਼ੀਨ, ਦਿਲ ਤੇ ਲਾਣਾ ਵੀ ਇਹਦਾ ਦਿਲ ਦੁਬਾਰਾ ਚੱਲ ਪਵੇ। ਹੁਣ ਉਹ ਬੰਦਾ ਦੁਬਾਰਾ ਜੀਂਦਾ ਹੋਇਆ ਕੋਈ 5-7 ਮਿੰਟ ਬਾਅਦ। ਜਦੋਂ ਜੀਂਦਾ ਹੋਇਆ ਤਾਂ ਉਹਨਾਂ ਆਪਣਾ ਅਨੁਭਵ ਦੱਸਿਆ, ਕਹਿੰਦਾ ਮੈਂ ਜਦੋਂ ਮਰਿਆ ਆਪਣੀ ਆਤਮਾ ਨਿਕਲੀ, ਮੈਂ ਆਪਣੇ ਸਰੀਰ ਨੂੰ ਦੇਖਿਆ, ਪਰ ਮੈਂ ਉੱਪਰ ਦੇਖਿਆ ਬੜਾ ਪ੍ਰਕਾਸ਼ ਹੈ, ਬੜਾ ਸੋਹਣਾ ਸੰਗੀਤ ਵੱਜ ਰਿਹਾ ਹੈ, ਚਾਰੋਂ ਤਰਫ ਫੁੱਲ ਹੀ ਫੁੱਲ ਖਿਲੇ ਹੋਏ ਹੈ, ਬੜਾ ਆਨੰਦ ਆ ਰਿਹਾ ਸੀ। ਇੱਧਰ ਮੈਂ ਸਰੀਰ ਨੂੰ ਦੇਖ ਰਿਹਾ ਸੀ ਕਿ ਡਾਕਟਰ ਮੈਨੂੰ ਦੁਬਾਰਾ ਜੀਂਦਾ ਕਰਨ ਦੀ ਕੋਸ਼ਿਸ਼ ਕਰ ਰਿਹਾ, ਤਾਂ ਮੈਂ ਕਿਹਾ ਨਾ ਕਰੋ, ਓਏ ਨਾ ਕਰੋ, ਮੈਂ ਬੜੇ ਆਨੰਦ ਵਿੱਚ ਹਾਂ। ਕਿਉਂਕਿ ਉੱਥੇ ਕੋਈ ਪੀੜਾ ਹੀ ਨਹੀਂ ਸੀ। ਹਸਪੀਟਲ ਸੂਈਆਂ ਲੱਗੀਆਂ ਹੋਈਆਂ, ਪੀੜਾ ਹੈ। ਹਸਪੀਟਲ 'ਚ ਗਲੂਕੋਸ਼ ਲੱਗਾ, ਪੀੜਾ ਹੈ। ਆਕਸੀਜਨ ਲੱਗੀ ਹੈ, ਪੀੜਾ ਹੈ, ਦਰਦ ਹੈ। ਪਰ ਇੱਥੇ ਕੋਈ ਦਰਦ ਹੀ ਨਹੀਂ ਹੈ। ਇੰਨੀ ਸ਼ਾਂਤੀ, ਇੰਨਾ ਆਨੰਦ। ਕਹਿੰਦਾ ਮੇਰੀ ਆਤਮਾ ਕਹਿ ਰਹੀ ਸੀ ਨਾ ਨਾ ਨਾ, ਪਰ ਉਹਨਾਂ ਨੇ ਦੁਬਾਰਾ ਝਟਕਾ ਮਾਰਿਆ, ਮੇਰੀ ਆਤਮਾ ਖਿੱਚੀ ਔਰ ਯਕਦਮ ਸਰੀਰ 'ਚ ਆ ਗਈ, ਮੇਰੇ ਸਾਹ ਚੱਲ ਪਏ। ਪਰ ਮੈਂ ਉਹ ਅਨੁਭਵ, ਇੰਨਾ ਆਨੰਦ, ਇਹਨੂੰ ਕਹਿੰਦੇ ਆ ਮੌਤ। ਤਾਂ ਲੋਕ ਤਾਂ ਐਵੇਂ ਮੌਤ ਤੋਂ ਡਰੀ ਜਾਂਦੇ। ਕਹਿੰਦੇ ਉਸ ਤੋਂ ਬਾਅਦ ਉਹ ਕੁਛ ਸਾਲ, ਜਿੰਨੇ ਸਾਲ ਵੀ ਜੀਂਦਾ ਰਿਹਾ, ਮੌਤ ਤੋਂ ਕਦੀ ਡਰਿਆ ਨਹੀਂ, ਮੌਤ ਤੋਂ ਕਦੀ ਡਰਿਆ ਨਹੀਂ। ਔਰ ਪੁੱਛਿਆ ਮੂਡੀ ਨੇ ਕਿ ਜੇ ਤੈਨੂੰ ਪਤਾ ਕਿ ਮਰਨ ਤੋਂ ਬਾਅਦ ਇੰਨਾ ਆਨੰਦ ਹੈ ਤਾਂ ਮਰਨ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਦੁਬਾਰਾ? ਉਹ ਕਹਿੰਦਾ ਮੈਂ ਇਸ ਲਈ ਕੋਸ਼ਿਸ਼ ਨਹੀਂ ਕੀਤੀ ਕਿ ਮੈਂ ਉੱਥੇ ਦੇਖਿਆ ਜਿਹੜੇ ਆਪਣੀ ਮਰਜ਼ੀ ਨਾਲ ਮਰਦੇ ਆ ਨਾ, ਯਾਨੀ ਫਾਂਸੀ ਲੈ ਕੇ, ਜ਼ਹਿਰ ਖਾ ਕੇ, ਉਹਨਾਂ ਦੀ ਆਤਮਾ ਪੀੜਾ 'ਚ ਜਾਂਦੀ ਹੈ। ਜਦੋਂ ਕੁਦਰਤ ਦੀ ਮਰਜ਼ੀ
ਮਰਜ਼ੀ ਨਾਲ ਨੇਕ ਕਰਮ ਕਰਦਾ ਇਨਸਾਨ ਨਿਕਲਦਾ ਹੈ ਤਾਂ ਉਹਨਾਂ ਦੀ ਆਤਮਾ ਫਿਰ ਪ੍ਰਕਾਸ਼ ਵੱਲ ਜਾਂਦੀ ਹੈ। ਕਹਿੰਦੇ ਉੱਥੇ ਦੋ ਚੀਜ਼ਾਂ ਮੈਨੂੰ ਨਜ਼ਰ ਆਈਆਂ, ਇੱਕ ਪ੍ਰਕਾਸ਼, ਇੱਕ ਅੰਧਕਾਰ। ਕੁਝ ਅੰਧਕਾਰ ਵਿੱਚ ਗਿਰ ਰਹੇ ਸੀ ਤਾਂ ਕੁਝ ਪ੍ਰਕਾਸ਼ ਵਿੱਚ ਗਿਰ ਰਹੇ ਸੀ। ਕਹਿੰਦਾ ਜੇ ਮੇਰੇ ਹੱਥ 'ਚ ਹੁੰਦਾ ਮਰਨਾ ਤਾਂ ਮੈਂ, ਸੱਚੀ ਗੱਲ ਹੈ, ਮੈਂ ਤਾਂ ਆਪਣੇ ਆਪ ਨੂੰ ਮਾਰ ਲੈਂਦਾ ਕਿ ਉਹ ਆਨੰਦ 'ਚ ਪਹੁੰਚ ਜਾਂਦਾ, ਪਰ ਜੇ ਮੈਂ ਆਪਣੇ ਆਪ ਨੂੰ ਮਾਰਨਾ ਤਾਂ ਮੈਂ ਅੰਧਕਾਰ 'ਚ ਗਿਰਨਾ ਸੀ ਜਿੱਥੇ ਪੀੜਾ ਹੀ ਪੀੜਾ। ਇਸ ਲਈ ਕਦੀ ਵੀ ਖੁਦਖੁਸ਼ੀ ਨਾ ਕਰੋ, ਜਿੰਨੀ ਮਰਜ਼ੀ ਪਰੇਸ਼ਾਨੀ ਹੋਵੇ, ਕਦੀ ਵੀ ਜ਼ਹਿਰ ਪੀਣ ਦੇ ਬਾਰੇ, ਫਾਂਸੀ ਲਟਕਾਉਣ ਦੇ ਬਾਰੇ ਨਾ ਸੋਚੋ, ਕਿਉਂਕਿ ਜੀਂਦੇ ਜੀ ਤਾਂ ਪੀੜਾ ਹੈ, ਮਰਨ ਤੋਂ ਬਾਅਦ ਜ਼ਿਆਦਾ ਪੀੜਾ ਚਲੀ ਜਾਓਗੇ ਤੁਸੀਂ। ਇਹਦੇ ਨਾਲ ਚੰਗਾ ਸਿਮਰਨ ਕਰੀਏ। ਜੇ ਪਰਿਵਾਰ ਦਾ ਕੋਈ ਮੈਂਬਰ ਧੋਖਾ ਦਿੰਦਾ, ਸੰਸਾਰ ਦਾ ਕੋਈ ਮੈਂਬਰ ਧੋਖਾ ਦਿੰਦਾ ਤਾਂ ਖੁਦਕੁਸ਼ੀ ਨਾ ਕਰੀਏ, ਬਲਕਿ ਸੋਚੀਏ ਕਿ ਹੁਣ ਜ਼ਿੰਦਗੀ ਰੱਬ ਦੇ ਅਰਪਣ, ਹੁਣ ਮੈਂ ਉਹਦੇ ਸਿਮਰਨ 'ਚ, ਉਹਦੀ ਬੰਦਗੀ 'ਚ ਜ਼ਿੰਦਗੀ ਗੁਜ਼ਾਰਨੀ ਹੈ, ਤਾਂ ਕਿ ਜਿੰਦੇ ਜੀ ਦਾ ਦੁੱਖ ਦੇਖਿਆ, ਮਰਨ ਤੋਂ ਬਾਅਦ ਆਤਮਾ ਆਨੰਦ ਨਾਲ ਜੁੜੇ। ਇਹ ਡਾਕਟਰ ਰੇਮੰਡ ਮੂਡੀ ਇੱਕ ਬਾਹਰਲੇ ਵਿਗਿਆਨਿਕ ਹੈ, ਇਹ ਬਾਹਰਲੇ ਡਾਕਟਰ ਹੈ, ਤੁਸੀਂ ਉਹਨਾਂ ਦੀ ਜੀਵਨੀ ਪੜ੍ਹ ਸਕਦੇ ਹੋ। ਉਹਨਾਂ ਦੀ ਟੀਮ ਨੇ, ਉਹਨਾਂ ਦੇ ਨਾਲ ਹੋਰ ਵੀ ਕਈ ਡਾਕਟਰ ਹੈ ਜਿਨ੍ਹਾਂ ਨੂੰ ਨਾਲ ਲੈ ਕੇ ਉਹਨਾਂ ਨੇ ਰਿਸਰਚ ਕੀਤੀ, ਕਿਉਂਕਿ ਇਕੱਲਾ ਬੰਦਾ ਕਦੀ ਰਿਸਰਚ ਨਹੀਂ ਕਰਦਾ, ਆਪਣੇ ਨਾਲ ਟੀਮ ਬਣਾਉਂਦਾ ਇੱਕ। ਔਰ ਉਹਨਾਂ ਨੇ ਇਹਦੇ ਬਾਰੇ ਬਹੁਤ ਕੁਝ ਦੱਸਿਆ ਹੈ ਕਿ ਮਰਨ ਤੋਂ ਬਾਅਦ ਦੇ ਅਨੁਭਵ ਉਹਨਾਂ ਬੰਦਿਆਂ ਦੇ ਜਿਨ੍ਹਾਂ ਨੂੰ ਜ਼ਿੰਦਗੀ ਮਿਲੀ ਸੀ ਤਾਂ ਗਈ। ਉਹਨਾਂ ਨੇ ਦੇਖਿਆ ਅੱਗੇ ਅੰਧਕਾਰ ਹੈ, ਅੱਗੇ ਪੀੜਾ ਹੈ, ਤਾਂ ਕਈਆਂ ਨੇ ਇਹ ਵੀ ਦੱਸਿਆ ਕਿ ਅੱਗੇ ਅਸੀਂ ਆਪਣੇ ਪਿਆਰਿਆਂ ਨੂੰ ਦੇਖਿਆ ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਸੀ, ਉਹ ਸਾਡਾ ਇੰਤਜ਼ਾਰ ਕਰ ਰਹੇ ਹੈ। ਔਰ ਉਹ ਉਹਨਾਂ ਵਾਸਤੇ ਹੀ ਹੈ ਜਿਹੜੇ ਨੇਕ ਅਮਲ ਕਰਦੇ ਹੈ, ਨੇਕ ਕਰਮ ਕਰਦੇ ਹੈ। ਤਾਂ ਜਿਨ੍ਹਾਂ ਦਾ ਧਿਆਨ ਹੀ ਵਿਸ਼ਿਆਂ ਵੱਲ ਹੋਵੇ, ਵਿਕਾਰਾਂ ਵੱਲ ਹੋਵੇ, ਵਾਸਨਾਵਾਂ ਵੱਲ ਹੋਵੇ, ਤਾਂ ਉਹਨਾਂ ਨੇ ਜਾਣਾ ਹੀ ਫਿਰ ਨੀਵੀਂ ਜਗ੍ਹਾ ਹੈ। ਇਸ ਲਈ ਤੁਸੀਂ ਥੋੜ੍ਹਾ ਵਿਚਾਰ ਕਰਨਾ ਕਿ ਸਾਡੇ ਅੰਦਰ ਕਿਹਦੀ ਵਾਸਨਾ ਹੈ, ਪ੍ਰਭੂ ਦੀ ਵਾਸਨਾ, ਪ੍ਰਮਾਤਮਾ ਦੇ ਸਿਮਰਨ ਦੀ ਵਾਸਨਾ ਸਾਡੇ ਅੰਦਰ ਆਸਣ ਲਾ ਕੇ ਬੈਠੀ ਹੈ, ਸਤਿਗੁਰ ਦੀ ਵਾਸਨਾ ਸਾਡੇ ਅੰਦਰ ਬੈਠੀ ਹੈ, ਜਾਂ ਇਹ ਕਾਮ ਵਾਸਨਾ, ਕ੍ਰੋਧ ਵਾਸਨਾ, ਲੋਭ ਵਾਸਨਾ, ਮੋਹ ਵਾਸਨਾ, ਹੰਕਾਰ ਵਾਸਨਾ, ਕਿਹੜੀ ਚੀਜ਼ ਨੇ ਸਾਡੇ ਅੰਦਰ ਆਸਣ ਲਾਇਆ ਹੈ? ਜਿੱਦਾਂ ਬੰਦਾ ਨਾ ਸੱਪ ਆਸਣ ਲਾ ਕੇ ਬਹਿ ਗਿਆ ਇੱਥੇ ਘਰ 'ਚ, ਤੁਹਾਡੇ ਅੰਦਰ ਅੱਛਾਈ ਆਸਣ ਲਾ ਕੇ ਬੈਠੀ ਹੈ, ਗੁਰੂ ਦਾ ਸ਼ਬਦ ਆਸਣ ਲਾ ਕੇ ਬੈਠਾ ਹੈ, ਸਤਿਗੁਰ ਦਾ ਪ੍ਰੇਮ ਆਸਣ ਲਾ ਕੇ ਬੈਠਾ, ਤੁਸੀਂ ਮੁਕਤ ਹੋ ਜਾਓਗੇ। ਤਾਂ ਜੇ ਤੁਹਾਡੇ ਅੰਦਰ ਦੁਨੀਆ ਆਸਣ ਲਾ ਕੇ ਬੈਠੀ ਹੈ, ਵਿਸ਼ੇ ਵਿਕਾਰ, ਬੁਰਾਈਆਂ, ਨਫ਼ਰਤ, ਕ੍ਰੋਧ, ਤਾਂ ਫਿਰ ਤੁਸੀਂ ਗਿਰਦੇ ਚਲੇ ਜਾਓਗੇ। ਤਾਂ ਹੀ ਗੁਰੂ ਰਹਿਬਰ ਕਹਿੰਦੇ ਆ ਸਿਮਰਨ ਕਰੋ, ਨਾਮ ਜਪੋ। ਇਸ ਜ਼ਿੰਦਗੀ ਦਾ ਕੋਈ ਪਤਾ ਨਹੀਂ, ਜ਼ਿੰਦਗੀ ਅੱਜ ਹੈ, ਕੱਲ੍ਹ ਨੂੰ ਪਤਾ ਨਹੀਂ ਹੋਣੀ ਜਾਂ ਨਹੀਂ ਹੋਣੀ। ਇਹ 4 ਦਿਨ ਦੀ ਜ਼ਿੰਦਗੀ ਪਿੱਛੇ ਅਸੀਂ ਆਪਣਾ ਉਹ ਅਗਲਾ ਜਿਹੜਾ ਹੈ ਗਵਾ ਦਿੰਦੇ ਹਾਂ। ਸਮਝਦਾਰ ਉਹੀ ਹੁੰਦਾ ਜਿਹੜਾ ਅਗਲੇ ਨੂੰ ਸੰਭਾਲ ਲਵੇ, ਜਿੱਥੇ ਆਨੰਦ ਹੀ ਆਨੰਦ ਹੈ। ਤਾਂ ਹੀ ਫਿਰ ਕਵਾਂਗੇ, ਕਬੀਰ ਸਾਹਿਬ ਨੇ ਕਿਹਾ ਜਿਸ ਮਰਨੇ ਤੇ ਜਗ ਡਰੇ ਮੇਰੇ ਮਨੇ ਆਨੰਦ। ਉਹ ਕਹਿੰਦੇ ਮੌਤ ਇੱਕ ਆਨੰਦ ਹੈ। ਤਾਂ ਹੀ ਤਾਂ ਸ਼ੇਕਸਪੀਅਰ ਨੇ ਕਿਹਾ ਹੈ ਮੌਤ ਕੀ ਹੈ? ਉਹ ਕਹਿੰਦੇ ਮੌਤ ਤਾਂ ਇਦਾਂ ਹੈ ਜਿੱਦਾਂ ਭੋਰ ਦੇ ਸਮੇਂ ਦੀਵੇ ਨੂੰ ਬੁਝਾ ਦੇਣਾ। ਜਦੋਂ ਸੂਰਜ ਚੜ੍ਹਦਾ ਬੰਦਾ ਦੀਵੇ ਨੂੰ ਬੁਝਾ ਦੇਵੇ, ਕਿ ਆ ਛੋਟੇ ਜਿਹੇ ਦੀਵੇ ਦੀ ਹੁਣ ਕੀ ਲੋੜ ਹੈ ਜਦੋਂ ਐਡਾ ਵੱਡਾ ਸੂਰਜ ਚੜ੍ਹ ਗਿਆ ਹੈ? ਤਾਂ ਛੋਟੇ ਜਿਹੇ ਦੀਵੇ ਦੀ ਕੀ ਲੋੜ ਹੈ? ਇਹ ਜ਼ਿੰਦਗੀ ਛੋਟਾ ਜਿਹਾ ਦੀਵਾ ਹੈ, ਤਾਂ ਮੌਤ ਦਾ ਹੈ ਜਿੱਥੇ ਪਰਮਾਤਮਾ ਰੂਪੀ ਪਰਮਾਨੰਦ ਆ ਗਿਆ। ਇਸ ਲਈ ਆਓ ਅਸੀਂ ਆਨੰਦ ਨਾਲ ਜੁੜੀਏ। ਔਰ ਜਿੱਦਾਂ ਦੱਸਿਆ ਕਿ ਰਿਸ਼ੀ ਮੁਨੀ ਪਹਿਲੇ ਸਮੇਂ ਦੇ ਅੰਦਰ ਸਿਰ ਤੇ ਸੱਟ ਮਾਰਦੇ ਹੁੰਦੇ ਸੀ। ਪ੍ਰਥਾ ਬਣਾਈ ਸੀ ਉਹਨਾਂ ਨੇ ਕਿ ਜਦੋਂ ਬੰਦਾ ਮਰੇ ਨਾਲ ਹੀ ਉਹਦੇ ਸਿਰ ਤੇ ਚੋਟ ਕਰੋ, ਤਾਂ ਕਿ ਜੇ ਆਤਮਾ ਹਲੇ ਅੰਦਰ ਹੀ ਹੈ, ਸਰੀਰ ਠੰਡਾ ਪੈ ਗਿਆ ਹੈ, ਤਾਂ ਉਹਦੀ ਆਤਮਾ ਬ੍ਰਹਮ ਅੰਦਰ ਚੋਂ ਨਿਕਲੇ, ਤਾਂ ਕਿ ਉਹਨੂੰ ਮੋਕਸ਼ ਮਿਲ ਜਾਵੇ, ਉਹਨੂੰ ਹੋਰ ਕੁਝ ਕਰਨ ਦੀ ਲੋੜ ਹੀ ਨਾ ਰਵੇ। ਇਹਲੇ 2 ਗੱਲਾਂ ਕੀਤੀਆਂ ਜਾਂਦੀਆਂ ਸੀ। ਇੱਕ ਉਹਦੇ ਕੰਨ 'ਚ ਗੁਰੂ ਮੰਤਰ ਪੜ੍ਹਿਆ ਜਾਂਦਾ ਸੀ, ਫਿਰ ਰਿਸ਼ੀ ਮੁਨੀ ਉਹਦੇ ਮੱਥੇ ਨੂੰ ਵੀ ਰਗੜਦੇ ਹੁੰਦੇ ਸੀ, ਤਾਂ ਕਿ ਆਤਮਾ ਜਾਂ ਤਾਂ ਆਗਿਆ ਚੱਕਰ ਚੋਂ ਨਿਕਲੇ ਜਾਂ ਫਿਰ ਬ੍ਰਹਮ ਅੰਦਰ ਚੋਂ। ਇੱਥੇ ਚੋਟ ਕਰਦੇ ਸੀ। ਪਰ ਅੱਜ ਕੱਲ੍ਹ ਬੰਦਾ ਉਹ ਚੀਜ਼ ਨੂੰ ਸਮਝਦਾ ਨਹੀਂ ਹੈ। ਅੱਜ ਕੱਲ੍ਹ ਸਿਰ ਨੂੰ ਨਹੀਂ ਭੰਨਿਆ ਜਾਂਦਾ, ਅੱਜ ਕੱਲ੍ਹ ਘੜਾ ਭੰਨਿਆ ਜਾਂਦਾ ਹੈ, ਜੋ ਕਿ ਬਾਹਰਲੀ ਪ੍ਰਥਾ। ਜਿੱਦਾਂ ਮੰਦਿਰ 'ਚ ਜਾਂਦੇ ਆ ਨਾ, ਮੰਦਿਰ 'ਚ ਜਾ ਕੇ ਪਹਿਲਾਂ ਸੇਵਕ ਸਿਰ ਚੜਾਉਂਦੇ ਹੁੰਦੇ ਸੀ ਕਿ ਸਤਿਗੁਰ ਸਿਰ ਤੇਰਾ, ਤਾਂ ਹੁਣ ਉਹ ਕਹਿੰਦੇ ਜੀ ਸਿਰ ਤਾਂ ਮੇਰਾ ਹੀ ਆ, ਨਾਰੀਅਲ ਤੁਹਾਡਾ। ਕਿਉਂਕਿ ਨਾਰੀਅਲ ਦੀਆਂ ਵੀ ਅੱਖਾਂ ਬਣੀਆਂ ਹੋਈਆਂ, ਨਾਰੀਅਲ ਦਾ ਵੀ ਨੱਕ ਬਣਿਆ, ਸ਼ਕਲ ਉਹਦੀ ਬੰਦੇ ਵਰਗੀ ਲੱਗਦੀ ਹੈ। ਆ ਨਾਰੀਅਲ 10-50 ਰੁਪਏ ਦਾ ਚੜਾ ਕੇ ਇਹ ਤੁਹਾਡਾ, ਪਰ ਸਿਰ ਮੇਰਾ ਹੀ ਹੈ, ਸਿਰ ਮੇਰਾ ਹੀ ਰਹਿਣ ਦਿਓ। ਪਰ ਪਹਿਲੇ ਸਮੇਂ 'ਚ ਹੁੰਦਾ ਸੀ ਬੰਦਾ ਆਪਣਾ ਸਿਰ ਚੜਾਉਂਦਾ ਸੀ ਕਿ ਲੈ ਜੀ ਅੱਜ ਤੋਂ ਇਹ ਸਿਰ ਤੁਹਾਡਾ, ਇਹਦੇ ਅੰਦਰ ਵਿਚਾਰ ਵੀ ਤੁਹਾਡੇ ਚੱਲਣੇ ਹੈ, ਅੱਜ ਤੋਂ ਸਾਰੀਆਂ ਬੁਰਾਈਆਂ ਖਤਮ। ਬੰਦਾ ਸੌਖੇ ਉਪਾਅ ਲੱਭਦਾ ਹੈ। ਫਿਰ ਕਹਿੰਦੇ ਘੜਾ ਕਿਉਂ ਭੰਨਿਆ ਜਾਂਦਾ ਹੈ? ਤਾਂ ਕਿ ਆਤਮਾ ਨੂੰ ਕਹਿ ਦਿੱਤਾ ਜਾਵੇ ਕਿ ਅੱਜ ਤੋਂ ਤੇਰਾ ਮੇਰਾ ਰਿਸ਼ਤਾ ਟੁੱਟ ਗਿਆ। ਘੜਾ ਭੰਨਣ ਨਾਲ ਹੀ ਪਤਾ ਲੱਗਣਾ ਉਹਨੂੰ, ਉੱਦਾਂ ਪਤਾ ਹੀ ਨਹੀਂ ਆਤਮਾ ਨੂੰ ਕਿ ਨਿਕਲ ਗਈ ਸਰੀਰ 'ਚੋਂ। ਸੋ ਉਹ ਭੰਨਿਆ ਜਾਂਦਾ ਸੀ ਇਹ ਸਿਰ ਨੂੰ, ਜਿਹਨੂੰ ਕਹਿੰਦੇ ਸੀ ਕਪਾਲ ਕਿਰਿਆ। ਇਹਦਾ ਨਾਮ ਸੀ ਕਪਾਲ ਕਿਰਿਆ। ਕਪਾਲ ਕਹਿ ਦਿੱਤਾ ਜਾਂਦਾ ਸਿਰ ਨੂੰ, ਕਿਰਿਆ ਦਾ ਮਤਲਬ ਇਹਨੂੰ ਠੋਕਣਾ। ਇਹ ਭੰਨੋ, ਕਿਉਂਕਿ ਸਿਰ ਵੀ ਤਾਂ ਇੱਕ ਘੜਾ, ਜਿੱਦਾਂ ਕਹਿੰਦੇ ਨਾ ਉਲਟਾ ਕੁਆਂ ਗਗਨ ਮੇ ਤਿਸਮੇ ਜਰੇ ਚਿਰਾਗ। ਉਹ ਕਹਿੰਦੇ ਇਹ ਸਿਰ ਰੂਪੀ ਘੜਾ ਜਿਹਦੇ ਅੰਦਰ ਉਹ ਬ੍ਰਹਮ ਅੰਦਰ ਹੈ, ਇੱਥੇ ਠੋਕਿਆ ਜਾਂਦਾ ਸੀ, ਇਹਨੂੰ ਤੋੜਿਆ ਜਾਂਦਾ ਸੀ, ਤਾਂ ਕਿ ਬੰਦੇ ਦਾ ਧਿਆਨ ਉੱਧਰ ਜਾਵੇ। ਜੇ ਅੰਦਰ ਆਤਮਾ ਹੈ ਤਾਂ ਬ੍ਰਹਮ ਅੰਦਰ ਚੋਂ ਨਿਕਲ ਜਾਵੇ। ਪਰ ਅੱਜ ਕੱਲ੍ਹ ਉਹ ਚੀਜ਼ ਨੂੰ ਕੋਈ ਸਮਝਦੇ ਨਹੀਂ। ਉਹ ਵੀ ਕਹਿੰਦੇ ਉਦੋਂ ਜਦੋਂ ਬੰਦਾ ਹਾਲੇ ਪਿਆ ਹੀ ਹੈ। ਇਹ ਨਹੀਂ ਕਿ ਚਿਤਾ ਤੇ ਰੱਖਤਾ ਹੁਣ ਡਾਂਗਾ ਮਾਰਨ ਨਾਲ ਕੀ ਫਾਇਦਾ।
ਕਿਉਂਕਿ ਹੁਣ ਤਾਂ ਮਰੇ ਨੂੰ ਘੰਟੇ 2 ਘੰਟੇ 4 ਘੰਟੇ ਹੋ ਗਏ, ਹੁਣ ਤਾਂ ਆਤਮਾ ਜਿੱਥੋਂ ਨਿਕਲਣੀ ਸੀ ਨਿਕਲ ਗਈ। ਉਹ ਪਹਿਲਾਂ ਕਹਿੰਦੇ ਸੀ ਬੈਠੋ, ਗੁਰੂ ਨੇ ਹੱਥ ਰੱਖਣਾ ਮਸਤਕ ਤੇ ਜਾਂ ਫਿਰ ਚੋਟ ਕਰਨੀ ਉਹਦੇ ਮਸਤਕ ਤੇ ਕਿ ਬਈ ਇਹਦੀ ਆਤਮਾ ਨਿਕਲੇ, ਉਹਨੂੰ ਕਹਿੰਦੇ ਕਪਾਲ ਕਿਰਿਆ। ਪਰ ਹੁਣ ਉਹ ਚੀਜ਼ ਨੂੰ ਬੰਦੇ ਭੁੱਲ ਕੇ ਘੜਾ ਭੰਨਣ ਲੱਗ ਗਏ, ਜਿਹੜਾ ਕਿ ਘੜਾ ਭੰਨਣ ਦੀ ਕੋਈ ਤੁਕ ਹੈ ਹੀ ਨਹੀਂ। ਜਿੱਦਾਂ ਕਹਿੰਦੇ ਪਤਾ ਹੈ ਨਹੀਂ ਕਿਸੇ ਨੂੰ ਕਿ ਕਿਰਿਆ ਹੋਈ ਕਿਉਂ, ਕਾਰਨ ਕੀ ਸੀ। ਪਹਿਲਾਂ ਉਹ ਕਪਾਲ ਭੰਨਦੇ ਹੁੰਦੇ ਸੀ, ਕਪਾਲ ਯਾਨੀ ਮਸਤਕ ਨੂੰ ਚੋਟ ਕਰਦੇ ਹੁੰਦੇ ਸੀ, ਅੱਜ ਘੜੇ ਨੂੰ ਚੋਟ ਕਰੀ ਜਾਂਦੇ, ਕਪਾਲ ਦੀ ਫਿਕਰ ਹੀ ਕਿਸੇ ਨੂੰ ਹੈ ਨਹੀਂ। ਬੋਲੋ ਸਮਝਦੇ ਹੋ ਕਿ ਨਹੀਂ। ਇਸ ਲਈ ਲੋੜ ਹੁੰਦੀ ਹੈ ਆਪਣੇ ਇੱਥੇ ਚੋਟ ਕਰਨ ਦੀ, ਔਰ ਜਿਹਨਾਂ ਜੀਂਦੇ ਜੀ ਸ਼ਬਦ ਦੀ ਚੋਟ ਆਪਣੇ ਇੱਥੇ ਕਰ ਲਈ ਬ੍ਰਹਮ ਰੰਦਰ ਤੇ ਸਹਿਸਤਰਾਰ ਤੇ, ਉਹਨੂੰ ਮਰਨ ਤੋਂ ਬਾਅਦ ਚੋਟ ਦੀ ਲੋੜ ਹੀ ਨਹੀਂ ਰਹਿੰਦੀ। ਕਿਉਂਕਿ ਜੀਂਦੇ ਜੀ ਜਿਹਨਾਂ ਉਹ ਮੋਕਸ਼ ਨੂੰ ਪਾ ਲਿਆ, ਮਰਨ ਤੋਂ ਬਾਅਦ ਹੁਣ ਕੀ ਰਹਿ ਗਿਆ। ਕੋਈ ਪਾਠ ਕਰੇ, ਕੋਈ ਪੂਜਾ ਕਰੇ, ਅਸਤ ਗੰਗਾ 'ਚ ਪਾਓ ਨਾ ਪਾਓ ਕੋਈ ਫਰਕ ਨਹੀਂ ਪੈਂਦਾ ਜਦੋਂ ਇਨਸਾਨ ਨੂੰ ਆਪਣੀ ਮੰਜ਼ਿਲ ਮਿਲ ਜਾਂਦੀ ਹੈ। ਫਿਰ ਤਾਂ ਬਾਅਦ ਵਿੱਚ ਸਾਰੀਆਂ ਫਾਰਮੈਲਿਟੀਆਂ ਹੀ ਹੁੰਦੀਆਂ ਹੈ। ਇਸ ਲਈ ਆਤਮਾ ਕਿੱਥੇ ਹੈ? ਤੁਹਾਡੇ ਪੂਰੇ ਸਰੀਰ ਦੇ ਵਿੱਚ। ਤੁਸੀਂ ਕੌਣ ਹੋ? ਤੁਸੀਂ ਸਰੀਰ ਨਹੀਂ ਹੋ, ਤੁਸੀਂ ਆਤਮਾ ਹੋ। ਤੁਸੀਂ ਆਏ ਕਿੱਥੋਂ ਹੋ? ਤੁਹਾਡੀ ਮੰਜ਼ਿਲ ਉਹ ਹੈ। ਤੁਸੀਂ ਜਾਣਾ ਕਿੱਥੇ ਹੈ? ਉਹਦੇ 'ਚ ਜਾਣਾ। ਸੰਸਾਰ ਕੀ ਹੈ? ਸਰਾਂ ਹੈ। ਇੱਥੇ ਕੁਝ ਦਿਨਾਂ ਵਾਸਤੇ ਆਏ ਆ ਤਾਂ ਫਿਰ ਸਦਾ ਵਾਸਤੇ ਇਹਨੂੰ ਛੱਡ ਕੇ ਚਲੇ ਜਾਣਾ ਹੈ। ਇਸ ਲਈ ਸੱਚਾਈ ਨੂੰ ਹਮੇਸ਼ਾ ਯਾਦ ਰੱਖੋ। ਔਰ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਸਾਡੀ ਆਤਮਾ ਆਨੰਦ ਵਿੱਚ ਜਾਵੇ, ਅੱਗੇ ਅਸੀਂ ਵੀ ਉਹ ਪ੍ਰਕਾਸ਼ ਦੇਖੀਏ, ਤਾਂ ਫਿਰ ਮੁਰਸ਼ਿਦ ਨਾਲ ਜੁੜੋ, ਗੁਰੂ ਨਾਲ ਜੁੜੋ, ਸਿਮਰਨ ਕਰੋ। ਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਸ਼ੇ ਵਿਕਾਰ ਨਸ਼ਿਆਂ 'ਚ ਹੀ ਫਸੇ ਰਵਾਂਗੇ ਤਾਂ ਫਿਰ ਆਤਮਾ ਦੇਖ ਲਓ ਕਿੱਥੋਂ ਨਿਕਲਣੀ ਹੈ। ਉਹ ਦੱਸ ਹੀ ਚੁੱਕੇ ਹਾਂ ਅਸੀਂ। ਔਰ ਉਹ ਬੜੀ ਪੀੜਾ ਦੀ ਗੱਲ ਹੈ, ਉਹ ਬੜੀ ਦਰਦ ਦੀ ਗੱਲ ਹੈ। ਤਾਂ ਜੇ ਸਿਮਰਨ ਕਰਕੇ ਆਪਣੀ ਸੁਰਤੀ ਨੂੰ ਆਗਿਆ ਚੱਕਰ ਤੇ ਸਮੇਟਾਂਗੇ ਤਾਂ ਫਿਰ ਤਾਂ ਮੁਕਤ ਹੋ ਜਾਵਾਂਗੇ ਤਕਲੀਫਾਂ ਦੁੱਖਾਂ ਤੋਂ, ਔਰ ਸਾਨੂੰ ਅਗਲੀ ਯੂਨੀ ਅੱਛੀ ਮਿਲੇਗੀ, ਯਾਨੀ ਅੱਛੇ ਘਰ 'ਚ ਅੱਛੀ ਯੂਨੀ 'ਚ ਜਨਮ ਲਵਾਂਗੇ। ਪਰ ਜੇ ਅਸੀਂ ਮਿਹਨਤ ਕਰਕੇ ਅੰਦਰੋਂ ਆਨੰਦ ਨੂੰ ਜਾਣ ਲਿਆ ਤਾਂ ਫਿਰ ਉਹ ਸਹਿਸਤਰਾਰ ਤੱਕ ਪਹੁੰਚ ਗਏ, ਫਿਰ ਤਾਂ ਬ੍ਰਹਮ ਮਿਲੇਗਾ, ਜਿਹਨੂੰ ਕਹਿੰਦੇ ਮੋਕਸ਼। ਕਿਉਂਕਿ ਮੁਕਤੀ ਔਰ ਮੋਕਸ਼ ਵਿੱਚ ਸ਼੍ਰੀ ਕ੍ਰਿਸ਼ਨ ਕਹਿੰਦੇ ਫਰਕ ਹੈ। ਮੁਕਤੀ ਹੈ ਦੁੱਖਾਂ ਤੋਂ ਮੁਕਤੀ, ਔਰ ਮੋਕਸ਼ ਹੈ ਆਵਾਗਮਨ ਤੋਂ ਮੁਕਤੀ। ਕਿ ਹੁਣ ਪਹੁੰਚ ਗਿਆ ਮੈਂ ਪਰਮਾਤਮਾ ਤੱਕ। ਇਸ ਲਈ ਕਈ ਨਾਮ ਜਪਦੇ ਆ, ਹਾਲੇ ਸੁਰਤੀ ਇੱਥੇ ਹੀ ਪਹੁੰਚਦੀ, ਹਾਲੇ ਉਸ ਮੰਜ਼ਿਲ ਤੇ ਨਹੀਂ ਪਹੁੰਚੇ। ਜੇ ਇੱਥੇ ਸੁਰਤੀ ਵਾਲਾ ਵੀ ਮਰ ਜਾਵੇ ਤਾਂ ਕਹਿੰਦੇ ਫਿਰ ਦੁੱਖਾਂ ਤੋਂ ਮੁਕਤ ਹੈ ਉਹ। ਅਗਲਾ ਜਨਮ ਲੈਂਦਾ ਤਾਂ ਆਪਣੀ ਭਗਤੀ ਨਾਲ ਲੈ ਕੇ ਪੈਦਾ ਹੁੰਦਾ ਉਹ। ਫਿਰ ਅਗਲੇ ਜਨਮ 'ਚ ਉਹਨੂੰ ਥੋੜ੍ਹਾ ਮਿਹਨਤ ਕਰਨੀ ਪੈਂਦੀ। ਜਿੱਦਾਂ ਕਈ ਬੰਦੇ ਹੁੰਦੇ ਨਾ, ਉਹ ਥੋੜ੍ਹੀ ਦੇਰ ਸਿਮਰਨ ਕਰਦੇ ਆ ਤਾਂ ਜਲਦੀ ਉਹ ਨਜ਼ਾਰੇ ਦੇਖਣੇ ਸ਼ੁਰੂ ਕਰ ਦਿੰਦੇ ਆ। ਤਾਂ ਕਈ ਹੁੰਦੇ ਆ ਕਿ ਜੇ ਉਹਨੂੰ 2 ਸਾਲਾਂ 'ਚ ਦਿਸ ਗਿਆ, ਮੈਨੂੰ 10 ਸਾਲ 'ਚ ਨਹੀਂ ਦਿਸਿਆ। ਇਹਦਾ ਮਤਲਬ ਪਿਛਲੇ ਜਨਮ 'ਚ ਤੂੰ ਉਨੀ ਮਿਹਨਤ ਨਹੀਂ ਕੀਤੀ। ਇਸ ਲਈ ਮਿਹਨਤ ਕਰ। ਅੱਜ ਮਿਹਨਤ ਕਰੇਗਾ, ਮੰਜ਼ਿਲ ਮਿਲ ਗਈ, ਮੋਕਸ਼ ਮਿਲ ਗਿਆ, ਠੀਕ। ਨਹੀਂ ਤਾਂ ਇਹ ਮਿਹਨਤ ਤੇਰੀ ਅੱਗੇ ਤੇਰੇ ਨਾਲ ਜ਼ਰੂਰ ਚਲੇਗੀ। ਤਾਂ ਹੀ ਤਾਂ ਗੁਰਬਾਣੀ ਵੀ ਕਹਿੰਦੀ ਹੈ, ਇਸ ਪੌੜੀ ਤੇ ਜੋ ਨਰ ਚੂਕੇ ਆਵੇ ਜਾਵੇ ਸੋ ਦੁੱਖ ਪਾਈ। ਕਹਿੰਦੇ ਨਾ, ਲੱਖ 84 ਜੂਨ ਸਵਾਈ ਮਾਨਸ਼ ਕੋ ਪ੍ਰਭ ਦੀਏ ਵਡਿਆਈ। ਇਹ ਪ੍ਰਭੂ ਨੇ 184 ਜੂਨ ਬਣਾ ਕੇ ਤੁਹਾਨੂੰ ਵਡਿਆਈ ਦਿੱਤੀ ਹੈ। ਤੇ ਮੌਕਾ ਹੈ, ਜੇ ਚੂਕ ਗਏ ਤਾਂ ਦੁਬਾਰਾ ਫਿਰ ਜੂਨੀਆਂ ਹੈ, ਜੇ ਸੰਭਾਲ ਲਿਆ ਤਾਂ ਫਿਰ ਪਰਮਾਤਮਾ ਹੈ, ਉਹ ਪਰਮਾਨੰਦ ਹੈ। ਇਹ ਹੁਣ ਤੁਸੀਂ ਫੈਸਲਾ ਕਰਨਾ ਹੈ ਕਿ ਤੁਸੀਂ ਕਿਹੜੀ ਚੀਜ਼ ਨੂੰ ਪਾਣਾ ਹੈ। ਇਸ ਲਈ ਹਰ ਹਾਲਤ ਵਿੱਚ ਅਸੀਂ ਆਪਣੇ ਮਾਲਿਕ ਦਾ ਸਿਮਰਨ ਕਰੀਏ, ਆਪਣੇ ਮਾਲਿਕ ਦਾ ਸ਼ੁਕਰ ਕਰੀਏ। ਜਦੋਂ ਕੋਈ ਸਾਡੇ ਜੀਵਨ 'ਚ ਤਕਲੀਫ ਦੁੱਖ ਆਵੇ ਤਾਂ ਦੇਖਿਆ ਕਈ ਬੰਦੇ ਪਤਾ ਕੀ ਕਹਿੰਦੇ, ਰੱਬਾ ਮੈਂ ਤੇਰਾ ਕੀ ਵਿਗਾੜਿਆ ਸੀ, ਮੇਰੇ ਨਾਲ ਇਦਾਂ ਕਿਉਂ ਕੀਤਾ। ਕਈ ਕਹਿ ਦਿੰਦੇ ਆ ਨਾ। ਤਾਂ ਸਾਡੇ ਮਨ 'ਚ ਇੱਕ ਸਵਾਲ ਆਉਂਦਾ ਆ ਵੀ ਬੰਦਾ ਕਹਿੰਦਾ ਹੈ ਕਿੱਡੀ ਮੂਰਖਤਾ ਦੀ ਗੱਲ ਹੈ, ਰੱਬਾ ਮੈਂ ਤੇਰਾ ਕੀ ਵਿਗਾੜਿਆ ਸੀ, ਆ ਮੇਰੇ ਪਰਿਵਾਰ ਦੇ ਮੈਂਬਰ ਨੂੰ ਇਦਾਂ ਕਿਉਂ ਕਰ ਦਿੱਤਾ, ਇਦਾਂ ਕਿਉਂ ਕੀਤਾ। ਤਾਂ ਕੋਈ ਪੁੱਛਣ ਵਾਲਾ ਹੋਵੇ, ਉਹ ਤੇ 'ਚ ਇੰਨੀ ਤਾਕਤ ਹੈ ਤੂੰ ਰੱਬ ਦਾ ਕੁਝ ਵਿਗਾੜ ਸਕੇ। ਜੇ ਤੇ 'ਚ ਇੰਨੀ ਤਾਕਤ ਹੈ ਰੱਬ ਦਾ ਕੁਝ ਵਿਗਾੜ ਸਕਦਾ ਹੈ ਤੂੰ, ਤਾਂ ਫਿਰ ਆਪਣੇ ਕਾਹਨੂੰ ਵਿਗੜਨ ਦਿੱਤਾ, ਆਪਣੇ ਹੀ ਬਚਾ ਲੈਂਦਾ ਤੂੰ। ਆਪਣਾ ਤੇ ਤੂੰ ਬਚਾਉਣ ਦੀ ਤਾਕਤ ਹੈ ਨਹੀਂ ਤਾਂ ਤੂੰ ਰੱਬ ਦਾ ਕੀ ਵਿਗਾੜਨਾ ਹੈ। ਐਡਾ ਸ਼ਕਤੀਸ਼ਾਲੀ ਪਰਮਾਤਮਾ, ਤੇਰੀ ਕੋਈ ਹਿੰਮਤ ਹੈ ਮੈਂ ਤੇਰਾ ਕੀ ਵਿਗਾੜਿਆ। ਜਿੱਦਾਂ ਤੇ 'ਚ ਬੜੀ ਤਾਕਤ ਹੁੰਦੀ ਤੂੰ ਵਿਗਾੜ ਸਕਦਾ ਉਹਦਾ। ਬੋਲੋ ਸਮਝਦੇ ਹੋ ਕਿ ਨਹੀਂ। ਵਿਗਾੜ ਉਹੀ ਸਕਦਾ ਜਿਹੜਾ ਉਹ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੋਵੇ। ਜਿੱਦਾਂ ਬੰਦਾ ਕਹਿੰਦਾ ਨਾ, ਉਹ ਬੱਚਾ ਇਹ ਤੇ ਚਪੇੜ ਮਾਰ ਸਕਦਾ ਮੈਂ, ਕਿਉਂਕਿ ਇਹ ਛੋਟਾ ਹੈ ਤਾਂ ਮੈਂ ਇਹ ਤੋਂ ਬੜਾ ਹਾਂ। ਉਹ ਤੁਸੀਂ ਤਾਂ ਰੱਬ ਦੇ ਸਾਹਮਣੇ ਇੱਕ ਰਾਈ ਦੇ ਦਾਣੇ ਤੋਂ ਵੀ ਬੜੇ ਛੋਟੇ ਜਿਹੇ, ਇੱਕ ਕਣ ਦੇ ਬਰਾਬਰ ਵੀ ਬੰਦੇ ਦੀ ਔਕਾਤ ਨਹੀਂ ਹੈ। ਇਹ ਪੂਰਾ ਬ੍ਰਹਿਮੰਡ ਵੀ ਉਹਦੇ ਸਾਹਮਣੇ ਛੋਟਾ ਹੈ। ਮੈਂ ਤੇਰਾ ਕੀ ਵਿਗਾੜਿਆ। ਤੇ 'ਚ ਹੈ ਕੋਈ ਤਾਕਤ ਤੂੰ ਨਾ ਕੁਝ ਵਿਗਾੜ ਸਕੇ ਹੈ। ਔਰ ਜੇ ਤੇ 'ਚ ਇੰਨੀ ਤਾਕਤ ਹੈ ਮੈਂ ਰੱਬ ਦਾ ਕੁਝ ਵਿਗਾੜ ਸਕਦਾ, ਤਾਂ ਭਾਈ ਪਹਿਲਾਂ ਆਪਣਾ ਹੀ ਬਚਾ ਲੈ ਵਿਗੜਨ ਤੋਂ। ਆਪਣਾ ਤੇ ਤੋਂ ਬਚਾ ਨਹੀਂ ਹੁੰਦਾ ਵਿਗੜਨ ਤੋਂ, ਤਾਂ ਤੂੰ ਰੱਬ ਦਾ ਕੀ ਬਚਾਉਣਾ ਹੈ। ਹੁਣ ਦੂਸਰੀ ਤਰ੍ਹਾਂ ਨਾਲ ਕਈ ਬੰਦੇ ਕਹਿ ਦਿੰਦੇ, ਲੈ ਮੈਂ ਤੇਰੀ ਇੰਨੀ ਸੇਵਾ ਕੀਤੀ, ਤੇਰਾ ਇੰਨਾ ਸਿਮਰਨ ਕੀਤਾ, ਮੇਰੇ ਨਾਲ ਇਦਾਂ ਕਿਉਂ ਕੀਤਾ। ਤਾਂ ਇਹੀ ਕਹਾਂਗੇ ਕਿ ਰੱਬ ਦੀ ਸੇਵਾ ਕਰਨ ਤੋਂ ਪਹਿਲਾਂ, ਸਿਮਰਨ ਕਰਨ ਤੋਂ ਪਹਿਲਾਂ ਕੋਈ ਐਗਰੀਮੈਂਟ ਸਾਈਨ ਕਰਵਾਇਆ ਸੀ ਉਹਦੇ ਨਾਲ ਕਿ ਮੈਂ ਤੇਰਾ ਸਿਮਰਨ ਕਰਨਾ ਹੈ, ਮੈਨੂੰ ਆਹ ਚੀਜ਼ ਨਹੀਂ ਹੋਣੀ ਚਾਹੀਦੀ। ਜਿੱਦਾਂ ਕਿਸੇ ਆਫਿਸ ਵਿੱਚ ਜਾਂਦੇ ਆ, ਕਿਸੇ ਕੰਪਨੀ ਨਾਲ ਅਸੀਂ ਜਾਂਦੇ ਆ, ਐਗਰੀਮੈਂਟ ਸਾਈਨ ਕਰਦੇ ਆ, ਮੈਂ ਤੁਹਾਡੇ ਜੌਬ ਕਰਨੀ ਆ ਪਰ ਮੇਰੀਆਂ ਆਹ ਸ਼ਰਤਾਂ। ਕੰਪਨੀ ਆਪਣੀਆਂ ਸ਼ਰਤਾਂ ਦੱਸਦੀ, ਤੁਸੀਂ ਆਪਣੀਆਂ ਦੱਸ ਦਿਓ। ਮੈਂ ਤੇਰਾ ਇੰਨੇ ਸਾਲਾਂ 'ਚ ਸੇਵਾ ਕਰ ਰਿਹਾ, ਮੇਰੇ ਨਾਲ ਇਦਾਂ ਕਿਉਂ ਕੀਤੀ।
ਐਗਰੀਮੈਂਟ ਦਿਖਾ। ਕਿਤੇ ਕਿਤਿਆ ਸੀ ਕਿ ਮੈਂ ਤੇਰੀ ਸੇਵਾ ਕਰਨੀ ਆ, ਮੈਂ ਇਦਾਂ ਕਰਨਾ ਤੇਰੇ ਵਾਸਤੇ, ਤੂੰ ਮੇਰੇ ਵਾਸਤੇ ਉਦਾਂ ਕਰਨਾ। ਸੇਵਾ ਜਦ ਹੁੰਦੀ ਪ੍ਰੇਮ ਨਾਲ ਹੁੰਦੀ ਹੈ, ਸੌਦੇ ਨਾਲ ਨਹੀਂ ਹੁੰਦੀ। ਮੈਂ ਤੇਰੀ ਸੇਵਾ ਕਰੂੰਗਾ, ਮੈਨੂੰ ਆਹ ਦੇ, ਉਹ ਪਿਆਰ ਨਹੀਂ ਹੈ, ਉਹ ਤਾਂ ਸੌਦਾ ਹੈ। ਔਰ ਸੌਦਾ ਰੱਬ ਦੇ ਘਰ ਕਦੀ ਨਹੀਂ ਚੱਲਦਾ, ਉੱਥੇ ਤਾਂ ਪ੍ਰੇਮ ਚੱਲਦਾ ਹੈ। ਕਿਉਂਕਿ ਰੱਬ ਦੇ ਇਸ਼ਕ ਦਾ ਪੈਂਡਾ ਹੈ ਔਖਾ, ਇੱਥੇ ਕੰਮ ਨਾ ਕੋਈ ਵਪਾਰੀਆਂ ਦਾ। ਉੱਥੇ ਵਪਾਰੀ ਨਹੀਂ ਚੱਲਦੇ ਕਿ ਮੈਂ ਇੰਨੇ ਘੰਟੇ ਤੇਰਾ ਸਿਮਰਨ ਕੀਤਾ, ਇਹਦੇ ਬਦਲੇ ਮੈਨੂੰ ਆਹ ਦੇ, ਮੈਂ ਆਹ ਤੇਰੀ ਸੇਵਾ ਕੀਤੀ, ਮੈਨੂੰ ਉਹ ਦੇ। ਉਹ ਤਾਂ ਇਸ਼ਕ ਦਾ ਪੈਂਡਾ ਹੈ ਕਿ ਬੰਦਾ ਕਹਿੰਦਾ ਸਭ ਕੁਝ ਤੇਰੀ ਖਾਤਰ ਲੁਟਾ ਦੇਵਾਂ ਤਾਂ ਵੀ ਤੇਰਾ ਸ਼ੁਕਰ, ਕਿਉਂਕਿ ਸਭ ਤੇਰਾ ਤਾਂ ਦਿੱਤਾ ਹੈ। ਇਸ ਲਈ ਇਦਾਂ ਦੀਆਂ ਕੁਝ ਚੀਜ਼ਾਂ ਤੋਂ ਬਚੋ। ਕਈ ਬੰਦੇ ਕਹਿ ਦਿੰਦੇ ਹੈ ਹਾਲੇ ਕੋਈ ਉਮਰ ਸੀ ਜਾਣ ਦੀ। ਅਸੀਂ ਕਹਿੰਦੇ ਤੁਸੀਂ ਦੱਸ ਦਿਓ ਵੀ ਕਿਹੜੀ ਉਮਰ ਹੈ, ਦੱਸ ਦਿਓ ਕਿਹੜੀ ਉਮਰ 'ਚ ਜਾਣਾ ਚਾਹੀਦਾ ਹੈ। ਪਤਾ ਤੁਹਾਨੂੰ ਕੋਈ ਹੈ ਪੱਕਾ ਸਟਾਂਪ ਪੇਪਰ ਲਿਖਿਆ ਕਿ ਇੰਨੀ ਉਮਰ 'ਚ ਬੰਦੇ ਨੂੰ ਜਾਣਾ ਚਾਹੀਦਾ ਹੈ? ਹੁਣ ਬੰਦਾ ਕਹਿੰਦਾ ਜੀ ਘੱਟ ਤੋਂ ਘੱਟ 80 ਸਾਲ ਦਾ ਜੀਣਾ ਚਾਹੀਦਾ ਹੈ। ਅੱਛਾ ਫਿਰ ਦੱਸ, ਜਿਹੜੇ 80 ਸਾਲ ਤੋਂ 85 ਸਾਲ ਦੇ ਨੂੰ ਮਾਰ ਦਈਏ ਫਿਰ? ਹੁਣ ਕਈ 85 ਸਾਲ ਦੇ ਆ, ਕਈ 90 ਸਾਲ ਦੇ ਆ। ਜੇ ਤੂੰ ਬਣਦਾ ਹੈ ਕਿ 80 ਸਾਲ ਜੀਣਾ ਚਾਹੀਦਾ ਹੈ, ਤਾਂ ਜਿਹੜੇ 100 ਸਾਲ ਦੇ ਉਹਨਾਂ ਦਾ ਕੀ ਕਰੀਏ ਫਿਰ? ਸੋ ਕਿੰਨੇ ਚਿਰ ਜੀਣਾ, ਕਿੰਨੇ ਚਿਰ ਨਹੀਂ ਜੀਣਾ, ਇਹ ਬੰਦਾ ਨਹੀਂ ਉਹਦਾ ਉਹ ਕਰ ਸਕਦਾ ਡਿਸਾਈਡ, ਇਹ ਤਾਂ ਕੁਦਰਤ ਨੇ ਦੇਖਣਾ ਹੈ। ਤੁਸੀਂ ਆਪਣੀ ਅੱਛੀ ਕਰਨੀ ਨਾਲ ਆਪਣੀ ਸਿਹਤ ਨੂੰ ਸੰਭਾਲ ਕੇ 100 ਸਾਲ ਵੀ ਜੀ ਸਕਦੇ ਆ, ਤਾਂ ਤੁਸੀਂ ਹੁਣੇ ਜ਼ਹਿਰ ਦਾ ਘੁੱਟ ਭਰ ਕੇ ਮਰ ਵੀ ਸਕਦੇ ਹੋ। ਇਹ ਤੁਹਾਡੇ ਤੇ ਕੁਦਰਤ ਨੇ ਛੱਡਿਆ ਹੈ। ਹੁਣ ਇੱਕ ਬੰਦਾ ਸ਼ਰਾਬ ਪੀ ਜਾਵੇ, ਮੈਂ 100 ਸਾਲ ਜੀਣਾ ਹੈ, ਨਸ਼ਾ ਕਰੀ ਜਾਵੇ, ਮੈਂ 100 ਸਾਲ ਜੀਣਾ ਹੈ, ਤਾਂ ਭਾਈ ਤੂੰ 100 ਸਾਲ, ਤੂੰ 50 ਸਾਲ ਜੀ ਲੈ ਤਾਂ ਸ਼ੁਕਰ ਹੈ। ਪੀ ਕੇ ਗੁਰਦੇ ਖਰਾਬ ਕਰਨੇ, ਤੂੰ ਤਾਂ 50 ਸਾਲ ਨਾ ਜੀਵੇਂ। ਅਗਰ ਤੂੰ ਆਪਣੀ ਫਿਟਨੈਸ ਦਾ ਖਿਆਲ ਰੱਖੇ, ਸਿਹਤ ਦਾ ਖਿਆਲ ਰੱਖੇ, ਚੰਗਾ ਖਾਵੇਂ, ਐਕਸਰਸਾਈਜ਼ ਕਰੇ, ਤਾਂ ਹੋ ਸਕਦਾ ਲੰਬੀ ਜ਼ਿੰਦਗੀ ਜੀ ਲੈਵੇਂ। ਕਿਉਂਕਿ ਖਾਣ ਪਾਣ ਦਾ ਵੀ ਬਹੁਤ ਸਾਡੇ ਜੀਵਨ 'ਚ ਪ੍ਰਭਾਵ ਪੈਂਦਾ ਹੈ, ਅਸਰ ਪੈਂਦਾ ਹੈ। ਇਸ ਲਈ ਗੁਰੂ ਕਹਿੰਦੇ ਸਿਮਰਨ ਕਰੋ, ਸੇਵਾ ਕਰੋ, ਨਸ਼ਿਆਂ ਦਾ ਤਿਆਗ ਕਰੋ, ਸਭ ਨਾਲ ਪ੍ਰੇਮ ਕਰੋ। ਕਿਉਂਕਿ ਜਦੋਂ ਸਿਮਰਨ ਨਾਲ ਜੁੜਦੇ ਹਾਂ, ਧਿਆਨ ਦੇ ਨਾਲ ਜੁੜਦੇ ਹਾਂ, ਤਾਂ ਫਿਰ ਆਤਮਾ ਉਸ ਮੰਜ਼ਿਲ ਦੀ ਤਰਫ ਜਾਂਦੀ ਹੈ। ਫਿਰ ਆਤਮਾ ਉਸ ਮੰਜ਼ਿਲ ਨੂੰ ਪਾਉਂਦੀ ਹੈ ਜੋ ਕਿ ਰੂਹ ਦੀ ਅਸਲੀ ਮੰਜ਼ਿਲ ਹੈ। ਇਸੇ ਲਈ ਤਾਂ ਕਬੀਰ ਸਾਹਿਬ ਕਹਿੰਦੇ ਪਾਣੀ ਹੀ ਤੇ ਹਿਮ ਭਿਆ, ਹਿਮ ਫਿਰ ਗਿਆ ਬੁਲਾਏ, ਕਬੀਰਾ ਜੋ ਥਾ ਸੋ ਭਇਆ, ਅਬ ਕੁਛ ਕਹਾ ਨਾ ਜਾਏ। ਉਹ ਕਹਿੰਦੇ ਪਾਣੀ ਤੋਂ ਬਰਫ਼ ਬਣੀ, ਕਿਉਂਕਿ ਬਰਫ਼ ਕਿੱਥੋਂ ਬਣਦੀ ਹੈ? ਪਾਣੀ ਤੋਂ। ਤੁਸੀਂ ਫ੍ਰਿਜ ਵਿੱਚ ਪਾਣੀ ਪਾਉਂਦੇ ਹੋ, 2 ਘੰਟੇ 2.5 ਘੰਟੇ ਬਾਅਦ ਬਰਫ਼ ਬਣ ਕੇ ਡਲੀ ਬਾਹਰ ਆ ਜਾਂਦੀ ਹੈ। ਹੁਣ ਡਲੀ ਨੂੰ ਛੱਡ ਦਿਓ, ਫਿਰ ਹੌਲੀ ਹੌਲੀ ਪਿਘਲ ਕੇ ਉਹਨਾਂ ਪਾਣੀ ਬਣ ਜਾਣਾ। ਉਹ ਕਹਿੰਦੇ ਇਸੇ ਤਰ੍ਹਾਂ ਪਾਣੀ ਹੀ ਤੇ ਹਿਮ ਭਿਆ, ਕਿ ਆਤਮਾ ਪਹਿਲਾਂ ਪਰਮਾਤਮਾ 'ਚ ਲੀਨ ਸੀ, ਫਿਰ ਜਦੋਂ ਹਿਮ ਬਣੀ ਯਾਨੀ ਸਥੂਲ ਸਰੀਰ 'ਚ ਆ ਗਈ, ਪਕੜ 'ਚ ਆ ਗਈ, ਔਰ ਫਿਰ ਜਦੋਂ ਮੌਤ ਹੁੰਦੀ ਹੈ ਤਾਂ ਹਿਮ ਪਿਘਲ ਕੇ ਦੁਬਾਰਾ ਪਾਣੀ ਚਲੀ ਜਾਂਦੀ ਹੈ। ਉਹ ਕਹਿੰਦੇ ਕਬੀਰਾ ਜੋ ਥਾ ਸੋ ਭਇਆ, ਅਬ ਕੁਛ ਕਹਾ ਨਾ ਜਾਏ। ਉਹ ਕਹਿੰਦੇ ਜੋ ਸੀ ਉਹੀ ਹੋ ਗਿਆ, ਹੁਣ ਕਹਿਣਾ ਕੀ ਰਹਿ ਗਿਆ, ਦੱਸਣਾ ਕੀ ਰਹਿ ਗਿਆ? ਇਹ ਆਤਮਾ ਜਿਹਦੀ ਸੀ ਉਹਦੇ ਕੋਲ ਚਲੀ ਗਈ। ਨਾ ਮੈਂ ਕੁਝ ਲੈ ਕੇ ਪੈਦਾ ਹੋਇਆ ਸੀ, ਜਿੱਦਾਂ ਇੱਕ ਫਕੀਰ ਨੇ ਆਪਣੀ ਬਾਣੀ 'ਚ ਦੱਸਿਆ ਹੈ। ਹੁਣ ਸਤਸੰਗ ਦੀ ਵੀ ਸਮਾਪਤੀ ਕਰਾਂਗੇ, ਆਖਰਲੇ ਬਚਨਾਂ 'ਚ ਦੱਸਾਂਗੇ। ਇੱਕ ਫਕੀਰ ਨੇ ਕਿਹਾ ਹੈ ਕਿ ਇਹ ਜਿਹੜਾ ਸਰੀਰ ਹੈ, ਇਹ ਜਿਹੜਾ ਜੋ ਵੀ ਸਾਨੂੰ ਚਾਹੇ ਸਰੀਰ ਮਿਲਿਆ, ਚਾਹੇ ਪਰਿਵਾਰ ਮਿਲਿਆ ਹੈ, ਕਹਿੰਦੇ ਪ੍ਰਮਾਤਮਾ ਦੀ ਦਿੱਤੀਆਂ ਦਾਤਾਂ ਹੈ, ਜਿਨ੍ਹਾਂ ਦਾ ਕੁਝ ਸਮੇਂ ਵਾਸਤੇ ਅਸੀਂ ਆਨੰਦ ਲੈਣਾ ਹੈ, ਪਰ ਜਦੋਂ ਉਹਦੀ ਮੌਜ ਹੋਈ ਉਹਨਾਂ ਵਾਪਸ ਲੈ ਵੀ ਲੈਣਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਸਾਈਂ ਨੇ ਦਿਆ ਮੁਝੇ ਨਖ ਸਿੱਖ ਸਗਲ ਸਰੀਰ, ਕਹਿੰਦੇ ਉਹ ਸਾਈਂ ਨੇ ਇਹ ਨਖ ਸਿੱਖ ਸਗਲ ਸਰੀਰ ਦਿੱਤਾ, ਯਾਨੀ ਸਭ ਕੁਝ ਸਾਈਂ ਨੇ ਦਿੱਤਾ, ਪਰਿਵਾਰ, ਘਰ, ਸਰੀਰ। ਸਾਈਂ ਨੇ ਦਿया मुझे नख सिख शगल शरीर, जिसका था सो ले गया अब काहे रोए फकीर। कहते जेदा सी वो लै गया तो रोण की गल की है? रोण की गल की है? ਉਹਦਾ ਸੀ ਲੈ ਗਿਆ। ਇਸ ਲਈ ਰੋਂਦਾ ਉਹ ਹੈ ਜਿਹੜਾ ਸੰਸਾਰ ਨੂੰ ਸਭ ਕੁਝ ਸਮਝੀ ਬੈਠਾ, ਜਿਹਨੂੰ ਪਤਾ ਮੇਰੀ ਮੰਜ਼ਿਲ, ਉਹ ਮੇਰਾ ਪਰਿਵਾਰ, ਉਹ ਮੇਰਾ ਘਰ, ਉਹ ਤਾਂ ਜਦੋਂ ਜਾਂਦਾ ਹੈ ਖੁਸ਼ੀ ਨਾਲ ਜਾਂਦਾ ਹੈ ਕਿ ਸਰਾਂ ਨੂੰ ਛੱਡ ਕੇ ਆਪਣੇ ਅਸਲੀ ਘਰ ਗਿਆ। ਜਿੱਦਾਂ ਪਹਿਲੇ ਦੱਸਿਆ, ਕੌਣ कहता है आशिक मर गए, ਦੱਸਿਆ ਨਾ ਸੀ ਸ਼ੇਰ ਕਿ ਕਿਹੜਾ ਕਹਿੰਦਾ ਆਸ਼ਿਕ ਮਰ ਗਏ? ਨਹੀਂ, ਕੈਦ ਸੇ ਛੂਟੇ ਉਹ ਆਪਣੇ ਘਰ ਗਏ। ਉਹ ਤਾਂ ਇਹ ਸਰੀਰ ਦੀ ਕੈਦ ਚੋਂ ਨਿਕਲ ਕੇ ਆਪਣੇ ਘਰ ਚਲੇ ਜਾਂਦੇ ਆ। ਇਸੇ ਤਰ੍ਹਾਂ ਇਹ ਰੂਹ ਵੀ ਮਾਲਕਾਂ ਦੇ ਪਰਿਵਾਰ ਦੀ ਰੂਹ, ਜੋ ਕਿ ਇਹ ਸਰੀਰ ਰੂਪੀ ਕੈਦ ਚੋਂ ਛੁੱਟੀ ਔਰ ਆਪਣੇ ਘਰ ਚਲੀ ਗਈ, ਕਿਉਂਕਿ ਮਾਲਕ ਆਪ ਹੀ ਆਏ, ਬਾਂਹ ਫੜ ਕੇ ਆਪ ਹੀ ਲੈ ਗਏ। ਜਦ ਹੈ ਪਰਿਵਾਰ ਉਹਨਾਂ ਦਾ, ਤਾਂ ਫਿਰ ਉਹਨਾਂ ਨੇ ਆਪਣੇ ਪਰਿਵਾਰ ਨੂੰ ਆਪਣੇ ਕੋਲ ਹੀ ਲਿਜਾਣਾ। ਕਿਉਂਕਿ ਸਮਝ ਲਓ ਇੱਦਾਂ ਬੰਦਾ ਕਹਿ ਲਵੇ ਜਿੱਥੇ ਬਾਪ ਹੈ, ਮੁਖੀ ਹੈ, ਜੜ ਹੈ, ਉੱਥੇ ਹੀ ਟਹਿਣੀਆਂ ਪੱਤੇ ਫੁੱਲ ਹੈ। ਸਮਝਦੇ ਹੋ ਕਿ ਨਹੀਂ? ਇਸੇ ਤਰ੍ਹਾਂ ਜੜ ਉਹ ਮਾਲਿਕ ਹੈ ਔਰ ਅਸੀਂ ਤਾਂ ਉਹਦਾ ਪਰਿਵਾਰ ਹੈ। ਔਰ ਜੇ ਆਪਣੇ ਮਾਲਿਕ ਦੇ ਨਾਮ ਨਾਲ ਜੁੜੇ, ਆਪਣੇ ਮਾਲਿਕ ਦੀ ਸੇਵਾ ਕਰਦੇ ਹਾਂ, ਆਪਣੇ ਮਾਲਿਕ ਦਾ ਸਿਮਰਨ ਕਰਦੇ ਹਾਂ, ਆਪਣੇ ਮਾਲਿਕ ਦਾ ਵਿਸ਼ਵਾਸ ਕਰਦੇ ਹਾਂ, ਆਪਣੇ ਮਾਲਿਕ ਨੂੰ ਆਪਣੇ ਦਿਲੋਂ ਦਿਮਾਗ 'ਚ ਬਿਠਾ ਕੇ ਬੈਠੇ ਹਾਂ, ਤਾਂ ਜਿਸ ਤਰ੍ਹਾਂ ਅਸੀਂ ਪਹਿਲਾਂ ਦੱਸਿਆ ਕਿ ਸਹਿਜੋ ਨੇ ਕਿਹਾ ਜਾ ਕੀ ਗੁਰਮੇ ਵਾਸਨਾ ਸੋ ਪਾਏ ਭਗਵਾਨ, ਕਿ ਜਿਹੜਾ ਗੁਰੂ ਦਾ ਪ੍ਰੇਮ ਆਪਣੇ ਦਿਲੋਂ ਦਿਮਾਗ 'ਚ ਭਰ ਲੈਂਦਾ ਹੈ। ਜਿੱਦਾਂ ਦੱਸਿਆ ਨਾ ਕਿ ਹਜ਼ੂਰ ਮੁਹੰਮਦ ਨੂੰ ਕਿਸੇ ਨੇ ਪੁੱਛਿਆ ਕਿ ਹਜ਼ੂਰ ਜਿਹੜੇ ਤੁਹਾਡੇ ਨਾਲ ਇਸ਼ਕ ਕਰਦੇ ਹੈ ਉਹਨਾਂ ਦੀ ਅੰਤਿਮ ਮੰਜ਼ਿਲ ਕਿਹੜੀ ਹੈ? ਤਾਂ ਹਜ਼ੂਰ ਨੇ ਕਿਹਾ
ਜਿਹਦੇ ਨਾਲ ਇਨਸਾਨ ਇਸ਼ਕ ਕਰਦਾ ਹੈ ਨਾ, ਮਰਨ ਤੋਂ ਬਾਅਦ ਉਹਦੇ ਕੋਲ ਹੀ ਚਲਾ ਜਾਂਦਾ ਹੈ। ਜੇ ਕਹਿੰਦੇ ਤੈਨੂੰ ਮੇਰੇ ਨਾਲ ਇਸ਼ਕ ਹੈ ਤਾਂ ਯਾਦ ਰੱਖ, ਮਰਨ ਤੋਂ ਬਾਅਦ ਤੂੰ ਮੇਰੇ ਕੋਲ ਹੋਏਗਾ। ਔਰ ਨਾਲ ਉਹਨੇ ਕਿਹਾ ਇਦਾਂ ਜਿੱਦਾਂ ਦੋ ਉਂਗਲੀਆਂ, ਇਦਾਂ ਨਾਲ ਹੋਏਗਾ। ਕਿਉਂਕਿ ਜਿਹਦੇ ਨਾਲ ਇਨਸਾਨ ਨੂੰ ਪਿਆਰ ਹੁੰਦਾ, ਜਿੱਥੇ ਇਨਸਾਨ ਦੀ ਵਾਸਨਾ ਹੁੰਦੀ, ਜਿਹੜੀ ਚੀਜ਼ ਅੰਦਰ ਆਸਣ ਲਾ ਕੇ ਬਹਿ ਗਈ, ਇਨਸਾਨ ਦੀ ਆਤਮਾ ਉੱਥੇ ਚਲੀ ਜਾਂਦੀ ਹੈ। ਇਸ ਲਈ ਤੁਸੀਂ ਦੇਖੋ ਤੁਹਾਡੇ ਅੰਦਰ ਕੌਣ ਬੈਠਾ ਆਸਣ ਲਾ ਕੇ। ਜੇ ਦੁਨੀਆ ਆ, ਸੰਸਾਰ ਹੈ, ਤਾਂ ਫਿਰ ਜਿੱਦਾਂ ਦੱਸਿਆ ਮਕਾਨ ਹੈ ਤਾਂ ਪ੍ਰੇਤ ਭੂਤ ਬਣਾਂਗੇ। ਜੇ ਧਨ ਹੈ ਤਾਂ ਫਿਰ ਸੱਪ। ਜੇ ਹੋਰ ਤੁਸੀਂ ਸਮਝ ਲਓ ਕਿ ਜਿੱਧਰ ਜਿੱਧਰ ਸਾਡੀ ਵਾਸਨਾ, ਉੱਧਰ ਉੱਧਰ ਸਾਡੀ ਆਤਮਾ ਉਹ ਯੂਨੀ 'ਚ ਚਲੀ ਜਾਏਗੀ। ਇਸ ਲਈ ਸਮਝਣਾ ਜ਼ਰਾ ਸਾਰੇ ਜੀ। ਇਸ ਲਈ ਸ਼੍ਰੀ ਕ੍ਰਿਸ਼ਨ ਨੇ ਵੀ ਕਿਹਾ ਕਿ ਸਤੋ ਗੁਣੀ ਜਿਹੜਾ ਨਾ ਸਤ ਦੇ ਨਾਲ ਜੁੜ ਗਿਆ ਉਹ ਮੋਕਸ਼ ਨੂੰ ਜਾਂਦਾ ਹੈ। ਇਸ ਲਈ ਆਓ ਅਸੀਂ ਵੀ ਸਤੋ ਗੁਣੀ ਬਣੀਏ, ਸਤ ਨਾਲ ਜੁੜੀਏ, ਆਪਣੇ ਸਤਿਗੁਰ ਦੇ ਨਾਲ ਪ੍ਰੇਮ ਕਰੀਏ, ਸਿਮਰਨ ਕਰੀਏ, ਨਾਮ ਜਪੀਏ, ਨੇਕ ਮਾਰਗ ਤੇ ਚੱਲੀਏ। ਕਿਉਂਕਿ ਨੇਕ ਮਾਰਗ ਵਾਲਾ ਜਿਹੜਾ ਸਤਿਗੁਰ ਦਾ ਪ੍ਰੇਮੀ ਹੈ, ਜਦੋਂ ਉਹਦੀ ਰੂਹ ਨਿਕਲਦੀ ਹੈ ਤਾਂ ਅੱਗੇ ਸਤਿਗੁਰ ਨੂੰ ਹੀ ਖੜਾ ਪਾਉਂਦੀ ਹੈ, ਅੱਗੇ ਉਹੀ ਪਰਮ ਪ੍ਰਕਾਸ਼ ਦੇਖਦੀ ਹੈ। ਔਰ ਫਿਰ ਸਤਿਗੁਰ ਬਾਂਹ ਫੜ ਕੇ ਉਸ ਪ੍ਰਕਾਸ਼ ਵਿੱਚ, ਉਸ ਆਨੰਦ ਵਿੱਚ ਲੈ ਜਾਂਦਾ ਹੈ। ਔਰ ਇਹ ਗੱਲ ਸਿਰਫ ਕਹਿਣ ਦੀ ਨਹੀਂ ਹੈ। ਅਸੀਂ ਦੱਸਿਆ ਕਿ ਡਾਕਟਰ ਰੇਮੰਡ ਮੂਡੀ ਨੇ ਸਾਬਿਤ ਕੀਤੀ ਹੈ ਆਪਣੀ ਰਿਸਰਚ ਦੇ ਨਾਲ ਕਿ ਵਾਕਈ ਜਿਹੜੀਆਂ ਨੇਕ ਰੂਹਾਂ ਹੁੰਦੀਆਂ ਪ੍ਰਕਾਸ਼ ਵਿੱਚ ਜਾਂਦੀਆਂ ਹੈ, ਤੇ ਜਿਹੜੀਆਂ ਬੁਰੀਆਂ ਰੂਹਾਂ ਹੁੰਦੀਆਂ ਹੈ, ਇਹ ਵਿਗਿਆਨ ਨੇ ਵੀ ਸਾਬਿਤ ਕੀਤਾ ਹੈ। ਤਾਂ ਹੀ ਦੱਸਿਆ ਸੀ ਇੱਕ ਵਾਰ ਫਿਰ ਕਿ ਰੇਮੰਡ ਮੂਡੀ ਡਾਕਟਰ ਦਾ ਨਾਂ ਆ, ਜਿਹਨਾਂ ਰਿਸਰਚ ਕੀਤੀ ਹੈ ਉਹਨਾਂ ਆਤਮਾਵਾਂ ਤੇ, ਉਹਨਾਂ ਜੀਵਾਂ ਤੇ ਜਿਨ੍ਹਾਂ ਨੇ ਮਰਨ ਤੋਂ ਬਾਅਦ ਦੁਬਾਰਾ ਜ਼ਿੰਦਗੀ ਲਈ ਹੈ। ਪੂਰੇ ਵਰਲਡ ਦੀਆਂ ਕਈਆਂ ਰੂਹਾਂ ਤੇ, ਕਈਆਂ ਆਦਮੀਆਂ ਤੇ ਜਿਨ੍ਹਾਂ ਨੇ ਮਰਨ ਤੋਂ ਬਾਅਦ ਜ਼ਿੰਦਗੀ ਲਈ ਆ, ਉਹਨਾਂ ਤੇ ਰਿਸਰਚ ਕਰਕੇ ਉਹਨਾਂ ਨੇ ਇਹ ਕਿਤਾਬ ਲਿਖੀ ਹੈ। ਇਹ ਕਿਤਾਬ ਇੱਕ ਨਹੀਂ, ਕਿਤਾਬਾਂ ਕਈ ਹੈ, ਪਰ ਇਹਦੇ 'ਚ ਲਿਖਿਆ ਹੈ ਲਾਈਫ ਆਫਟਰ ਲਾਈਫ, ਕਿ ਮਰਨ ਤੋਂ ਬਾਅਦ ਕੀ ਹੁੰਦਾ ਹੈ। ਸੋ ਅੱਜ ਵਿਗਿਆਨ ਵੀ ਇਹ ਚੀਜ਼ ਨੂੰ ਮੰਨਦਾ ਹੈ ਕਿ ਅੱਛਾ ਕਰਮ ਕਰਨ ਵਾਲਾ ਪ੍ਰਕਾਸ਼ 'ਚ ਜਾਂਦਾ ਹੈ ਤਾਂ ਬੁਰਾ ਕਰਮ ਕਰਨ ਵਾਲਾ ਅੰਧਕਾਰ, ਪੀੜਾ, ਤਕਲੀਫ, ਦੁੱਖ 'ਚ ਜਾਂਦਾ ਹੈ। ਇਸ ਲਈ ਹੁਣ ਤੁਸੀਂ ਦੇਖ ਲਓ, ਜਿੱਦਾਂ ਦੇ ਤੁਹਾਡੇ ਕਰਮ ਹੈ ਤੁਸੀਂ ਉੱਧਰ ਚਲੇ ਜਾਓਗੇ। ਸੋ ਪੜੋ, ਫੜੋ ਕਾਮਿਲ ਮੁਰਸ਼ਦ ਦੀ ਬਾਂਹ, ਜਾਣੋ ਆਪਣੇ ਆਪ ਨੂੰ, ਤਾਂ ਕਿ ਤੁਹਾਡਾ ਜੀਵਨ, ਤੁਹਾਡਾ ਜਨਮ ਸਫਲ ਹੋ ਸਕੇ। ਇਸ ਲਈ ਆਓ ਸੇਵਾ ਕਰੀਏ, ਸਿਮਰਨ ਕਰੀਏ, ਨਾਮ ਨਾਲ ਜੁੜੀਏ ਔਰ ਇਹ ਜ਼ਿੰਦਗੀ ਨੂੰ, ਇਹ ਜੀਵਨ ਨੂੰ ਸਫਲ ਬਣਾਈਏ। ਕਿਉਂਕਿ ਬਹੁਤ ਜਨਮ ਵਿਛੜੇ ਥੇ ਮਾਧੋ ਜੇ ਜਨਮ तुम्हारे लेखे। कुछ ऐसा कर लीए जीवन च कि साडा जीवन, साडा जन्म साडे मालिक दे लेखे लग जाइए। इसलिए वहमां भरमां चों निकलिए, अपने मालिक दा सिमरन करिए, अपने मालिक दी बंदगी करिए। क्योंकि जींदे जी जिन्होंने अच्छा कर्म कर लिया, जींदे जी नाम जप लिया, सेवा कर ली, नेकियां कर लीआं, फिर मरण तो बाद कुछ होर होवे ना होवे, उन्हां दी आत्मा अपनी मंजिल ते पहुंच जाती है। तो जे जींदे जी पाप करते रहे तो मरण तो बाद जो मर्जी करियो, पूजा पाठ जिथे मर्जी अस्त तारी जाओ, वो सारा किया होया व्यर्थ होंदा है। इसलिए जींदे जी नेकियां कर लीए, गुरु शब्द नाल जुड़ के, सिमरन नाल जुड़ के, अपने जीवन नू, अपनी सुरती नू अच्छाई नाल जोड़ के, अपने मालिक नाल जोड़ के असीं अपने जीवन नू सफल बना सकते हैं। सोना सोना मेरा मुर्शिद सोना, सोना सोना मेरा